ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇੰਸਟਰੂਮੈਂਟੇਸ਼ਨ ਦੇ ਬੜੇ ਹੀ ਇੰਪੋਰਟੈਂਟ ਕੁਐਸਚਨਸ ਲੈ ਕੇ ਆਏ ਆਂਗੇ, ਜਿਹੜੇ ਨੂਮੈਰੀਕਲ ਜ਼ਿਆਦਾਤਰ ਪੇਪਰ ਦੇ ਵਿੱਚ ਪੁੱਛੇ ਜਾ ਚੁੱਕੇ ਨੇਗੇ ਅਤੇ ਕੰਸੈਪਟ ਵਾਈਜ਼ ਕਾਫੀ ਇੰਪੋਰਟੈਂਟ ਨੇਗੇ। ਉਹਨਾਂ ਨੂਮੈਰੀਕਲ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂਗੇ। ਤਾਂ ਸਟਾਰਟ ਕਰਦੇ ਆਂਗੇ ਅੱਜ ਦੇ ਟੌਪਿਕ ਨੂੰ। ਸਭ ਤੋਂ ਪਹਿਲਾ ਕੁਐਸਚਨ ਦੇਖੋ ਜੀ, ਇਹ ਕਹਿੰਦਾ ਪ੍ਰੀਸਾਈਜ਼ ਮੇਜਰਮੈਂਟ ਗਰੰਟੀ ਐਕੂਰੇਸੀ ਆਫ ਦਾ ਮੇਜਰਡ ਕੁਆਂਟਿਟੀ। ਇੱਕ ਹੁੰਦੀ ਆ ਪ੍ਰੈਸੀਜ਼ਨ ਵੈਲਿਊ, ਹੈ ਨਾ, ਤੁਸੀਂ ਪਹਿਲਾਂ ਵੀ ਆਪਾਂ ਪੜ੍ਹਿਆ ਸੀਗਾ ਪ੍ਰੈਸੀਜ਼ਨ। ਇਹ ਹੁੰਦੀ ਹੈ ਰੀਪ੍ਰੋਡਿਊਸੀਬਿਲਿਟੀ ਆਫ ਏ ਇੰਸਟਰੂਮੈਂਟ। ਇਹਦਾ ਮਤਲਬ ਕੀ ਹੁੰਦਾ ਗਾ ਕਿ ਜੇ ਇੰਸਟਰੂਮੈਂਟ ਨੂੰ ਅਸੀਂ ਯੂਜ਼ ਕਰ ਰਹੇ ਹਾਂਗੇ, ਉਹਨੇ ਇੱਕ ਵਾਰੀ ਰੀਡਿੰਗ ਦਿੱਤੀ ਸਾਨੂੰ 5 ਐਂਪੀਅਰ। ਕੋਈ ਗਲਵੈਨੋਮੀਟਰ ਹੈਗਾ, ਕੋਈ ਐਮੀਟਰ ਹੈਗਾ। ਐਮੀਟਰ ਨੂੰ ਜਦੋਂ ਆਪਾਂ ਕਿਸੇ ਸਰਕਟ ਦੇ ਵਿੱਚ ਲਗਾਇਆ, ਉਹਨੇ 5 ਐਂਪੀਅਰ ਰੀਡਿੰਗ ਦਿੱਤੀ। ਦੁਬਾਰੇ ਫੇਰ ਲਗਾਇਆ, ਉਹਨੇ ਫੇਰ 5 ਐਂਪੀਅਰ ਦਿੱਤੀ। ਫੇਰ ਲਗਾਇਆ, ਫੇਰ 5 ਐਂਪੀਅਰ ਦਿੱਤੀ। ਤਾਂ ਹਰ ਵਾਰੀ ਉਹ ਸੇਮ ਰੀਡਿੰਗ ਦੇ ਰਿਹਾ ਹੈਗਾ। ਬਟ ਇਹ ਸੇਮ ਰੀਡਿੰਗ ਜਿਹੜੀ ਐਕਚੁਅਲ ਰੀਡਿੰਗ ਦੇ ਕਿੰਨੇ ਕਲੋਜ਼ ਆ ਗਈ, ਇਹਦੀ ਕੋਈ ਗਰੰਟੀ ਨਹੀਂ ਹੁੰਦੀ ਹੈਗੀ। ਤਾਂ ਐਕੂਰੇਸੀ ਜਿਹੜੀ ਹੁੰਦੀ ਹੈਗੀ ਕਿਸੇ ਦੀ ਵੀ, ਉਹਦੀ ਪ੍ਰੀਸਾਈਜ਼ ਵੈਲਿਊ ਦੇ ਨਾਲ ਕੋਈ ਲੈਣਾ ਦੇਣਾ ਉਹਦਾ ਨਹੀਂ ਹੁੰਦਾ ਹੈਗਾ। ਤਾਂ ਇਹਦਾ ਜਿਹੜਾ ਆਨਸਰ ਆਏਗਾ ਫਾਲਸ ਆਏਗਾ। ਇਹਦਾ ਆਨਸਰ ਫਾਲਸ ਆਏਗਾ, ਇਹ ਫਾਲਸ ਹੈਗਾ। ਠੀਕ ਹੈ, ਗਰੰਟੀ ਨਹੀਂ ਹੈਗੀ। ਪ੍ਰੀਸਾਈਜ਼ ਹੋਣਾ ਗਰੰਟੀ ਨਹੀਂ ਹੈਗੀ ਐਕੂਰੇਸੀ ਦੀ। ਐਕੂਰੇਸੀ ਇੱਕ ਅਲੱਗ ਟਰਮ ਹੈਗਾ, ਪ੍ਰੈਸੀਜਨ ਵੈਲਿਊ ਇੱਕ ਅਲੱਗ ਟਰਮ ਹੈਗੀ। ਕਲੀਅਰ ਹੋਈ ਜੀ ਵੈਲਿਊ। ਚਲੋ ਅਗਲੀ ਗੱਲ ਦੇਖੋ ਜੀ। ਅਗਲਾ ਇਹਨੇ 4 ਇੰਸਟਰੂਮੈਂਟ ਦਿੱਤੇ ਆ ਸਾਨੂੰ, M1 M2 M3 ਅਤੇ M4। ਇਹਨਾਂ ਸਾਰਿਆਂ ਦੀ ਇਹਨੇ ਸਾਨੂੰ ਫੁੱਲ ਸਕੇਲ ਡਿਫਲੈਕਸ਼ਨ ਵੀ ਦਿੱਤੀ ਹੋਈ ਹੈਗੀ ਅਤੇ ਐਕੂਰੇਸੀ ਵੀ ਦਿੱਤੀ ਹੋਈ ਹੈਗੀ। ਫੁੱਲ ਸਕੇਲ ਡਿਫਲੈਕਸ਼ਨ ਦੇ ਉੱਪਰ ਕਿੰਨੀ ਐਕੂਰੇਸੀ ਆ ਉਹ ਵੀ ਦਿੱਤੀ ਹੋਈ ਹੈ। ਇਫ ਕਹਿੰਦਾ ਕਰੰਟ ਆਫ 1 ਐਂਪੀਅਰ ਇਜ਼ ਟੂ ਬੀ ਮੈਜਰਡ ਟੂ ਓਬਟੇਨ ਦਾ ਮਿਨੀਮਮ ਐਰਰ ਇਨ ਦਾ ਰੀਡਿੰਗ, ਵਨ ਸ਼ੁੱਡ ਸਿਲੈਕਟ। ਦੇਖੋ ਹਮੇਸ਼ਾ ਇਹ ਗੱਲ ਧਿਆਨ ਰੱਖਿਓ ਕਿ ਕਿੰਨੀ ਰੀਡਿੰਗ ਅਸੀਂ ਮੇਜਰ ਕਰਨੀ ਹੈਗੀ, ਇਸ 'ਤੇ ਇਹ ਕੀ 'ਤੇ ਡਿਪੈਂਡ ਕਰਦਾ ਹੁੰਦਾ, ਫੁੱਲ ਸਕੇਲ ਰੀਡਿੰਗ ਦੇ ਉੱਪਰ। ਫੁੱਲ ਸਕੇਲ ਡਿਫਲੈਕਸ਼ਨ ਕੀ ਹੁੰਦੀ ਹੈ ਵੀ ਕਿਸੇ ਵੀ ਇੰਸਟਰੂਮੈਂਟ ਦੇ ਵਿੱਚ ਜਿਹੜਾ 0 ਤੋਂ ਲੈ ਕੇ ਉਹ ਕਿੱਥੇ ਤੱਕ ਆ, 0 ਤੋਂ ਲੈ ਕੇ 10 ਤੱਕ ਆ, ਜਾਂ 0 ਤੋਂ ਲੈ ਕੇ ਉਹ 20 ਐਂਪੀਅਰ ਲਾ ਲਓ ਚਾਹੇ ਵੋਲਟ ਲਾ ਲਓ, ਕਿੱਥੇ ਤੱਕ ਆ। ਤਾਂ ਸਾਨੂੰ ਕੀ ਚਾਹੀਦਾ ਹੁੰਦਾ, ਮੰਨ ਲਓ ਅਸੀਂ 8 ਐਂਪੀਅਰ ਮੇਜਰ ਕਰਨੀ ਆ ਵੈਲਿਊ, ਤਾਂ ਸਾਡੇ ਵਾਸਤੇ ਇਹੋ ਜਿਹਾ ਇੰਸਟਰੂਮੈਂਟ ਵੱਧ ਸੂਟ ਕਰੂਗਾ ਜਿਹੜਾ 0 ਤੋਂ 10 ਐਂਪੀਅਰ ਤੱਕ ਦਾ ਹੋਵੇਗਾ। ਕਿਉਂਕਿ ਫੁੱਲ ਸਕੇਲ ਦੇ ਨੇੜੇ ਤੇੜੇ ਜਿਹੜੀ ਹੁੰਦੀ ਹੈਗੀ ਰੀਡਿੰਗ, ਦੈਟ ਆਲਵੇਜ਼ ਹੈਵ ਲੋ ਐਰਰ। ਹਮੇਸ਼ਾ ਇੱਥੇ ਐਰਰ ਜਿਹੜਾ ਹੁੰਦਾ ਉਹ ਘੱਟ ਹੁੰਦਾ। ਜੇ ਕੋਈ ਇਹੋ ਜਿਹਾ ਮੀਟਰ ਹੋਏਗਾ ਜਿਹਦੀ ਆਪਣੀ ਰੀਡਿੰਗ ਹੈ ਜਿਹੜੀ ਉਹ 0 ਤੋਂ ਲੈ ਕੇ 50 ਐਂਪੀਅਰ ਤੱਕ, ਉਹਦਾ 8 ਐਂਪੀਅਰ ਕਿੱਥੇ ਹੋਏਗਾ, ਇੱਥੇ ਕਿਤੇ ਹੋਏਗਾ। ਤਾਂ ਇਹ ਫੁੱਲ ਸਕੇਲ ਤਾਂ ਛੱਡੋ, ਇਹ ਤਾਂ ਹਾਫ ਸਕੇਲ ਦੇ ਉੱਪਰ ਵੀ ਨਹੀਂ ਹੈਗਾ। ਤਾਂ ਨੀਅਰ ਟੂ 0 ਜਿਹੜੀ ਹੁੰਦੀ ਹੈ ਐਰਰ, ਹਮੇਸ਼ਾ ਉਹ ਵੱਧ ਹੁੰਦੀ ਹੈਗੀ। ਨੀਅਰ ਫੁੱਲ ਸਕੇਲ ਜਿਹੜੀ ਡਿਫਲੈਕਸ਼ਨ ਜਿਹੜੀ ਐਰਰ ਹੁੰਦਾ ਹੈਗਾ ਉਹ ਘੱਟ ਹੁੰਦਾ ਹੈਗਾ। ਇਹ ਗੱਲ ਯਾਦ ਰੱਖਣੀ ਹੈਗੀ। ਇਹ ਕੁਐਸਚਨ ਤਾਂ ਇਹਦੇ ਨਾਲ ਤਾਂ ਵੈਸੇ ਕੋਈ ਬਹੁਤਾ ਸੰਬੰਧ, ਇਹਦਾ ਆਪਾਂ ਕੱਢ ਕੇ ਦੇਖਾਂਗੇ। ਤਾਂ ਵੈਸੇ ਇੱਕ ਦੱਸਿਆ ਤੁਹਾਨੂੰ, ਕਈ ਵਾਰੀ ਥਿਊਰੀ ਦਾ ਕੁਐਸਚਨ ਆ ਜਾਂਦਾ ਹੈਗਾ। ਜਦੋਂ ਵੀ ਅਸੀਂ ਐਰਰ ਕੱਢਣਾ, ਐਰਰ ਕੱਢਣ ਵਾਸਤੇ ਸਾਡੇ ਕੋਲ ਜਿਹੜਾ ਫਾਰਮੂਲਾ ਹੁੰਦਾ ਹੈਗਾ, ਉਹ ਫਾਰਮੂਲਾ ਪਹਿਲਾਂ ਅਸੀਂ ਦੇਖ ਲਓ। ਐਰਰ ਇਜ਼ ਇਕੁਅਲ ਟੂ ਫੁੱਲ ਸਕੇਲ ਡਿਫਲੈਕਸ਼ਨ ਮਲਟੀਪਲਾਈ ਬਾਏ ਐਕੂਰੇਸੀ। ਇਹ ਐਰਰ ਕੱਢਣ ਦਾ ਫਾਰਮੂਲਾ, ਫੁੱਲ ਸਕੇਲ ਡਿਫਲੈਕਸ਼ਨ ਮਲਟੀਪਲਾਈ ਬਾਏ ਐਕੂਰੇਸੀ। ਤਾਂ ਜੇ ਪਹਿਲਾਂ ਆਪਾਂ M1 ਦਾ ਕੱਢਣਾ ਹੋਵੇ, M1 ਦਾ ਜੇ ਆਪਾਂ ਕੱਢੀਏ, ਜੇ ਆਪਾਂ M1 ਦਾ ਕੱਢੀਏ, M1 ਦੀ ਫੁੱਲ ਸਕੇਲ ਡਿਫਲੈਕਸ਼ਨ ਜਿਹੜੀ ਸਾਨੂੰ ਆ ਗਈ ਉਹ ਕਿੰਨੀ 20 ਦਿੱਤੀ ਹੋਈ ਹੈਗੀ। ਅਤੇ ਇਹਦੇ ਜਿਹੜੇ ਐਕੂਰੇਸੀ ਆ ਉਹ ਹੈਗੀ ਆ 0.10%। ਪਰਸੈਂਟ ਕਰਕੇ ਅਸੀਂ ਹੇਠਾਂ ਲਾ ਲਾਂਗੇ 100। ਤਾਂ 100 ਲਗਾ ਲਿਆ ਹੇਠਾਂ, ਇਹਨੂੰ ਪੁਆਇੰਟ ਕੱਟਣ ਵਾਸਤੇ ਅਸੀਂ 100 ਹੋਰ ਲਗਾਉਣਾ ਪਊਗਾ, ਪੁਆਇੰਟ ਸਾਡਾ ਹਟ ਜਾਏਗਾ। ਆਹ 0 ਨਾਲ ਆਹ 0 ਕੱਟੇਗੀ, ਆਹ 0 ਨਾਲ ਆਹ 0 ਕੱਟੇਗੀ। ਸਾਡੇ ਕੋਲ ਕਿੰਨਾ ਰਹਿ ਗਿਆ, 2/100 ਰਹਿ ਗਿਆ, ਮਤਲਬ 0.02। ਹੁਣ ਸਾਡੇ ਕੋਲ ਆਹ ਐਰਰ ਆ ਗਿਆ। ਦੂਜੇ ਦਾ ਕੱਢ ਲੈਂਦੇ ਹੈਗੇ, PMMC ਟਾਈਪ ਦਾ ਕੱਢ ਲੈਂਦੇ ਹੈਗੇ। ਉਹਨੇ ਦਿੱਤਾ ਹੋਇਆ ਹੈਗਾ ਫੁੱਲ ਸਕੇਲ ਡਿਫਲੈਕਸ਼ਨ ਦਿੱਤੀ ਹੋਈ ਹੈਗੀ 10 ਮਲਟੀਪਲਾਈ ਬਾਏ 0.20%। ਪਰਸੈਂਟ ਵਾਸਤੇ ਨੀਚੇ ਆਪਾਂ ਲਗਾਵਾਂਗੇ 100। ਇਹਦਾ ਆਪਦਾ ਪੁਆਇੰਟ ਹਟਾਉਣ ਵਾਸਤੇ ਹੇਠਾਂ 100 ਹੋਰ ਲਗਾਉਣਾ ਪਏਗਾ। ਆਹ 0 ਨਾਲ ਆਹ 0 ਕੱਟ ਗਈ, ਇਹਦੇ ਨਾਲ ਆਹ ਕੱਟ ਗਈ। ਸਾਡੇ ਕੋਲ ਫਿਰ ਦੇਖੋ 2/100 ਆ ਗਿਆ। ਫਿਰ ਆਪਣੇ ਕੋਲ 0.02 ਆ ਗਿਆ, ਜਿਹੜਾ ਐਰਰ ਆ ਗਿਆ। ਤੀਜੇ ਦੀ ਗੱਲ ਕਰ ਲੈਂਦੇ ਹੈਗੇ, ਇਲੈਕਟ੍ਰੋਡਾਇਨਾਮੀਟਰ ਟਾਈਪ ਹੈਗਾ। 5 ਹੈਗਾ ਇਹਦਾ ਫੁੱਲ ਸਕੇਲ ਡਿਫਲੈਕਸ਼ਨ, ਮਲਟੀਪਲਾਈ ਬਾਏ 0.50।
50% ਐਕੂਰੇਸੀ ਹੈਗੀ। 50% ਐਕੂਰੇਸੀ 100 ਦੇ ਨੀਚੇ ਆਪਾਂ ਕੀਤਾ, ਪੁਆਇੰਟ ਹਟਾਉਣ ਵਾਸਤੇ 100 ਹੋਰ ਲਗਾਇਆ, ਕਿੰਨਾ ਆ ਗਿਆ ਜੀ ਸਾਡਾ 2 ਆ ਗਿਆ, ਕਿੰਨਾ ਆ ਗਿਆ ਜੀ ਸਾਡਾ 20 ਆ ਗਿਆ। ਤਾਂ ਇਹਦੇ ਵਿੱਚ ਥੋੜ੍ਹੀ ਵੈਲਿਊ ਬਦਲ ਗਈ ਹੈ ਨਾ, 2 ਇਹਦਾ ਆਏਗਾ 20 ਇਹਦਾ ਆਏਗਾ, ਤਾਂ 1/40 ਆ ਗਿਆ। 1/40 ਦਾ ਮਤਲਬ ਕੀ ਹੁੰਦਾ, 1/4 ਗੁਣਾ 10, 1/4 ਦੀ ਵੈਲਿਊ ਹੁੰਦੀ ਹੈਗੀ 0.25 ਮਤਲਬ, ਅਤੇ 0 ਆ ਇੱਕ ਪੁਆਇੰਟ ਹੋਰ, ਤਾਂ ਆਹ ਆਊਗੀ ਵੈਲਿਊ ਇਹਦੀ 0.025 ਆ ਜਾਊਗਾ ਇਹਦਾ। ਠੀਕ ਹੈ ਬੱਚੇ, ਲਾਸਟ ਮੀਟਰ ਰਹਿ ਗਿਆ ਸਾਡਾ। ਲਾਸਟ ਮੀਟਰ ਜੇ ਆਪਾਂ ਤਿੰਨਾਂ ਦੇ ਵਿੱਚੋਂ ਕੰਪੇਅਰ ਕਰੀਏ M1 M2 M3 ਦੇ ਵਿੱਚੋਂ, ਤਾਂ ਇਹਦਾ ਜਿਹੜਾ ਐਰਰ ਉਹ ਘੱਟ ਆ, ਕਿਉਂਕਿ ਦੇਖੋ ਪੁਆਇੰਟ 1 ਤੋਂ ਵੀ ਘੱਟ ਹੈ ਇਹਦੀ ਵੈਲਿਊ, ਪੁਆਇੰਟ 3 ਪੁਆਇੰਟ ਨੇਗੇ ਸਾਡੇ ਕੋਲ, ਇੱਥੇ 2 ਤੱਕ ਹੀ ਸੀਗਾ। ਲਾਸਟ ਕਰ ਲੈਂਦੇ ਹਾਂ M4 ਦੀ ਜਿਹੜੀ ਫੁੱਲ ਸਕੇਲ ਡਿਫਲੈਕਸ਼ਨ ਉਹ ਕਿੰਨੀ ਹੈ, 1 ਹੈਗੀ, 1 ਹੈਗੀ ਅਤੇ 1% ਹੈਗਾ। ਜੇ ਆਪਾਂ M4 ਦੀ ਕੱਢੀਏ ਤਾਂ 1 × 1% ਮਤਲਬ 1/100, ਅਤੇ 1% ਦਾ ਮਤਲਬ ਹੋ ਗਿਆ ਇੱਥੇ 0.01, ਇਹ ਸਾਡੇ ਕੋਲ ਐਰਰ ਆਏਗਾ। ਤਾਂ ਹੁਣ ਅਸੀਂ ਜੇ ਆਪਾਂ ਕੰਪੇਅਰ ਕਰੀਏ ਸਾਰਿਆਂ ਦੇ ਵਿੱਚੋਂ, ਤਾਂ ਸਭ ਤੋਂ ਘੱਟ ਐਰਰ ਜਿਹੜਾ ਹੈਗਾ ਦੇਖੋ, ਇਹਦਾ ਜਿਹੜਾ ਦੂਜਾ ਅੱਖਰ ਹੈਗਾ ਉਹ 1 ਹੈਗਾ, ਇਹਦਾ ਦੂਜਾ ਅੱਖਰ 2 ਹੈਗਾ, ਅਤੇ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਸਾਡੇ ਕੋਲ ਆ ਪਏ ਹੈਗੇ, ਇੱਕ ਹੈਗਾ 0.02, ਆ ਵੀ 0.02, ਇਹ ਦੋਨੇ ਹੈਗੇ, ਇਹਨੂੰ ਆਪਾਂ ਕੰਪੇਅਰ ਕੀਤਾ ਇਹਦੇ ਨਾਲ, ਤਾਂ ਇਹਨਾਂ ਤੋਂ ਆਹ ਦੋਨਾਂ 'ਚੋਂ ਅਤੇ ਆਹ ਤਿੰਨਾਂ ਦੇ ਵਿੱਚੋਂ ਵੱਡਾ ਸਭ ਤੋਂ ਛੋਟਾ ਐਰਰ ਕਿਹੜਾ ਹੈਗਾ, ਆਹ। ਹੁਣ ਅਸੀਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਨਾ, ਇਹਨਾਂ ਦੋਨਾਂ ਦੇ ਵਿੱਚੋਂ ਛੋਟਾ ਐਰਰ ਕਿਹੜਾ, ਆਹ। ਤਾਂ ਸਾਡਾ ਜਿਹੜਾ M4 ਹੈਗਾ, ਇੱਥੇ ਸਾਡੇ ਕੋਲ ਆਨਸਰ ਜਿਹੜਾ ਆਏਗਾ M4 ਆ ਜਿਹੜਾ, ਇਹਦੇ ਵਿੱਚ ਲੀਸਟ ਐਰਰ ਹੋਵੇਗਾ। ਇਹੀ ਸਾਡਾ ਇੰਸਟਰੂਮੈਂਟ ਹੈਗਾ ਜਿਹੜਾ ਅਸੀਂ ਯੂਜ਼ ਕਰਾਂਗੇ। ਠੀਕ ਹੈ ਜੀ, ਓਕੇ। ਨੈਕਸਟ ਕੁਐਸਚਨ ਵੱਲ ਵੱਧਦੇ ਆਂਗੇ ਅਸੀਂ। ਇਹ ਕਰੰਟ ਆਫ ਆ ਇੱਕ ਪ੍ਰੋਪਰ ਇੱਕ ਇੰਸਟੈਂਟੇਨੀਅਸ ਇਕੁਏਸ਼ਨ ਦਿੱਤੀ ਹੋਈ ਹੈ ਸਾਨੂੰ, ਜਿਹਦੇ ਵਿੱਚ ਕੁਛ ਹਾਈਬ੍ਰਿਡ ਵੇਵਸ ਵੀ ਨੇਗੀਆਂ ਅਤੇ AC ਵੇਵਸ ਵੀ ਹੈਗੀਆਂ ਨੇਗੀਆਂ। ਇਜ਼ ਮੈਜ਼ਰਡ ਵਿਦ ਥਰਮੋਕਪਲ ਟਾਈਪ। ਥਰਮੋਕਪਲ ਦੀ ਜੇ ਗੱਲ ਆ ਗਈ ਤਾਂ ਸਭ ਤੋਂ ਪਹਿਲਾਂ ਸਾਨੂੰ ਯਾਦ ਹੋਣਾ ਚਾਹੀਦਾ ਕਿ ਥਰਮੋਕਪਲ ਰੀਡ ਕੀ ਕਰਦਾ। ਤਾਂ ਥਰਮੋਕਪਲ ਇੰਸਟਰੂਮੈਂਟ ਜਿਹੜੇ ਹੁੰਦੇ ਹੈਗੇ ਉਹ ਕੀ ਰੀਡ ਕਰਦੇ ਹੈਗੇ, ਉਹ RMS ਵੈਲਿਊ ਰੀਡ ਕਰਦੇ ਹੈਗੇ ਪਹਿਲੀ ਗੱਲ ਤਾਂ। ਠੀਕ ਹੈ ਜੀ, 5 ਐਂਪੀਅਰ ਫੁੱਲ ਸਕੇਲ ਕਲਾਸ 1 ਮੀਟਰ, 5 ਸਕੇਲ ਫੁੱਲ ਕਲਾਸ 1 ਮੀਟਰ, ਦਾ ਮੀਟਰ ਰੀਡਿੰਗ ਵਿਲ ਲਾਈ ਇਨ ਦਾ ਰੇਂਜ ਆਫ। ਪਹਿਲੀ ਗੱਲ ਤਾਂ ਇਹ ਦੇਖਣਾ ਹੈਗਾ ਸੀ ਵੀ ਇਹ ਜਿਹੜਾ ਮੀਟਰ ਹੈਗਾ ਇਹ ਰੀਡਿੰਗ ਕਿੰਨੀ ਪੜੂਗਾ, ਜਿਹੜਾ ਥਰਮੋਕਪਲ ਆ ਉਹ ਇਸ ਵੇਵ ਦੀ, ਇੰਸਟੈਂਟੇਨੀਅਸ ਵੇਵ ਦੀ ਇਕੁਏਸ਼ਨ ਦੀ ਕਿੰਨੀ ਵੈਲਿਊ ਪੜੂਗਾ। ਤਾਂ ਸਾਨੂੰ RMS ਵੈਲਿਊ ਤਾਂ ਕੱਢਣੀ ਆਉਂਦੀ ਹੈ ਨਾ ਇੱਦਾਂ ਦੀਆਂ ਵੇਵਸ ਦੀ। RMS ਵੈਲਿਊ ਕੱਢੋ ਪਹਿਲਾਂ ਤਾਂ ਆਪਾਂ ਕੱਢਾਂਗੇ RMS ਵੈਲਿਊ ਇਹਦੀ, ਉਹ ਦੇਖੋ ਜੀ ਕਿਵੇਂ ਨਿਕਲੂਗੀ। ਅਸੀਂ ਰੂਟ ਦੇ ਵਿੱਚ ਪਾਉਣਾ ਗਾ, ਜਿਹੜੀ ਸਾਡੇ ਕੋਲ ਆਹ 2 ਆ, 2 ਦਾ ਅਸੀਂ ਕੁਛ ਨਹੀਂ ਕਰਨਾ ਹੈਗਾ, 2 ਦਾ ਅਸੀਂ ਸਿੰਪਲ ਸਕੇਅਰ ਕਰ ਦੇਣਾ ਗਾ। ਜਿਹੜਾ ਸਾਡੇ ਕੋਲ ਹੈਗਾ ਗਾ √2, ਤਾਂ √2 ਨੂੰ ਆਪਾਂ AC ਸਪਲਾਈ ਹੈਗੀ √2 ਦੇ ਨਾਲ ਹੀ ਡਿਵਾਈਡ ਕਰਨਾ ਗਾ ਅਤੇ ਸਕੇਅਰ ਪਾ ਦੇਣਾ ਗਾ। ਉਸ ਤੋਂ ਬਾਅਦ ਹੈਗਾ 2 √2, ਇਹਨੂੰ ਵੀ ਆਪਾਂ √2 ਨਾਲ ਡਿਵਾਈਡ ਕਰ ਦੇਣਾ ਗਾ ਅਤੇ ਸਕੇਅਰ ਪਾ ਦੇਣਾ ਗਾ। ਇਹਦੇ ਨਾਲ ਆਹ ਕੱਟ ਗਿਆ 1 ਆ ਗਿਆ, ਇਹਦੇ ਨਾਲ ਆਹ ਕੱਟ ਗਿਆ 2 ਆ ਗਿਆ, ਤਾਂ ਸਾਡੇ ਕੋਲ ਆ ਜਾਏਗਾ 4 + 1 + ਫਿਰ 4 ਆ ਜਾਊਗਾ। ਤਾਂ ਟੋਟਲ ਜਿਹੜਾ ਸਾਡੇ ਕੋਲ ਇੱਥੋਂ ਆ ਜਾਏਗਾ ਉਹ 4 ਅਤੇ 4, ਇਹ ਆ ਗਿਆ ਟੋਟਲ 8 ਅਤੇ 1 √9 ਆ ਗਿਆ, ਜਿੱਥੋਂ ਸਾਡੇ ਕੋਲ ਵੈਲਿਊ ਆ ਜਾਊਗੀ 3 ਐਂਪੀਅਰ। ਤਾਂ ਜਿਹੜੀ ਵੈਲਿਊ ਉਹ ਪੜ੍ਹ ਰਿਹਾ ਹੈਗਾ ਉਹ ਕਿੰਨੀ ਵੈਲਿਊ ਪੜ੍ਹ ਰਿਹਾ ਹੈਗਾ, ਉਹ 3 ਐਂਪੀਅਰ ਪੜ੍ਹ ਰਿਹਾ ਹੈਗਾ। ਤਾਂ 3 ਐਂਪੀਅਰ ਸਾਡੇ ਕੋਲ ਕਿੱਥੇ ਆ ਰਿਹਾ ਹੈਗਾ, C ਦੇ ਵਿੱਚ ਆ ਰਿਹਾ ਹੈਗਾ। ਇੱਥੋਂ ਸਾਫ਼ ਪਤਾ ਲੱਗ ਗਿਆ ਸਾਨੂੰ। ਇਸ ਤੋਂ ਬਾਅਦ ਆਪਾਂ ਇਹਦੀ ਕੱਢਣੀ ਹੈਗੀ ਐਕੂਰੇਸੀ, ਜਾਂ ਫਿਰ ਮੀਟਰ ਦੀ ਜਿਹੜੀ ਰੇਂਜ ਹੈਗੀ ਇਹਦਾ ਕਲਾਸ 1, ਇਹ ਜਿਹੜਾ ਪਿੱਛੇ ਇਹਦੇ ਪਰਸੈਂਟੇਜ ਲਿਖੀ ਹੋਈ ਹੈਗੀ। ਦੇਖਿਓ ਉਹਨੂੰ ਕੱਢਣ ਦਾ ਇੱਕ ਤਰੀਕਾ ਹੁੰਦਾ ਹੈਗਾ, ਸਿੰਪਲ ਜਿਹਾ ਤਰੀਕਾ ਦੱਸਦਾ ਤੁਹਾਨੂੰ। ਜੇ ਕਿਸੇ ਨੇ ਕਿਹਾ ਹੋਵੇ ਕਿ 0 ਤੋਂ ਲੈ ਕੇ 5 ਐਂਪੀਅਰ ਦੀ ਇਹ ਫੁੱਲ ਸਕੇਲ ਡਿਫਲੈਕਸ਼ਨ ਹੈਗੀ, ਅਤੇ ਇਹਦੀ ਜਿਹੜਾ ਲਿਮਟਿੰਗ ਐਰਰ ਹੈ ਜਾਂ ਐਕੂਰੇਸੀ ਹੈਗੀ ਉਹ ਹੈਗੀ ਐਕੂਰੇਸੀ ਕਹਿ ਲਓ ਚਾਹੇ ਐਰਰ ਕਹਿ ਲਓ, ਹੈਗਾ 2%। ਇਹਦਾ ਮਤਲਬ ਕੀ ਹੈ ਕਿ ਫੁੱਲ ਸਕੇਲ ਡਿਫਲੈਕਸ਼ਨ ਦੇ ਉੱਪਰ ਕਿੰਨਾ ਹੁੰਦਾ ਹੈਗਾ, 2% ਹੁੰਦਾ ਹੈਗਾ। ਜਿਹਦੀ ਹਾਫ ਸਕੇਲ ਡਿਫਲੈਕਸ਼ਨ ਹੋ ਰਹੀ ਹੋਵੇ, ਮਤਲਬ ਇਹ 2.5 ਦੇ ਉੱਪਰ ਹੋਵੇ, ਤਾਂ ਜਿਹੜਾ ਐਰਰ ਹੋਏਗਾ ਆਪਾਂ ਨੂੰ ਪਤਾ ਫੁੱਲ ਸਕੇਲ ਦੇ ਉੱਪਰ ਵੱਧ ਹੁੰਦਾ, ਜਿੰਨਾ ਸਕੇਲ ਘੱਟ ਹੋਊਗਾ ਉਹਨਾਂ ਵੱਧ ਜਾਂਦਾ ਹੈਗਾ। ਤਾਂ ਜੇ ਸਾਡੀ ਰੀਡਿੰਗ ਅੱਧੀ ਹੋਊਗੀ ਤਾਂ ਸਾਡਾ ਜਿਹੜਾ ਐਰਰ ਹੁੰਦਾ ਹੈਗਾ ਉਹ ਦੁੱਗਣਾ ਹੋ ਜਾਂਦਾ ਹੈਗਾ, ਉਹ 2% ਦੀ ਥਾਂ 'ਤੇ ਇੱਥੇ 2.5 ਦੇ ਉੱਪਰ ਉਹ 4% ਹੋਵੇਗਾ। ਓਕੇ ਜੀ, ਮਤਲਬ ਕੀ ਕਰਨਾ ਹੈਗਾ ਅਸੀਂ ਇਹਦੇ 2.5 ਦੇ ਉੱਪਰ ਕਿੱਦਾਂ ਹੋਏਗਾ 4, ਅਸੀਂ ਕਹਾਂਗੇ ਫੁੱਲ ਸਕੇਲ ਡਿਫਲੈਕਸ਼ਨ ਕਿੰਨੀ ਹੈ ਅਤੇ ਮੇਨ ਅਸੀਂ ਕਿੰਨਾ ਰਹੇ ਹੈਗੇ। ਇੱਥੋਂ ਕੱਟ ਕਟਾ ਕੇ ਸਿੱਧਾ 2 ਆਉਂਦਾ ਹੁੰਦਾ ਨਾ, ਤਾਂ ਜਿੰਨੀ ਰੀਡਿੰਗ ਘੱਟ ਪੜ੍ਹੀ ਜਾ ਰਹੀ ਆ, ਜਿੰਨੇ ਟਾਈਮਸ ਘੱਟ ਪੜ੍ਹੀ ਜਾ ਰਹੀ ਆ, ਉਨੇ ਟਾਈਮ ਸਾਡਾ ਐਰਰ ਇਨਕਰੀਜ਼ ਹੁੰਦਾ।
ਤਾਂ ਜੇ ਆਪਾਂ ਇੱਥੇ ਵੀ ਦੇਖਣਾਗਾ 5 ਪੇਅਰ ਦੀ ਫੁੱਲ ਸਕੇਲ ਰਿਫਲੈਕਸ਼ਨ ਆਂਗੇ ਅਤੇ ਪੜ੍ਹ ਕਿੰਨਾ ਰਿਹਾ ਉਹ 3, ਤਾਂ 5 ਨੂੰ ਆਪਾਂ 3 ਦੇ ਨਾਲ ਡਿਵਾਈਡ ਕਰ ਦਾਂਗੇ ਅਤੇ ਇੱਥੋਂ ਸਾਡੇ ਕੋਲ 1.67 ਆ ਜਾਏਗਾ। ਤਾਂ ਸੀ ਆਨਸਰ ਤੁਹਾਡਾ ਬਣੇਗਾ। ਕਲੀਅਰ ਹੋ ਗਈ ਜੀ ਗੱਲ। ਹੁਣ ਅੱਗੇ ਦੇਖੋ ਜੀ, ਅਗਲਾ ਕੁਐਸਚਨ ਦੇਖੋ। ਕਹਿੰਦਾ ਰੈਜ਼ਿਸਟੈਂਸ R1 ਐਂਡ R2 ਰਿਸਪੈਕਟਿਵਲੀ ਨੋਮੀਨਲ ਵੈਲਿਊਜ਼ 10 ਓਮ ਐਂਡ 5 ਓਮ, ਟੋਲਰੈਂਸ ਇਜ਼ 5 ਐਂਡ 10%। ਪਹਿਲੀ ਗੱਲ ਤਾਂ ਇਹ ਦੇਖੋ ਜੀ, ਜਿਹੜੀ ਉਹਨਾਂ ਨੇ ਟੋਲਰੈਂਸ ਦਿੱਤੀ ਹੋਈ ਹੈਗੀ ਉਹ ਕਹਿੰਦਾ ਕਿੰਨੀ ਹੈਗੀ, ਉਹ ਆਪਣੀ ਵੈਲਿਊ ਹੈਗੀ ਹੈ 10, ਇੱਕ ਜਿਹੜਾ R1 ਆ ਉਹਦੀ ਵੈਲਿਊ ਹੈਗੀ ਹੈ 10, ਪਲੱਸ ਮਾਈਨਸ ਕਿੰਨਾ ਟੋਲਰੈਂਸ ਉਹਦੇ ਵਿੱਚ ਕਿੰਨੀ ਹੈ 5%। R2 ਦੀ ਜਿਹੜੀ ਵੈਲਿਊ ਹੈਗੀ ਹੈ 5 ਪਲੱਸ ਮਾਈਨਸ 10%। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਿਰਫ ਇਹ ਹੈ ਕਿ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਰੈਜ਼ਿਸਟੈਂਸ ਦੀ ਵੈਲਿਊ ਐਡ ਵੀ ਹੋ ਸਕਦੀ ਹੈ, ਡਿਕਰੀਜ਼ ਵੀ ਹੋ ਸਕਦੀ ਹੈ। ਆਪਾਂ ਇੱਕ ਪਾਸੇ ਲੈ ਕੇ ਚੱਲੋ। ਆਪਾਂ ਦੇਖੋ ਇਹਦੇ ਵਿੱਚ ਆਨਸਰਾਂ ਦੇ ਵਿੱਚ ਦੇਖੋ ਮਿਨੀਮਮ ਵੈਲਿਊਜ਼ ਵੀ ਸਾਰੀਆਂ ਐਡਡ ਨੇਗੀਆਂ ਅਤੇ ਮੈਕਸੀਮਮ ਵੈਲਿਊ ਵੀ ਸਾਰੀਆਂ ਐਡਡ ਨੇਗੀਆਂ। ਤਾਂ ਚਾਹੇ ਤਾਂ ਮਿਨੀਮਮ ਕਰਕੇ ਚੱਲੋ, ਚਾਹੇ ਤੁਸੀਂ ਮੈਕਸੀਮਮ ਕਰਕੇ ਚੱਲੋ, ਤੁਹਾਡੀ ਮਰਜ਼ੀ ਹੈਗੀ। ਤਾਂ ਮਿਨੀਮਮ ਕਰਕੇ ਚੱਲਦੇ ਆ। ਮਿਨੀਮਮ ਮਤਲਬ ਸਾਰਿਆਂ ਦੇ ਵਿੱਚ 5% ਘਟਾ ਦਿੰਦੇ ਆਪਾਂ 10 ਦਾ 5% ਜੇ ਆਪਾਂ ਕਰੀਏ, 10 ਦਾ 5% ਹੋਏਗਾ 0.5। ਇਹ ਤਾਂ ਸਿੱਧਾ ਹੀ ਨਿਕਲ ਆਏਗਾ ਨਾ, ਇਹ ਤਾਂ ਦੱਸਣ ਦੀ ਲੋੜ ਹੈਗੀ ਵੀ 10 ਦਾ 5% ਕਿਵੇਂ ਕੱਢਦੇ ਹੁੰਦੇ ਹੈਗੇ ਆਪਾਂ। 5/100 ਕਰਕੇ ਕੱਢਦੇ ਹੁੰਦੇ ਹੈਗੇ। ਆਪਣਾ 10 ਆ ਗਿਆ, 0.5 ਆ ਗਿਆ, ਠੀਕ ਹੈ। ਅਤੇ ਇਹਦੇ ਵਿੱਚੋਂ ਮਾਈਨਸ ਕਰੋ ਜੀ, 10 ਤੁਹਾਡਾ ਆ ਜਾਏਗਾ ਇਹ 9.5 ਓਮ, ਇਹਦਾ 10% ਕਰਾਂਗੇ, ਇਹ ਵੀ 0.5 ਹੋਊਗਾ, 4.5 ਆ ਜਾਊਗਾ। ਤਾਂ ਦੋਨੇ ਰਜਿਸਟੈਂਸਿਸ ਲੱਗੀਆਂ ਕਿਵੇਂ ਹੋਈਆਂ? ਪੈਰਲ ਦੇ ਵਿੱਚ। ਤਾਂ ਜੇ ਪੈਰਲ ਦੇ ਵਿੱਚ ਲੱਗੀਆਂ ਹੋਈਆਂ ਤਾਂ ਇਹਨਾਂ ਨੂੰ ਹੁਣ ਮਲਟੀਪਲੀਕੇਸ਼ਨ ਆਪਸ ਦੇ ਵਿੱਚ ਕਰਨੀ ਪਊਗੀ। 9.5 ਗੁਣਾ 4.5, ਹੇਠਲੇ ਪਾਸੇ 9.5 ਪਲੱਸ 4.5। ਇੱਥੋਂ ਸਾਡੇ ਕੋਲ ਟੋਟਲ ਨਿਕਲ ਆਏਗਾ। ਜਿੰਨੀ ਵੈਲਿਊ ਆ ਗਈ ਤੁਸੀਂ ਇਹਨਾਂ ਦੇ ਵਿੱਚੋਂ ਚੈੱਕ ਕਰ ਲੈਣੀ, ਤੁਹਾਡਾ ਆਨਸਰ ਬਣ ਜਾਏਗਾ। ਠੀਕ ਹੈ ਜੀ। ਤਾਂ ਜਿਹੜੀ ਵੀ ਆਪਸ਼ਨ ਨੇੜੇ ਹੋਏਗੀ ਲਗਭਗ ਇਹਦਾ ਵੀ ਇਹ ਆਨਸਰ ਆਊਗਾ। ਇਹਦਾ ਕਰਕੇ ਦੇਖ ਲਓ ਕੈਲਕੂਲੇਟਰ ਦੇ ਨਾਲ, ਜੋ ਵੀ ਆਨਸਰ ਆ ਗਿਆ ਤੁਹਾਡਾ ਆਨਸਰ ਆ ਜਾਏਗਾ। ਓਕੇ ਜੀ। ਨੈਕਸਟ ਦੇਖੋ ਜੀ ਕੁਐਸਚਨ। ਨੈਕਸਟ ਕੁਐਸਚਨ ਦੇ ਵਿੱਚ ਕਹਿ ਰਿਹਾ ਕਰੰਟ IT ਪਾਸ ਥਰੂ ਏ 10 ਓਮ ਰਜਿਸਟਰ ਐਜ਼ ਸ਼ੋਨ ਇਨ ਫਿਗਰ ਵੇਵ ਫਾਰਮ ਦਾ ਰੀਡਿੰਗ ਆਫ DC ਵੋਲਟ ਮੀਟਰ। ਦੇਖੋ ਇਹ DC ਵੋਲਟ ਮੀਟਰ। AC ਵੋਲਟ ਮੀਟਰ ਹੁੰਦਾ ਕੀ ਪੜ੍ਹਨਾ ਸੀਗਾ ਉਹਨੇ? RMS ਵੈਲਿਊ ਪੜ੍ਹਨੀ ਸੀਗੀ। ਪਰ DC ਹੈਗਾ, DC ਕੀ ਪੜੂਗਾ ਹੁਣ? ਐਵਰੇਜ ਵੈਲਿਊ ਪੜੂਗਾ। ਇਹ ਐਵਰੇਜ ਵੈਲਿਊ ਪੜੂਗਾ। ਐਵਰੇਜ ਵੈਲਿਊ ਕਿਹਦੀ ਪੜੂਗਾ? ਜਿਹੜਾ ਕਰੰਟ ਦਿੱਤਾ ਹੋਇਆ ਹੈਗਾ। ਇਹ ਕਰੰਟ ਜਿਹੜੀ ਐਵਰੇਜ ਵੈਲਿਊ ਹੁੰਦੀ ਹੈਗੀ, ਐਵਰੇਜ ਵੈਲਿਊ ਅਸੀਂ ਕਹਿੰਦੇ ਹੁੰਦੇ ਹੈਗੇ ਵੀ ਇੰਸਟੈਂਟੇਨੀਅਸ ਵੈਲਿਊ ਸਮ ਆਫ ਆਲ ਇੰਸਟੈਂਟੇਨੀਅਸ ਵੈਲਿਊਜ਼ ਡਿਵਾਈਡ ਬਾਏ ਟੋਟਲ ਨੰਬਰ ਆਫ ਇੰਸਟੈਂਟਸ। ਸਾਡੇ ਕੋਲ ਟੋਟਲ ਜਿਹੜੀ ਵੇਵ ਆ ਉਹ ਇੱਥੋਂ ਲੈ ਕੇ ਇੱਥੇ ਤੱਕ ਹੈਗੀ ਨਾ। ਦੇਖੋ ਜਿਹੜੀ ਵੇਵ ਹੈਗੀ ਤਾਂ ਇੱਥੇ ਤਾਂ ਹੈਗੀ ਇਹ 12, ਇੱਥੇ ਹੈਗੀ ਇਹ 5, ਇੱਥੇ ਕੰਪਲੀਟ ਹੋ ਗਈ। ਤਾਂ ਕੁੱਲ ਸਾਨੂੰ ਕਿੰਨੇ ਲੈਣੇ ਪੈਣਗੇ? 12 ਪਲੱਸ 5। ਕੁੱਲ ਕਿੰਨੇ ਲੈਣੇ ਪੈਣਗੇ? 2 ਲੈਤੇ ਅਸੀਂ। ਅਤੇ ਕਿੰਨਾ ਟਾਈਮ ਇੰਟਰਵਲ ਸਾਡਾ? 2T। ਹੇਠਲੇ ਪਾਸੇ 2 ਲੈ ਲਓ। ਠੀਕ ਹੈ ਜੀ। ਉਹ ਤੁਹਾਡੀ ਮਰਜ਼ੀ, ਚਾਹੇ ਇੱਥੇ ਤੁਸੀਂ 2 ਵਾਰ ਲੈ ਲੈਂਦੇ ਇਹਨੂੰ, ਵੀ 2 ਵਾਰ ਤੁਸੀਂ ਲੈਂਦੇ 12 ਪਲੱਸ 12 ਪਲੱਸ ਉਦੋਂ ਬਾਅਦ 5 ਪਲੱਸ 5 ਲੈ ਲੈਂਦੇ, ਫਿਰ ਇੱਥੇ ਡਿਵਾਈਡ ਬਾਈ 4 ਲੈਣਾ ਸੀਗਾ ਤੁਸੀਂ। ਤਾਂ ਦੇਖ ਲਓ 17 ਨੂੰ ਆਪਾਂ 17 ਡਿਵਾਈਡ ਬਾਈ 2 ਕਰਾਂਗੇ, ਆਪਣੇ ਕੋਲ ਜਿਹੜਾ ਇਹ ਆਨਸਰ ਆ ਜਾਊਗਾ ਤੁਹਾਡਾ 8.5 ਆ ਗਿਆ ਜੀ। ਤਾਂ ਐਵਰੇਜ ਵੈਲਿਊ ਜਿਹੜੀ ਤੁਹਾਡੀ ਆਈ ਹੈਗੀ ਉਹ ਕਿੰਨੀ ਆਈ ਹੈਗੀ? 8.5 ਆਈ ਹੈਗੀ। ਤੁਹਾਡਾ ਕੀ ਆਇਆ? ਕਰੰਟ ਆ ਗਿਆ 8.5 ਐਵਰੇਜ ਵੈਲਿਊ। ਹੁਣ ਅਸੀਂ ਪੁੱਛਿਆ ਕੀ ਆ? ਉਹਨੇ ਕਹਿੰਦਾ ਪੁੱਛਿਆ ਰੀਡਿੰਗ ਆਫ DC ਵੋਲਟ ਮੀਟਰ। ਵੋਲਟ ਮੀਟਰ ਦੀ ਗੱਲ ਕਰ ਰਿਹਾ, ਮਤਲਬ ਵੋਲਟੇਜ ਡ੍ਰੌਪ ਪੁੱਛ ਰਿਹਾ ਹੈਗਾ। ਵੋਲਟੇਜ ਡ੍ਰੌਪ ਮਤਲਬ I ਮਲਟੀਪਲਾਈ ਬਾਈ R। I ਸਾਡਾ ਕਿੰਨਾ ਹੈ? 8.5। ਰਜਿਸਟੈਂਸ ਕਿੰਨੀ ਹੈਗੀ ਲੱਗੀ ਹੋਈ? 10 ਦੀ। ਤਾਂ ਦੋਨਾਂ ਨੂੰ ਜਦੋਂ ਆਪਾਂ ਕਰਾਂਗੇ 85 ਵੋਲਟ ਸਾਡਾ ਇੱਥੋਂ ਆਨਸਰ ਬਣੇਗਾ ਜੀ। ਕਲੀਅਰ ਹੋ ਗਈ ਜੀ ਗੱਲ ਇਹ। ਨੈਕਸਟ ਕੁਐਸਚਨ ਦੇਖੋ ਜੀ। ਐਨ ਅਨਸ਼ੀਲਡਡ ਮਤਲਬ ਕੋਈ ਇਹੋ ਜਿਹਾ ਇੰਸਟਰੂਮੈਂਟ ਹੈਗਾ ਜਿਹਨੂੰ ਆਲੇ ਦੁਆਲਿਓਂ ਅਸੀਂ ਮੈਗਨੈਟਿਕਲੀ ਸ਼ੀਲਡ ਨਹੀਂ ਕੀਤਾ। ਆਪਾਂ ਨੂੰ ਪਤਾ ਹਰ ਇੱਕ ਇੰਸਟਰੂਮੈਂਟ ਜਿਹੜਾ ਹੁੰਦਾ ਹੈਗਾ, ਜਿਹੜਾ ਜ਼ਿਆਦਾਤਰ ਮੂਵਿੰਗ ਆਇਰਨ ਇੰਸਟਰੂਮੈਂਟਸ ਆ, PMMC ਦੇ ਵਿੱਚ ਤਾਂ ਇਹ ਪ੍ਰੋਬਲਮ ਆਉਂਦੀ ਨਹੀਂ ਹੈਗੀ। ਮੂਵਿੰਗ ਆਇਰਨ ਇੰਸਟਰੂਮੈਂਟ ਦੇ ਵਿੱਚ ਜੇ ਬਾਹਰਲੇ ਪਾਸਿਓਂ ਕੋਈ ਨਾ ਕੋਈ ਮੈਗਨੈਟਿਕ ਇਫੈਕਟ ਆਵੇ ਤਾਂ ਉਹਦੀ ਜਿਹੜੀ ਰੀਡਿੰਗ ਹੈਗੀ ਉਹਦੇ ਉੱਪਰ ਕੋਈ ਨਾ ਕੋਈ ਅਸਰ ਪੈਂਦਾ ਹੁੰਦਾ ਹੈਗਾ। ਕਿਉਂਕਿ ਮੂਵਿੰਗ ਆਇਰਨ ਦੀ ਜਿਹੜੀ ਆਪਣੀ ਜਿਹੜੀ ਫਲਕਸ ਹੁੰਦੀ ਹੈਗੀ ਦੈਟ ਇਜ਼ ਵੀਕ, ਪਰ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਦੀ ਜਿਹੜੀ ਫਲਕਸ ਹੁੰਦੀ ਹੈਗੀ ਦੈਟ ਇਜ਼ ਸਟਰੋਂਗ। ਉਹਦੇ ਵਿੱਚ ਸ਼ੀਲਡਿੰਗ ਦੀ ਲੋੜ ਨਹੀਂ ਹੁੰਦੀ, ਬਟ ਮੂਵਿੰਗ ਆਇਰਨ ਦੇ ਵਿੱਚ ਸ਼ੀਲਡਿੰਗ ਦੀ ਲੋੜ ਹੁੰਦੀ ਹੈ। ਇਹਨੇ ਕਿਹਾ ਇਹ ਅਨਸ਼ੀਲਡ ਆ, ਮਤਲਬ ਇਹਦੇ ਵਿੱਚ ਦਿੱਕਤ ਆਏਗੀ ਸਟੇ ਮੈਗਨੈਟਿਕ ਫੀਲਡ ਕਰਕੇ। ਯੂਜ਼ ਟੂ ਮੇਜਰ ਦਾ ਵੋਲਟੇਜ ਇਨ ਐਨ AC ਸਰਕਟ ਇਫ ਦਾ ਸਟੇ TC ਮੈਗਨੈਟਿਕ ਫੀਲਡ ਹੈਵਿੰਗ ਏ ਕੰਪੋਨੈਂਟ ਅਲੋਂਗ ਦਾ ਐਕਸਿਸ ਆਫ ਮੀਟਰ ਕੋਇਲ ਅਪੀਅਰ ਦਾ ਮੀਟਰ ਰੀਡਿੰਗ ਵਿਲ ਵੀ। ਦੇਖੋ ਇਹਨੇ ਕੀ ਕਿਹਾ ਹੈਗਾ, ਇਹਨੇ ਸਿਰਫ ਇਹ ਗੱਲ ਕਹੀ ਹੈਗੀ, ਕਹਿੰਦਾ ਜਿਹੜਾ ਸਾਡਾ ਫੀਲਡ ਹੈ ਕੋਈ ਨਾ ਕੋਈ DC ਫੀਲਡ ਹੈਗਾ ਉਹ ਅਲੋਂਗ ਦਾ ਐਕਸਿਸ ਆਫ ਮੀਟਰ ਕੋਇਲ ਹੈਗਾ। ਹੁਣ ਇਹਨੇ ਕੋਈ ਇਹ ਗੱਲ ਤਾਂ ਦੱਸੀ ਨਹੀਂ ਹੈਗੀ ਵੀ
ਜਿਹੜਾ ਫਲਕਸ ਆ ਸਾਡਾ ਉਹ ਨਾਰਥ ਪੋਲ ਦੁਆਰਾ ਪੈਦਾ ਕੀਤੀ ਗਈ ਫਲਕਸ ਹੈ ਜਾਂ ਸਾਊਥ ਪੋਲ ਦੁਆਰਾ ਪੈਦਾ ਕੀਤੀ ਗਈ ਫਲਕਸ ਹੈਗੀ, ਉਹਨੇ ਕਰੰਟ ਕੋਇਲ ਨੂੰ ਇਫੈਕਟ ਕੀਤਾ ਹੈਗਾ ਕਿ ਕਿਹਨੂੰ ਇਫੈਕਟ ਕੀਤਾ ਹੈਗਾ। ਤਾਂ ਸਾਨੂੰ ਕੋਈ ਕਨਫਰਮ ਡਿਫਾਈਨਡ ਨਹੀਂ ਹੈਗੀ ਇਹ ਚੀਜ਼, ਤਾਂ ਡਾਇਰੈਕਸ਼ਨ ਨਹੀਂ ਸਾਨੂੰ ਪਤਾ ਵੀ ਜੇ ਕਲੋਕਵਾਈਜ਼ ਜਾ ਰਹੀਆਂ ਨੇ ਲਾਈਨਾਂ ਕਿ ਐਂਟੀ ਕਲੋਕਵਾਈਜ਼ ਜਾ ਰਹੇ ਨੇ। ਜੇ ਮੀਟਰ ਦੀਆਂ ਲਾਈਨਾਂ ਕਲੋਕਵਾਈਜ਼ ਹੋਈਆਂ ਅਤੇ ਉੱਥੇ ਐਂਟੀ ਕਲੋਕਵਾਈਜ਼ ਫਲੋ ਹੋ ਰਿਹਾ ਹੋਇਆ ਫਲਕਸ ਦਾ, ਤਾਂ ਇੱਥੇ ਮੀਟਰ ਦੀ ਰੀਡਿੰਗ ਘਟੂਗੀ। ਜੇ ਦੋਨਾਂ ਦੀਆਂ ਰੀਡਿੰਗਾਂ ਜਿਹੜੀ ਸਾਡੀ ਜਿੱਧਰਲੇ ਪਾਸੇ ਸਾਡੀ ਫਲਕਸ ਦੀ ਜਾ ਰਹੀ ਹੋਊਗੀ ਅਤੇ ਜਿੱਧਰਲੇ ਪਾਸੇ ਸਾਡਾ ਸਟੇ ਮੈਗਨੈਟਿਕ ਫੀਲਡ ਹੋਊਗਾ, ਜਿਵੇਂ ਪਰਮਾਨੈਂਟ ਜਿਹੜਾ ਸਾਡਾ ਮੂਵਿੰਗ ਆਇਰਨ ਹੁੰਦਾ ਉਹ ਇੱਦਾਂ ਦਾ ਹੁੰਦਾ ਨਾ, ਤੁਹਾਨੂੰ ਮੈਂ ਯਾਦ ਕਰਵਾ ਦਿੰਦਾ ਇੱਕ ਵਾਰੀ ਦੁਬਾਰਾ ਤੋਂ, ਇੱਦਾਂ ਦਾ ਹੁੰਦਾ। ਉਹਦੇ ਵਿੱਚ ਇੱਥੇ ਅਟਰੈਕਸ਼ਨ ਟਾਈਪ ਜਿਵੇਂ ਸਾਡੇ ਕੋਲ ਆ ਪਿਆ ਹੁੰਦਾ ਹੈਗਾ। ਹੁਣ ਜੇ ਕੋਈ ਇਹੀ ਜੀ ਮੈਗਨੈਟਿਕ ਲਾਈਨਸ ਆਫ ਫੋਰਸ ਆਈਆਂ ਜਿਹੜੀਆਂ ਕਿ ਇੱਦਾਂ ਹੋਈਆਂ, ਜਿਹਨੇ ਇਸ ਪੂਰੇ ਨੂੰ ਹਿਲਾ ਕੇ ਇੱਦਾਂ ਕਰਤਾ, ਇੱਦਾਂ ਰੱਖਤਾ, ਜਿਹਦੇ ਕਰਕੇ ਰੀਡਿੰਗ ਵਧੂਗੀ। ਅਤੇ ਜੇ ਕਿਤੇ ਜਿਹੜਾ ਸਾਡਾ ਇਹ ਹੈਗਾ ਮੂਵਿੰਗ ਆਇਰਨ ਦਾ ਜਿਹੜਾ ਪੀਸ ਆ ਉਹ ਇੱਦਾਂ ਰੱਖਿਆ ਜਾਵੇ, ਉਹ ਪੁੱਠੇ ਪਾਸੇ ਨੂੰ ਡਿਫਲੈਕਸ਼ਨ ਤਾਂ ਇੱਧਰ ਨੂੰ ਵੀ ਹੋ ਸਕਦੀ ਹੈ, ਤਾਂ ਰੀਡਿੰਗ ਦਾ ਕੁਛ ਪਤਾ ਨਹੀਂ ਵੀ ਕਿੱਧਰਲੇ ਪਾਸੇ ਹੋਏਗੀ। ਤਾਂ ਇੱਥੇ ਆਈਦਰ ਡਿਕਰੀਜ਼ ਔਰ ਇੰਕਰੀਜ਼ ਡਿਪੈਂਡ ਅਪੋਨ ਦਾ ਡਾਇਰੈਕਸ਼ਨ ਆਫ DC ਫੀਲਡ, ਡੀ ਆਪਸ਼ਨ ਆਏਗੀ ਇੱਥੇ। ਓਕੇ ਜੀ, ਤਾਂ ਕਰਕੇ ਆਪਾਂ ਹਮੇਸ਼ਾ ਕਹਿੰਦੇ ਵੀ ਸ਼ੀਲਡਿੰਗ ਕਰਨੀ ਚਾਹੀਦੀ ਹੈਗੀ ਸਾਨੂੰ, ਕੋਈ ਵੀ ਫੈਰੋਮੈਗਨੈਟਿਕ ਮਟੀਰੀਅਲ ਦੀ ਸਾਨੂੰ ਸ਼ੀਲਡਿੰਗ ਕਰਨੀ ਚਾਹੀਦੀ ਹੈਗੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂਗੇ। ਇੰਪੋਰਟੈਂਟ ਕੁਐਸਚਨ ਹੈ, ਇਹ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ 2014 ਦੇ ਵਿੱਚ AE ਦਾ ਪੇਪਰ ਹੋਇਆ ਸੀਗਾ, ਉਹਦੇ ਵਿੱਚ ਇਹ ਕੁਐਸਚਨ ਆਇਆ ਸੀਗਾ 2014 ਦੇ। ਉਦੋਂ ਬਾਅਦ ਤਾਂ ਗੇਟ ਲੈਣ ਲੱਗ ਗਏ ਸੀਗੇ ਨਾ, ਲਾਸਟ ਪੇਪਰ ਹੋਇਆ ਸੀਗਾ PSPCL ਦਾ, ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਇੱਕ PMMC ਐਮੀਟਰ ਹੈਗਾ ਜਿਹੜਾ ਕਿ 4 ਮਿਲੀ ਐਂਪੀਅਰ ਪੜ੍ਹ ਰਿਹਾ। ਇਟਸ ਬੋਟਮ ਸਪਰਿੰਗ ਸਨੈਪਸ ਦਾ ਮਤਲਬ ਹੁੰਦਾ ਟੁੱਟ ਗਿਆ, ਸਡਨਲੀ ਟੁੱਟ ਗਿਆ ਉਹ। ਦਾ ਮੀਟਰ ਵਿਲ ਨਾਓ ਰੀਡ ਨੀਅਰਲੀ। ਦੇਖੋ ਸਭ ਤੋਂ ਪਹਿਲਾਂ ਤਾਂ ਯਾਦ ਕਰੋ ਕਿ ਤੁਹਾਨੂੰ PMMC ਦੇ ਵਿੱਚ ਕਰਵਾਇਆ ਸੀਗਾ ਨਾਰਥ ਪੋਲ ਹੁੰਦਾ ਗਾ, ਸਾਊਥ ਪੋਲ ਹੁੰਦਾ ਗਾ, ਇਹਦੇ ਅੰਦਰਲੇ ਪਾਸੇ ਇੱਥੇ ਕੋਇਲ ਹੁੰਦੀ ਹੈਗੀ ਹੈ ਨਾ। ਇੱਕ ਉਹਦੇ ਵਿੱਚ ਇਨਕਮਿੰਗ ਲੀਡ, ਇੱਕ ਆਊਟਗੋਇੰਗ ਲੀਡ, ਇੱਕ ਹੇਠਾਂ ਸਪਰਿੰਗ, ਇੱਕ ਉੱਪਰ ਸਪਰਿੰਗ। ਸਪਰਿੰਗ ਦੋ ਕੰਮ ਕਰਦਾ ਹੈਗਾ, ਇੱਕ ਤਾਂ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਦਾ ਹੈਗਾ, ਦੂਜਾ ਇਨਕਮਿੰਗ ਅਤੇ ਆਊਟਗੋਇੰਗ ਲੀਡ ਦਾ ਕੰਮ ਵੀ ਕਰਵਾਉਂਦਾ। ਹੁਣ ਜੇ ਮੰਨ ਲਓ ਸਾਡਾ ਚਾਹੇ ਬਾਟਮ ਵਾਲਾ ਹੋਵੇ ਚਾਹੇ ਉੱਪਰ ਹੋਵੇ, ਜੇ ਸਪਰਿੰਗ ਹੀ ਟੁੱਟ ਗਿਆ ਤਾਂ ਮਤਲਬ ਕਿ ਸਰਕਟ ਉੱਥੇ ਤਾਂ ਓਪਨ ਹੋ ਗਿਆ ਨਾ ਸਰਕਟ। ਜੇ ਸਰਕਟ ਓਪਨ ਹੋ ਗਿਆ ਤਾਂ ਮਤਲਬ ਇਹਦੀ ਜਿਹੜੀ ਇਹਦੀ ਕੋਇਲ ਹੈਗੀ ਇਹਦੇ ਵਿੱਚ ਦੀ ਕੋਈ ਵੀ ਕਰੰਟ ਫਲੋ ਹੀ ਨਹੀਂ ਹੋ ਰਿਹਾ ਹੈਗਾ। ਜੇ ਕਰੰਟ ਫਲੋ ਨਹੀਂ ਹੋ ਰਿਹਾ ਹੈਗਾ ਤਾਂ ਰੀਡਿੰਗ ਵੀ ਨਹੀਂ ਜਾਣੀ ਹੈਗੀ, ਤਾਂ ਆਨਸਰ ਇਹਦਾ ਜਿਹੜਾ ਆਏਗਾ ਉਹ 0 ਆਏਗਾ। ਤਾਂ ਜਿਹੜੇ ਸਪਰਿੰਗਸ ਆਪਾਂ ਯੂਜ਼ ਕਰਦੇ ਆਂਗੇ ਸਾਡੇ PMMC ਟਾਈਪ ਇੰਸਟਰੂਮੈਂਟ ਦੇ ਵਿੱਚ, ਦੈਟ ਡਜ਼ ਨਾਟ ਯੂਜ਼ਡ ਟੂ ਕੰਟਰੋਲ ਦਾ ਟਾਰਕ, ਟੂ ਪ੍ਰੋਵਾਈਡ ਦਾ ਕੰਟਰੋਲਿੰਗ ਟਾਰਕ ਓਨਲੀ, but also used as incoming and outgoing leads to the moving coil। ਇਹ ਗੱਲ ਯਾਦ ਰੱਖਣੀ ਹੈਗੀ। ਨੈਕਸਟ ਕੁਐਸਚਨ ਆ ਜਾਓ ਜੀ। ਇੰਪੋਰਟੈਂਟ ਨੂਮੈਰੀਕਲ ਆ ਦੇਖਦੇ ਆਂਗੇ ਆਪਾਂ, ਬੜਾ ਇੰਪੋਰਟੈਂਟ ਨੂਮੈਰੀਕਲ ਆ, ਧਿਆਨ ਨਾਲ ਸੁਣਿਓ ਜੀ। ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਸੈਂਸਿਟੀਵਿਟੀ ਕੀ ਹੁੰਦੀ ਹੈ। ਇੱਕ ਵੋਲਟ ਮੀਟਰ ਦੀ ਸੈਂਸਿਟੀਵਿਟੀ, ਪਹਿਲਾਂ ਤਾਂ ਇਹ ਕੰਸੈਪਟ ਕਰੋ ਆਪਾਂ, ਵੋਲਟ ਮੀਟਰ ਸੈਂਸਿਟੀਵਿਟੀ ਹੁੰਦੀ ਕੀ ਆ, ਸੈਂਸਿਟੀਵਿਟੀ ਕੀ ਹੁੰਦੀ ਹੈਗੀ। ਇੱਕ ਵੋਲਟ ਮੀਟਰ ਦੀ ਜਿਹੜੀ ਸੈਂਸਿਟੀਵਿਟੀ ਹੁੰਦੀ ਹੈਗੀ ਉਹ ਹੁੰਦੀ ਹੈਗੀ, ਜਿਵੇਂ ਇਹਨੇ ਯੂਨਿਟ ਦੇਖੋ, ਇਹਨੇ FOM ਕਿਹਾ ਨਾ, FOM ਹੁੰਦਾ ਹੈਗਾ ਫਿਗਰ ਆਫ ਮੈਰਿਟ, ਫਿਗਰ ਆਫ ਮੈਰਿਟ। ਮਤਲਬ ਇਹ ਕਾਹਦੀ ਗੱਲ ਕਰ ਰਿਹਾ, ਸੈਂਸਿਟੀਵਿਟੀ ਦੀ ਗੱਲ ਕਰ ਰਿਹਾ ਹੈਗਾ। ਕਿਸੇ ਵੀ ਵੋਲਟ ਮੀਟਰ ਦੀ ਸੈਂਸਿਟੀਵਿਟੀ ਉਨੀ ਜ਼ਿਆਦਾ ਹੋਏਗੀ ਜਿੰਨੀ ਉਹਦੀ ਕਿਲੋ ਓਮ ਦੇ ਵਿੱਚ ਰੈਜ਼ਿਸਟੈਂਸ ਆ ਜਿਹੜੀ ਉਹ ਜ਼ਿਆਦਾ ਹੋਏਗੀ। ਮਤਲਬ ਸਪੋਜ਼ ਕਰੋ ਇੱਕ ਸਾਡੇ ਕੋਲ ਵੋਲਟ ਮੀਟਰ ਆ 0 ਤੋਂ ਲੈ ਕੇ 5 ਵੋਲਟ ਦਾ, ਇੱਕ ਵੋਲਟ ਮੀਟਰ ਆ 0 ਤੋਂ ਲੈ ਕੇ 10 ਵੋਲਟ ਦਾ। ਜਿਹੜੀ ਇਹਦੀ ਕੋਇਲ ਹੈਗੀ, ਜਿਹੜੀ ਇਹਦੀ ਇਸ ਕੋਇਲ ਦੀ ਜਿਹੜੀ ਟੋਟਲ ਰੈਜ਼ਿਸਟੈਂਸ ਹੈਗੀ ਸਪੋਜ਼ ਕਰੋ ਹੈਗੀ ਆ 100 ਕਿਲੋ ਓਮ, ਇਹਦੀ ਵੀ ਹੈਗੀ ਮੰਨ ਲਓ 100 ਕਿਲੋ ਓਮ। ਤਾਂ ਦੋਨਾਂ ਦੇ ਵਿੱਚੋਂ ਐਕੂਰੇਸੀ ਜਾਂ ਸੈਂਸਿਟੀਵਿਟੀ ਕਿਹਦੀ ਵੱਧ ਹੋਏਗੀ, ਜਿਹਦੀ ਪਰ ਵੋਲਟ ਸਾਡੇ ਕੋਲ ਕਿਲੋ ਓਮ ਵੱਧ ਆ। ਸਿਰਫ 5 ਵੋਲਟ ਵਾਸਤੇ ਸਾਨੂੰ 100 ਕਿਲੋ ਓਮ ਦੀ ਕੋਇਲ ਅਸੀਂ ਲਗਾਈ ਹੈ, ਇਹਦੇ ਵਿੱਚ 10 ਵੋਲਟ ਵਾਸਤੇ 100 ਕਿਲੋ ਓਮ ਦੀ ਕੋਇਲ ਲਵਾਈ ਹੈ। ਮਤਲਬ ਇਹਦੀ ਜਿਹੜੀ ਰੈਜ਼ਿਸਟੈਂਸ ਹੈਗੀ ਕੰਪੈਰੇਟਿਵਲੀ ਇਹਦੇ ਉਹ ਘੱਟ ਹੈਗੀ। ਤਾਂ ਪਰ ਵੋਲਟ ਅਸੀਂ ਕੱਢਣਾ ਹੁੰਦਾ ਵੀ ਜੇ ਆਪਾਂ ਇਹਦੇ ਵਿੱਚ ਪਰ ਵੋਲਟ ਕੱਢੀਏ ਵੀ 100 ਕਿਲੋ ਓਮ ਆ, ਪਰ ਵੋਲਟ ਕਿੰਨਾ ਆਏਗਾ, ਇਹ 20 ਕਿਲੋ ਓਮ ਪਰ ਵੋਲਟ ਨਹੀਂ ਆਊਗਾ ਇਹ। ਅਤੇ ਜੇ ਆਪਾਂ ਇਹਦੀ ਕੱਢੀਏ ਇਹ ਆਊਗਾ 10 ਕਿਲੋ ਓਮ ਪਰ ਵੋਲਟ। ਵੀ 5 ਵੋਲਟ ਪੈਦਾ ਕਰਨ ਵਾਸਤੇ ਆ ਸਾਰੀ ਰੈਜ਼ਿਸਟੈਂਸ ਹੈਗੀ, ਤਾਂ ਪਰ ਵੋਲਟ ਕਿੰਨੀ ਰੈਜ਼ਿਸਟੈਂਸ ਆ ਰਹੀ ਹੈਗੀ, ਉਹ ਸਾਡੀ ਆ ਰਹੀ ਹੈ 20, ਇਹਦੇ ਵਿੱਚ ਆ ਰਹੀ ਹੈ 10। ਤਾਂ ਜਿਹਦੀ ਵੈਲਿਊ ਵੱਡੀ ਹੈਗੀ, ਇਹਦੀ ਵੈਲਿਊ ਵੱਡੀ ਹੈ ਨਾ, ਤਾਂ ਇਹਦੀ ਸੈਂਸਿਟੀਵਿਟੀ ਵੱਧ ਹੋਏਗੀ, ਫਿਗਰ ਆਫ ਮੈਰਿਟ ਇਹਦੀ ਵੱਧ ਹੋਏਗੀ। ਤਾਂ ਸਾਨੂੰ ਇੱਥੋਂ ਯੂਨਿਟਾਂ ਤੋਂ ਵੀ ਪਤਾ ਲੱਗ ਰਿਹਾ, ਦੇਖੋ ਇਹਨੇ ਯੂਨਿਟ ਇਹੀ ਦਿੱਤੇ ਹੋਏ ਨੇ 10 ਕਿਲੋ ਓਮ ਪਰ ਵੋਲਟ। ਕਈ ਵਾਰੀ ਦੇਖੋ ਰਾਜੇ, ਕਈ ਵਾਰੀ ਸਾਨੂੰ ਕਿਤੇ ਕੰਸੈਪਟ ਨਾ ਪਤਾ ਹੋ ਗਿਆ, ਅਸੀਂ ਨਾ ਸਿਰਫ ਯੂਨਿਟ ਦਾ ਵੀ ਅੰਦਾਜ਼ਾ ਲਗਾ ਸਕਦੇ ਹੁੰਦੇ। ਬਹੁਤ ਥਾਵਾਂ ਦੇ ਵਿੱਚ ਸਾਨੂੰ ਨੂਮੈਰੀਕਲ ਦੇ ਵਿੱਚ ਫਾਰਮੂਲਾ ਨਾ ਵੀ ਯਾਦ ਹੋਵੇ, ਸਿਰਫ ਯੂਨਿਟਾਂ ਤੋਂ ਦੇਖ ਕੇ ਅਸੀਂ
ਅੰਦਾਜ਼ਾ ਲਗਾ ਸਕਦੇ ਹਾਂ। ਮੰਨ ਲਓ ਆਹ ਚੀਜ਼ਾਂ ਸਾਨੂੰ ਪਤਾ ਨਹੀਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇਗੀਆਂ। ਸਿਰਫ ਦੇਖੋ ਇਹਦੇ ਵਿੱਚ ਕੀ ਕਿਹਾ ਹੋਇਆ ਵੀ 2 ਵੋਲਟ ਮੀਟਰ ਨੇ ਜਿਹੜੇ ਕਿ ਫੁੱਲ ਸਕੇਲ ਰਿਫਲੈਕਸ਼ਨ ਹੈਗੀ ਉਹਨਾਂ ਦੀ 100 ਵੋਲਟ। ਤਾਂ ਮਤਲਬ 2 ਵੋਲਟ ਮੀਟਰ ਹੈਗੇ ਜਿਹੜੇ ਕਿ ਕੁੱਲ ਜਿਹੜੀ ਵੋਲਟੇਜ ਆ ਉਹਨਾਂ ਦੇ ਵਿੱਚ ਫੁੱਲ ਸਕੇਲ ਰਿਫਲੈਕਸ਼ਨ ਉਹਨਾਂ ਦੀ 100 ਵੋਲਟ ਆ। ਇਹ ਹੈਗਾ ਵੋਲਟ ਮੀਟਰ 1 ਤੇ ਵੋਲਟ ਮੀਟਰ 2 ਆ ਜਿਹੜਾ ਉਹਦੀ ਵੀ ਜਿਹੜੀ ਫੁੱਲ ਸਕੇਲ ਰਿਫਲੈਕਸ਼ਨ ਆ ਉਹ ਹੈਗੀ ਆ 100 ਵੋਲਟ। ਪਹਿਲਾ ਵੋਲਟ ਮੀਟਰ ਜਿਹੜਾ ਉਹਨੂੰ ਪਰ ਵੋਲਟ ਕਿੰਨੇ ਕਿਲੋ ਓਮ ਆ ਉਹਦੀ 10 ਕਿਲੋ ਓਮ। 1 ਵੋਲਟ ਵਾਸਤੇ ਜੇ 10 ਕਿਲੋ ਓਮ ਦੀ ਰੈਜ਼ਿਸਟੈਂਸ ਆ ਗਈ ਤਾਂ 100 ਵਾਸਤੇ ਕਿੰਨੇ ਹੋਏਗੀ, 100 ਗੁਣਾ ਵੱਧ ਹੋਏਗੀ ਨਾ। ਇਹ ਤਾਂ ਪਰ ਵੋਲਟ ਕੱਢਿਆ ਹੋਇਆ ਵੀ 1 ਵੋਲਟ ਵਾਸਤੇ ਇੰਨੀ ਰੈਜ਼ਿਸਟੈਂਸ ਆ ਗਈ। ਤਾਂ ਆਪਾਂ ਫੁੱਲ ਸਕੇਲ ਰਿਫਲੈਕਸ਼ਨ ਵਾਸਤੇ ਟੋਟਲ ਰੈਜ਼ਿਸਟੈਂਸ ਕੱਢ ਲਈ ਇਹਦੀ ਪਹਿਲੇ ਹੀ ਟੋਟਲ ਰੈਜ਼ਿਸਟੈਂਸ ਜਿਹੜੀ ਆਏਗੀ ਸਾਡੀ ਉਹ ਆਏਗੀ 100 ਗੁਣਾ 10। 10 ਕਿਲੋ 1 ਵੋਲਟ ਵਾਸਤੇ 100 ਵੋਲਟ ਨਾਲ ਅਸੀਂ ਮਲਟੀਪਲਾਈ ਕਰ ਲਿਆ। ਇਹ ਹੁਣ ਪਰ 100 ਵੋਲਟ ਹੋ ਜਾਊਗਾ ਕਿਉਂਕਿ ਫੁੱਲ ਸਕੇਲ ਰਿਫਲੈਕਸ਼ਨ ਹੈ। ਇਹਦਾ ਮਤਲਬ ਟੋਟਲ ਰੈਜ਼ਿਸਟੈਂਸ ਸਾਡੀ ਨਿਕਲੇਗੀ ਇੱਥੋਂ ਉਹ ਕਿੰਨੀ ਆ ਗਈ 1000 ਕਿਲੋ ਓਮ ਜਾਂ ਫਿਰ ਕਹਿ ਲਓ 1 ਮੈਗਾ ਓਮ ਆ ਗਈ। ਇਹ ਪਹਿਲੇ ਇੰਸਟਰੂਮੈਂਟ ਹੈ ਜਿਹੜਾ ਸਾਡਾ ਉਹਦੀ ਰੀਡਿੰਗ ਆਈ ਹੈਗੀ, ਉਹਦੀ ਅਸੀਂ ਟੋਟਲ ਰੈਜ਼ਿਸਟੈਂਸ ਕੱਢ ਲਈ। ਦੂਜੇ ਦੀ ਜੇ 20 ਕਿਲੋ ਓਮ ਆ ਗਈ, 20 ਕਿਲੋ ਓਮ ਦੇਖੋ ਨੇ ਕੀ ਲਿਖਿਆ ਪਰ ਵੋਲਟ। 20 ਕਿਲੋ ਓਮ 1 ਵੋਲਟ ਵਾਸਤੇ ਆ। ਜੇ 100 ਵੋਲਟ ਵਾਸਤੇ ਕੱਢਣਾ ਹੋਵੇ ਤਾਂ 20 ਨੂੰ ਅਸੀਂ ਮਲਟੀਪਲਾਈ ਕਰਾਂਗੇ ਨਾ 100 ਦੇ ਨਾਲ, ਤਾਂ 20 ਨੂੰ 100 ਨਾਲ ਕਰਾਂਗੇ ਸਾਡੇ ਕੋਲ ਇੱਥੋਂ ਆ ਜਾਊਗੀ 2 ਮੈਗਾ ਓਮ। ਹੁਣ ਇੱਥੋਂ ਸਾਨੂੰ ਕੀ ਪਤਾ ਲੱਗ ਰਿਹਾ ਹੈਗਾ, ਸਾਨੂੰ ਇਹ ਪਤਾ ਲੱਗ ਰਿਹਾ ਕਿ ਸਾਡੇ ਕੋਲੇ 2 ਰਜਿਸਟੈਂਸਿਸ ਨੇਗੀਆਂ। ਇਹ ਸੀਰੀਜ਼ 'ਚ ਲੱਗੇ ਹੋਏ ਨਾ ਦੋਨੇ ਵੋਲਟ ਮੀਟਰ, ਸੀਰੀਜ਼ 'ਚ ਲੱਗੇ ਹੋਏ ਦੋਨੇ ਵੋਲਟ ਮੀਟਰ। ਸਾਡੇ ਕੋਲ ਇੱਕ ਮੈਗਾ ਓਮ ਦੀ ਰਜਿਸਟੈਂਸ ਹੈਗੀ, ਇੱਕ ਹੈਗੀ ਸਾਡੇ ਕੋਲੇ 2 ਮੈਗਾ ਓਮ ਦੀ ਰਜਿਸਟੈਂਸ। ਹੁਣ ਇਹਨੇ ਪੁੱਛਿਆ ਕੀ ਹੈ, ਕਹਿੰਦਾ ਟੋਟਲ ਕੰਬੀਨੇਸ਼ਨ ਦੇ ਵਿੱਚ ਕਿੰਨਾ ਜ਼ਿਆਦਾ ਅਸੀਂ ਵੋਲਟੇਜ ਪੜ੍ਹ ਸਕਦੇ ਹਾਂ। ਤਾਂ ਸਾਨੂੰ ਪਤਾ ਕਰਨਾ ਪਏਗਾ ਇਹਦੇ ਵਿੱਚੋਂ ਸੇਫ ਲਿਮਿਟ ਕੀ ਹੈ ਕਰੰਟ ਲੰਘਾਉਣ ਦੀ। ਸੇਫ ਲਿਮਿਟ ਵਾਸਤੇ ਸਾਨੂੰ ਦੇਖਣਾ ਪਏਗਾ ਵੀ ਇਹਦੇ ਵਿੱਚੋਂ ਦੇਖੋ ਵੋਲਟੇਜ ਸਾਨੂੰ ਪਤਾ ਨਾ, ਇਸ ਇੰਸਟਰੂਮੈਂਟ ਦੀ ਟੋਟਲ ਵੋਲਟੇਜ ਪਤਾ, ਇਸ ਇੰਸਟਰੂਮੈਂਟ ਦੀ ਟੋਟਲ ਰੈਜ਼ਿਸਟੈਂਸ ਪਤਾ, ਤਾਂ ਅਸੀਂ ਕਰੰਟ ਕੱਢ ਸਕਦੇ ਇੱਥੇ ਕਰੰਟ ਕਿੰਨਾ ਆਏਗਾ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਕੱਢਾਂਗੇ ਜੀ ਕਰੰਟ। ਇੱਥੇ ਕਰੰਟ ਦੇਖੋ ਸਾਡਾ ਕਿੰਨਾ ਬਣਦਾ ਪਿਆ। ਆਈ ਦੀ ਵੈਲਿਊ ਕੀ ਹੁੰਦੀ ਹੈ ਕਿ V/R। ਤਾਂ V ਕਿੰਨਾ ਹੈਗਾ ਸਾਡਾ, V ਸਾਡਾ ਹੈਗਾ ਇੱਥੇ 100 ਵੋਲਟ। ਰਜਿਸਟੈਂਸ ਸਾਡੀ ਹੈਗੀ 1 ਮੈਗਾ, ਮਤਲਬ 1 2 3 4 5 6 ਇਹ ਆ ਜਾਏਗਾ। ਤਾਂ ਸਾਡੇ ਕੋਲੇ 2 0 ਨਾਲ 2 0 ਕੱਟ ਗਈਆਂ। ਉਸ ਤੋਂ ਬਾਅਦ 0.123 0.001 ਮਿਲੀ ਐਂਪੀਅਰ ਆ ਗਿਆ ਜੀ। ਆਹ ਕਰੰਟ ਜਿਹੜਾ ਸੇਫ ਲਿਮਿਟ ਆਫ ਕਰੰਟ ਹੈ ਜਿਹੜਾ ਇਹਦੇ ਵਿੱਚੋਂ ਲੰਘ ਸਕਦਾ ਹੈਗਾ। ਦੂਜੇ ਦੀ ਹੈਗੀ ਲਿਮਿਟ, ਇਹਦੀ ਟੋਟਲ ਵੋਲਟੇਜ ਹੈਗੀ ਹੈ 100 ਪਤਾ ਸਾਨੂੰ, ਟੋਟਲ ਰੈਜ਼ਿਸਟੈਂਸ ਹੈਗੀ ਹੈ 2 ਮੈਗਾ ਓਮ। 2 ਗੁਣਾ 10 ਦੀ ਪਾਵਰ 6, 2 3 4 5 6। 2 0 ਨਾਲ 2 0 ਕੱਟ ਗਈਆਂ। 1/2 ਦਾ ਕਿੰਨਾ ਮੈਨੂੰ ਕਰਕੇ ਦੇਖ ਲਿਓ, 1/2 ਦਾ ਹੁੰਦਾ 0.5। ਤਾਂ 0.5 ਤੋਂ ਬਾਅਦ ਕਿੰਨੀਆਂ ਜ਼ੀਰੋ ਹਜੇ ਬਚੀਆਂ ਪਈਆਂ 2 4, ਤਾਂ 4 ਪੁਆਇੰਟ ਛੱਡ ਕੇ ਇੱਧਰਲੇ ਪਾਸੇ 1 2 3 4 ਆਹ 5 1 ਤਾਂ ਹੈਗਾ ਸੀਗਾ। ਆਹ ਸਾਡੇ ਕੋਲੇ ਕਰੰਟ ਆ ਗਿਆ, ਆਹ ਸਾਡੇ ਕੋਲੇ ਕਰੰਟ ਦੀ ਵੈਲਿਊ ਆਈ ਹੈ ਇੱਥੇ। ਦੇਖੋ ਆਹ ਕਰੰਟ ਇਹਦੇ ਵਿੱਚ ਲੰਘ ਸਕਦਾ ਹੈਗਾ ਹੈ ਨਾ। ਆਹ ਬਹੁਤ ਥੋੜਾ ਕਰੰਟ ਆ ਇਹਦੇ ਵਿੱਚ, ਪਰ ਆਹ ਵੱਧ ਕਰੰਟ ਇਹਦੇ ਵਿੱਚ ਜਿਹੜੀ ਕੋਇਲ ਆਹ ਗਈ ਜਿਹੜਾ ਸਾਡਾ ਵੋਲਟ ਮੀਟਰ 2 ਉਹਦੇ ਵਿੱਚ ਇੰਨਾ ਕਰੰਟ ਉਹਦੇ ਵਿੱਚੋਂ ਆਹ ਤਾਂ ਨਹੀਂ ਲੰਘ ਸਕਦਾ ਹੈਗਾ। ਤਾਂ ਸਾਨੂੰ ਆਹ ਕਰੰਟ ਨੂੰ ਗੁਣਾ ਕਰਨਾ ਪਏਗਾ 0.0005 ਗੁਣਾ 3 ਮੈਗਾ ਓਮ। ਇਹਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਨਾ। ਮੈਗਾ ਓਮ ਦੇ ਵਿੱਚ ਕੀ ਕਰਾਂਗੇ ਆਪਾਂ 0.005 ਗੁਣਾ 3 ਗੁਣਾ 1 2 3 4 5 6 ਮੈਗਾ ਓਮ ਵਾਸਤੇ ਹੀ ਕਰਾਂਗੇ ਨਾ। ਤਾਂ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਨੇ ਸਾਡੇ ਕੋਲੇ, 5 ਅੱਖਰ ਸੀਗੇ ਹੈ ਨਾ, 5 ਅੱਖਰ ਸੀਗੇ ਨਾ। ਤਾਂ 5 ਅੱਖਰ ਤਾਂ ਆਪਾਂ 5 ਜ਼ੀਰੋ ਦਾ ਕੱਟ ਜਾਣਗੇ ਤੇ ਪਿੱਛੇ ਸਾਡੇ ਕੋਲੇ ਆ ਜਾਊਗਾ 5 ਤੀਏ 15 ਤੇ 15 ਦੇ ਪਿੱਛੇ 1 ਜ਼ੀਰੋ ਆ ਜਾਏਗੀ। 5 ਤੀਏ 15 ਤੇ ਪਿੱਛੇ 1 ਜ਼ੀਰੋ, ਤਾਂ ਸਾਡੇ ਕੋਲੇ ਟੋਟਲ ਜਿਹੜੀ ਵੋਲਟੇਜ ਆ ਰਹੀ ਹੈ ਉਹ 150 ਵੋਲਟ ਆ ਰਹੀ ਹੈ। ਕਲੀਅਰ ਹੋ ਗਈ ਜੀ ਗੱਲ ਇਹ। ਅਸੀਂ ਕੀ ਕਰਨਾ, ਪਹਿਲਾਂ ਤਾਂ ਅਸੀਂ ਦੋਨੇ ਵੋਲਟ ਮੀਟਰਾਂ ਦੀ ਰੈਜ਼ਿਸਟੈਂਸ ਕੱਢ ਲੈਣੀ ਜਿਹੜੀ ਕਿ 1 ਮੈਗਾ ਓਮ ਤੇ 2 ਮੈਗਾ ਓਮ ਆਈ ਸੀ। ਫਿਰ ਸੇਫ ਲਿਮਿਟ ਆਫ ਕਰੰਟ ਕੱਢ ਲੈਣੀ ਹੈ। ਜਿਹੜਾ ਕਰੰਟ ਘੱਟ ਹੋਊਗਾ ਅਸੀਂ ਉਹਨੂੰ ਮੰਨਣਾ ਵੀ ਇਹੀ ਕਰੰਟ ਲੰਘਾਉਣਾ, ਵੱਧ ਕਰੰਟ ਨੂੰ ਨਹੀਂ ਮੰਨਣਾ ਹੈਗਾ। ਆਹ ਛੋਟਾ ਕਰੰਟ ਜਿਹੜਾ ਆਏਗਾ ਉਹ ਕਰੰਟ ਲੈ ਲੈਣਾ ਤੇ ਦੋਨਾਂ ਦੀ ਸੀਰੀ ਦੇ ਵਿੱਚ ਰੈਜ਼ਿਸਟੈਂਸ ਲੈ ਲੈਣੀ ਹੈ ਤੇ ਪਤਾ ਲੱਗ ਜੂਗਾ ਟੋਟਲ ਵੋਲਟੇਜ ਤੁਹਾਡੀ ਬਣਦੀ ਕਿੰਨੀ ਹੈ। ਓਕੇ ਜੀ, ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਚਲੋ, scale of voltmeter is uniform, its type is। ਯੂਨੀਫਾਰਮ ਕਿਹੜੇ ਸਕੇਲ ਦਾ ਹੁੰਦਾ ਹੈਗਾ ਜੀ? ਮੂਵਿੰਗ ਆਇਰਨ ਦਾ ਹੁੰਦਾ, ਇੰਡਕਸ਼ਨ ਦਾ ਹੁੰਦਾ ਹੈਗਾ, PMC ਦਾ ਹੁੰਦਾ ਜਾਂ ਡੈਨੋਮੀਟਰ ਦਾ ਹੁੰਦਾ। ਡੈਨੋਮੀਟਰ ਦੇ ਵਿੱਚ ਪਾਵਰ ਹੁੰਦੀ ਹੈਗੀ, ਨਹੀਂ ਹੋ ਸਕਦਾ ਹੈਗਾ।
ਮੂਵਿੰਗ ਆਇਰਨ ਦਾ ਹੁੰਦਾ ਹੈਗਾ ਜੀ। ਮੂਵਿੰਗ ਆਇਰਨ ਦੇ ਵਿੱਚ ਜਿਹੜਾ ਫਾਰਮੂਲਾ ਹੁੰਦਾ ਗਾ ਉਹ ਡਿਫਲੈਕਸ਼ਨ ਆਈ ਸਕੇਅਰ ਹੁੰਦਾ ਗਾ, ਡੀ ਆਈ ਸਕੇਅਰ ਡਿਵਾਈਡਿੰਗ ਆਹ ਜਿਹੜੀ ਡਿਫਲੈਕਸ਼ਨ ਟਾਰਕ ਹੁੰਦੀ ਹੈਗੀ, ਤਾਂ ਮੂਵਿੰਗ ਆਇਰਨ ਦਾ ਵੀ ਨਹੀਂ ਹੋ ਸਕਦਾ। ਇੰਡਕਸ਼ਨ ਦਾ ਤਾਂ ਵੈਸੇ ਹੀ ਨਹੀਂ ਹੁੰਦਾ ਹੈਗਾ। ਤਾਂ ਕਾਹਦਾ ਹੁੰਦਾ, PMMC ਟਾਈਪ ਦਾ ਹੁੰਦਾ, ਇਹ ਗੱਲ ਯਾਦ ਰੱਖਣੀ ਹੈ ਜੀ। ਜਿਹੜੀ PMMC ਟਾਈਪ ਹੁੰਦਾ ਹੈਗਾ ਉਹਦਾ ਜਿਹੜਾ ਸਕੇਲ ਹੁੰਦਾ ਹੈਗਾ ਉਹ ਜਿਹੜਾ ਯੂਨੀਫਾਰਮ ਹੁੰਦਾ ਹੈਗਾ। ਯੂਨੀਫਾਰਮ ਸਕੇਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਤੁਹਾਡੇ ਕੋਲ ਸਕੇਲ ਦੇ ਵਿੱਚ ਮੰਨ ਲਓ 1 2 ਇਹਨਾਂ ਦੋਨੋਂ ਸਾਰਿਆਂ ਦੇ ਵਿੱਚ ਜਿਹੜੀ ਸਪੇਸ ਆ ਉਹ ਬਰਾਬਰ ਹੋਵੇ। ਇਹ ਨਾ ਹੋ ਵੀ ਆਹ ਤੁਹਾਡਾ ਸਕੇਲ ਹੈ, ਇੱਥੇ ਲਿਖਿਆ ਹੋਇਆ 5, ਪਹਿਲਾਂ ਤਾਂ 0 ਤੋਂ 5 ਤਾਂ ਇੰਨੇ ਕੁ ਥਾਂ 'ਚ ਆ ਗਿਆ, ਉਸ ਤੋਂ ਬਾਅਦ ਇੱਥੇ ਲਿਖਿਆ ਹੋਵੇ 6 7 8 9 10, ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ ਵੀ ਪਹਿਲਾਂ ਇੰਨੇ ਥਾਂ 'ਚ 5 ਵੈਲਿਊਜ਼ ਆ ਗਈਆਂ, ਅਗਲੇ ਇੰਨੇ ਥਾਂ ਦੇ ਵਿੱਚ ਸਿਰਫ ਇੱਕ ਹੀ ਆਈ ਹੈ, ਅਗਲੇ ਇੱਕ ਹੀ ਆਈ ਹੈ, ਇੱਕ ਹੀ ਆਈ ਹੈ, ਇਹ ਨਹੀਂ ਹੋਣਾ ਚਾਹੀਦਾ। ਲਓ ਜੀ ਅੱਗੇ ਚੱਲਦੇ ਆਂਗੇ ਫਿਰ ਆਪਾਂ ਹੁਣ ਨੈਕਸਟ ਕੁਐਸਚਨ ਦੇਖੋ ਜੀ। 7ਵੇਂ ਦਾ ਜਿਹੜਾ ਗਾ ਦ ਐਡਵਾਂਟੇਜ ਆਫ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਇੰਸਟਰੂਮੈਂਟ, PMMC ਜਿਹੜੇ ਇੰਸਟਰੂਮੈਂਟਸ ਹੁੰਦੇ ਹੈਗੇ ਉਹਨਾਂ ਦੀ ਐਡਵਾਂਟੇਜ ਕੀ ਹੈਗੀ। ਇਹਦੇ ਵਿੱਚੋਂ ਕੁਛ ਚੀਜ਼ਾਂ ਦਾ ਜੇ ਸਾਨੂੰ ਆਨਸਰ ਪਤਾ ਤਾਂ ਬਹੁਤ ਵਧੀਆ ਗੱਲ ਹੈਗੀ, ਅਦਰਵਾਈਜ਼ ਇਹਨਾਂ ਨੂੰ ਨਾ ਆਪਾਂ ਔਡ ਵਨ ਆਊਟ ਕਰ ਸਕਦੇ ਹਾਂਗੇ। ਔਡ ਵਨ ਆਊਟ ਕਿੱਦਾਂ ਕਰ ਸਕਦੇ ਹਾਂ ਕਿ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਸਿਰਫ DC ਪੜ੍ਹਦੇ ਹੈਗੇ, AC DC ਦੋਨੇ ਨਹੀਂ ਪੜ੍ਹਦੇ, ਤਾਂ D ਆਪਸ਼ਨ ਤਾਂ ਵੈਸੇ ਹੀ ਗਲਤ ਹੋ ਗਈ ਨਾ। ਅਗਲੀ ਗੱਲ ਫ੍ਰੀ ਫਰੋਮ ਫ੍ਰਿਕਸ਼ਨ, ਕਿ ਜਿਹੜਾ ਸਾਡੀ ਆ ਕੋਇਲ ਹੁੰਦੀ ਹੈਗੀ, ਅਸੀਂ ਕਿਹਾ ਸੀਗਾ ਇੱਕ ਪਿਵਟ ਦੇ ਉੱਪਰ ਜਿਹੜੀ ਕੋਇਲ ਹੈਗੀ ਸਾਡੀ, ਇਹਦੀ ਕੋਇਲ ਮੂਵਿੰਗ ਕੋਇਲ ਹੁੰਦੀ ਹੈ ਨਾ PMMC ਟਾਈਪ ਦੀ, ਜੇ ਮੂਵਿੰਗ ਹੁੰਦੀ ਹੈਗੀ ਤਾਂ ਕਿਤੇ ਨਾ ਕਿਤੇ ਤੈਨੂੰ ਪਿਵਟ ਦੇ ਉੱਪਰ ਕਿਤੇ ਨਾ ਕਿਤੇ ਤੈਨੂੰ ਰੱਖਣਾ ਹੀ ਪਏਗਾ ਨਾ, ਤਾਂ ਇੱਥੇ ਫ੍ਰਿਕਸ਼ਨ ਤਾਂ ਹੋਵੇਗੀ ਹੀ ਹੋਵੇਗੀ। ਤਾਂ ਫ੍ਰੀ ਫਰੋਮ ਫ੍ਰਿਕਸ਼ਨ ਨਹੀਂ ਹੋ ਸਕਦੇ ਹੈਗੇ। ਫ੍ਰੀ ਫਰੋਮ ਫ੍ਰਿਕਸ਼ਨ ਤਾਂ ਉਹ ਹੁੰਦੇ ਹੈਗੇ ਜਿਹੜੇ ਸਟੈਟਿਕ ਹੋਣ, ਜਿਵੇਂ ਕੋਈ ਸਟੈਟਿਕ ਡਿਵਾਈਸਿਸ ਹੋ ਗਏ ਜਾਂ ਕੋਈ ਵੀ ਡਿਜੀਟਲ ਇਲੈਕਟ੍ਰੋਨਿਕ ਡਿਵਾਈਸਿਸ ਹੋ ਗਏ, ਤੁਹਾਡੇ ਸੋਲਿਡ ਸਟੇਟ ਡਿਵਾਈਸਿਸ ਹੋ ਗਏ, ਉਹ ਹੁੰਦੇ ਨੇਗੇ। ਇਹ ਤਾਂ ਐਨਾਲੌਗ ਆ, ਐਨਾਲੌਗ ਦੇ ਵਿੱਚ ਤਾਂ ਜਿਹੜੀ ਤੁਹਾਡੀ ਮੂਵਮੈਂਟ ਹੋਵੇਗੀ। ਤਾਂ ਅਗਲੀ ਗੱਲ ਜਿਹੜੀ ਹੈਗੀ ਸਾਡੀ ਟਾਰਕ ਟੂ ਵੇਟ ਰੇਸ਼ੋ, ਸਾਨੂੰ ਪਤਾ ਵੀ ਨਾ ਜਿਹੜੀ ਸੈਂਸਿਟੀਵਿਟੀ ਹੁੰਦੀ ਹੈ PMMC ਦੀ, ਆਪਾਂ ਐਡਵਾਂਟੇਜ ਦੇ ਵਿੱਚ ਪੜ੍ਹਿਆ ਸੀਗਾ ਕਿ ਇਹਨਾਂ ਦੀ ਸੈਂਸਿਟੀਵਿਟੀ ਹਾਈ ਹੁੰਦੀ ਹੈ, ਉਹ ਤਾਂ ਹੀ ਹਾਈ ਹੁੰਦੀ ਹੈ ਜੇ ਇਹਨਾਂ ਦੀ ਟਾਰਕ ਬਾਈ ਵੇਟ ਰੇਸ਼ੋ ਜਿਹੜੀ ਹੋਏਗੀ ਜ਼ਿਆਦਾ ਹੋਏਗੀ, ਕਿਉਂਕਿ ਸਾਨੂੰ ਪਤਾ ਵੀ ਇਹ ਜਿਹੜੀ PMMC ਟਾਈਪ ਹੁੰਦੇ ਨੇਗੇ ਇਹਨਾਂ ਦੀ ਐਕੂਰੇਸੀ ਵੀ ਵਧੀਆ ਹੁੰਦੀ ਹੈਗੀ, ਅਤੇ ਸੈਂਸਿਟੀਵਿਟੀ ਵੀ ਗੁੱਡ ਹੁੰਦੀ ਹੈਗੀ, ਅਤੇ ਫ੍ਰੀ ਫਰੋਮ ਸਟ੍ਰੇ ਲੋਡ ਲਾਸਿਸ ਵੀ ਹੁੰਦੇ ਨੇਗੇ। ਓਕੇ ਜੀ, ਨੈਕਸਟ ਕੁਐਸਚਨ ਵੱਲ ਵੱਧਦੇ ਆਂਗੇ। ਫੋਰ ਅ ਗਿਵਨ ਫ੍ਰੀਕੁਐਂਸੀ ਡਿਫਲੈਕਸ਼ਨ ਟਾਰਕ ਆਫ ਇੰਡਕਸ਼ਨ ਐਮੀਟਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ, ਜੇ ਇੰਡਕਸ਼ਨ ਐਮੀਟਰ ਦੀ ਗੱਲ ਕੀਤੀ ਪਈ ਹੈ, ਇੰਡਕਸ਼ਨ ਤਾਂ ਪਤਾ ਹੀ ਆ ਸਾਨੂੰ ਕੀ ਹੁੰਦਾ ਹੈਗਾ ਹੈ ਨਾ। ਇੰਡਕਸ਼ਨ ਦੇ ਵਿੱਚ ਜਿਹੜੇ ਆਪਣੇ ਕੋਲ ਇੰਡਕਸ਼ਨ ਆਪਾਂ ਡਾਇਨਾਮੀਟਰ ਟਾਈਪ ਪੜ੍ਹਿਆ ਸੀਗਾ ਨਾ ਵੈਸੇ, ਅਤੇ ਇਹਦੇ ਵਿੱਚ ਜਿਹੜਾ ਬਣੇਗਾ 2 ਕੋਇਲਾਂ ਹੁੰਦੀਆਂ ਨੇ, ਜਿਹੜਾ ਵੀ ਇੰਡਕਸ਼ਨ ਅਸੀਂ ਪੜ੍ਹਦੇ ਆਂਗੇ ਇਹਦੇ ਵਿੱਚ 2 ਕੋਇਲਾਂ ਹੁੰਦੀਆਂ ਨੇਗੀਆਂ ਹੈ ਨਾ। ਇੱਕ ਸੀਰੀਜ਼ ਕੋਇਲ ਹੁੰਦੀ ਹੈ, ਇਸੇ ਕੋਇਲ ਨੂੰ ਸੀਰੀਜ਼ ਦੇ ਵਿੱਚ ਇੱਥੇ ਕਿੱਥੇ ਬਾਉਂਡ ਕੀਤੀ ਹੁੰਦੀ ਹੈਗੀ, ਅਤੇ ਇਹਨਾਂ ਦੋਨਾਂ ਕੋਇਲਾਂ ਕਰਕੇ ਜਿਹੜਾ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਫੀਲਡ ਬਣੇਗਾ, ਉਹ ਫੀਲਡ ਦੇ ਕਰਕੇ ਇਹਦੇ ਵਿੱਚ ਜਿਹੜੀ ਡਿਸਕ ਹੈਗੀ ਉਹ ਰਿਵੋਲਵ ਹੋਏਗੀ ਸੌਰੀ। ਤਾਂ ਜਿਹੜੇ ਡਿਫਲੈਕਸ਼ਨ ਟਾਈਪ ਜੇ ਇੰਸਟਰੂਮੈਂਟ ਨੇਗੇ ਜਿਹੜੇ ਐਮੀਟਰ, ਇਹਦੇ ਵਿੱਚ ਜਿਹੜਾ ਹੋਊਗਾ ਇਹਦਾ ਕਰੰਟ ਦਾ ਜਿਹੜਾ ਹੁੰਦਾ ਸਕੇਅਰ ਟਾਈਮ ਹੁੰਦਾ ਹੈਗਾ, ਇਹ ਯਾਦ ਰੱਖਣਾ ਹੈਗਾ। ਡਿਫਲੈਕਸ਼ਨ ਟਾਰਕ ਕੀ ਹੁੰਦੀ ਹੈ, ਜਿਹੜੀ ਕਰੰਟ ਦੇ ਸਕੇਅਰ ਟਾਈਮ ਹੁੰਦੀ ਹੈਗੀ। ਅਗਲਾ ਕੁਐਸਚਨ ਦੇਖ ਲੈਂਦੇ ਹੈਗੇ। ਦੇਖੋ ਜੀ, ਇਹ DC ਵੋਲਟ ਮੀਟਰ ਹੈ ਦੇ ਸੈਂਸਿਟੀਵਿਟੀ ਆਫ 100 ਓਮ ਪਰ ਵੋਲਟ, ਪਹਿਲਾਂ ਵਰਗੇ ਕੁਐਸਚਨ ਆ ਗਿਆ, ਬਿਨਾਂ ਕਿਸੇ ਫਾਰਮੂਲੇ ਤੋਂ ਸੋਲਵ ਕਰਾਂਗੇ ਇਹਨੂੰ ਆਪਾਂ, ਵੀ ਪਰ ਵੋਲਟ ਕਿੰਨੇ ਦਾ ਸਕੇਲ ਹੈਗਾ, 1000 ਦਾ, 1000 ਓਮ ਦਾ, 1000 ਓਮ ਦਾ। ਵੈਨ ਇਟ ਮਈਅਰਸ ਹਾਫ ਆਫ ਫੁੱਲ ਸਕੇਲ, ਮਤਲਬ ਜਿੰਨਾ ਵੀ ਫੁੱਲ ਸਕੇਲ ਆ ਉਹਦਾ, ਕਿੰਨਾ ਫੁੱਲ ਸਕੇਲ ਉਹਦਾ 100 ਵੋਲਟ, ਉਦੋਂ ਅੱਧੀ ਰੀਡਿੰਗ ਆ ਰਹੀ ਹੈ, ਰੀਡ ਅੱਧਾ ਕਰ ਰਿਹਾ ਹੈਗਾ। ਇਟ ਮਈਅਰਸ ਹਾਫ ਆਫ ਫੁੱਲ ਸਕੇਲ ਰੀਡਿੰਗ, ਵੀ ਪ੍ਰੈਜੈਂਟਲੀ ਜਿਹੜਾ ਉਹਦੇ ਵਿੱਚ ਕਰੰਟ ਫਲੋ ਹੋ ਰਿਹਾ ਹੈਗਾ ਉਹ ਅੱਧਾ ਫਲੋ ਹੋ ਰਿਹਾ ਜਿੰਨਾ ਟੋਟਲ ਹੋਣਾ ਚਾਹੀਦਾ ਸੀਗਾ। ਤਾਂ ਪਹਿਲਾਂ ਤਾਂ ਆਪਾਂ ਫੁੱਲ ਲੋਡ ਕਰੰਟ ਕੱਢ ਲੈਂਦੇ ਵੀ ਵੱਧ ਤੋਂ ਵੱਧ ਜਦੋਂ ਫੁੱਲ ਸਕੇਲ ਡਿਫਲੈਕਸ਼ਨ ਹੋਊਗੀ ਉਦੋਂ ਕਰੰਟ ਕਿੰਨਾ ਫਲੋ ਹੋਊਗਾ। ਤਾਂ ਪਹਿਲਾਂ ਫੁੱਲ ਸਕੇਲ ਕੱਢਣ ਵਾਸਤੇ ਸਾਨੂੰ ਕੱਢਣਾ ਪਊਗਾ ਜਿਹੜੀ ਆ ਸਾਡੀ ਸੈਂਸਿਟੀਵਿਟੀ ਦਿੱਤੀ ਹੋਈ ਹੈਗੀ ਇਹਨਾਂ ਨੇ, ਸੈਂਸਿਟੀਵਿਟੀ ਕਿਹਾ ਹੋਇਆ ਉਹਨੇ ਵੀ 1000 ਓਮ ਆ ਪਰ ਵੋਲਟ, 1 ਵੋਲਟ ਵਾਸਤੇ ਕਿੰਨੇ ਓਮ ਨੇਗੇ 1000, ਤਾਂ ਰੇਂਜ ਕਿੰਨੀ ਹੈ ਜੀ 100 ਵੋਲਟ, ਤਾਂ 100 ਵੋਲਟ ਵਾਸਤੇ ਕਿੰਨੇ ਹੋਣਗੇ ਜੀ, ਇਹਦੇ ਪਿਛਲੇ ਪਾਸੇ 100 2 ਜ਼ੀਰੋ ਲਗਾ ਦਿਓ, ਹੋਰ ਆ ਓਮ ਬਣ ਗਏ। ਤਾਂ ਇੱਥੋਂ ਅਸੀਂ ਕਰੰਟ ਕੱਢ ਸਕਦੇ ਹਾਂ, ਫੁੱਲ ਸਕੇਲ ਜਿਹੜਾ ਕਰੰਟ ਹੋਏਗਾ ਸਾਡਾ, ਫੁੱਲ ਸਕੇਲ ਡਿਫਲੈਕਸ਼ਨ ਕਰੰਟ ਹੋਏਗਾ, ਉਹ ਫੁੱਲ ਸਕੇਲ ਵੋਲਟੇਜ ਹੋਏਗੀ ਫੁੱਲ ਸਕੇਲ, ਅਤੇ ਟੋਟਲ ਸਾਡੀ ਰਜਿਸਟੈਂਸ ਹੋਏਗੀ, ਜਿਹੜੀ ਇੰਟਰਨਲ ਰਜਿਸਟੈਂਸ ਹੋਏਗੀ। ਤਾਂ ਇੱਥੋਂ ਕਰਕੇ ਦੇਖ ਲਓ ਜੀ, ਵੋਲਟੇਜ ਸਾਡੀ ਹੈਗੀ 100, ਅਤੇ ਜਿਹੜੀ ਰਜਿਸਟੈਂਸ ਆ ਸਾਡੀ 3 ਜ਼ੀਰੋ ਆ 2 ਹੋਰ, ਇਹਦੇ ਨਾਲ ਆ ਕੱਟ ਗਿਆ 1/3 ਜ਼ੀਰੋ ਨੇਗੀਆਂ, ਤਾਂ ਇਹ ਉੱਪਰ ਆ ਜਾਣਗੀਆਂ,
ਕੀ ਲਿਖਾਂਗੇ ਆਪਾਂ 1 ਗੁਣਾ 10 ਦੀ ਪਾਵਰ -3 ਆਏਗਾ ਨਾ। ਤਾਂ ਇਟ ਮੀਨਸ 1 ਮਿਲੀ ਐਂਪੀਅਰ ਆ ਗਿਆ ਕਰੰਟ। ਇਹ ਸਾਡਾ ਕਿਹੜਾ ਕਰੰਟ ਆਏਗਾ? ਫੁੱਲ ਸਕੇਲ ਕਰੰਟ ਆਇਆ, ਫੁੱਲ ਸਕੇਲ, ਜੇ ਸਾਡਾ ਮੀਟਰ ਪੂਰੀ ਰੀਡਿੰਗ ਪੜ੍ਹ ਰਿਹਾ ਹੋਵੇਗਾ। ਪਰ ਉਹ ਕਿੰਨੀ ਰੀਡਿੰਗ ਪੜ੍ਹ ਰਿਹਾ ਹੈਗਾ? ਹਾਫ ਆਫ ਫੁੱਲ ਸਕੇਲ, ਮਤਲਬ ਇਸ ਰੀਡਿੰਗ ਦਾ ਅੱਧਾ ਕਰਨਾ ਪਏਗਾ, ਜਿਹੜੀ ਕੀ ਹੋਏਗੀ ਤੁਹਾਡੀ, ਕੀ ਸੀ ਆਪਸ਼ਨ ਬਣੇਗੀ ਤੁਹਾਡੀ। 0.5 ਮਿਲੀ ਐਂਪੀਅਰ ਆਂਸਰ ਆ ਜਾਏਗਾ। ਠੀਕ ਹੋ ਗਈ ਜੀ ਗੱਲ। ਇਹ ਅੱਗੇ ਚੱਲਦੇ ਆਂਗੇ ਆਪਾਂ। ਅੱਗੇ ਸਾਡੇ ਕੋਲ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਐਮੀਟਰ ਰੇਂਜ ਐਕਸਟੈਂਸ਼ਨ ਦਾ। ਕਹਿੰਦਾ ਇੱਕ ਐਮੀਟਰ ਹੈਗਾ ਜਿਹਦੀ ਕਿ ਆਪਣੀ ਜਿਹੜਾ ਕਰੰਟ ਹੈਗਾ ਉਹ 100 ਮਾਈਕਰੋਐਂਪੀਅਰ ਆ। ਆਪਾਂ ਬਣਾ ਲੈਂਦੇ ਹਾਂ ਪਹਿਲਾਂ। ਇੱਕ ਐਮੀਟਰ ਹੈਗਾ, ਰੇਂਜ ਐਕਸਟੈਂਸ਼ਨ ਦਾ ਕੁਐਸਚਨ ਹੈਗਾ ਇਹ। ਇਹਦੀ ਆਪਣੇ ਦੇ ਵਿੱਚ ਜਿਹੜਾ ਕਰੰਟ ਜਾ ਰਿਹਾ ਉਹ 100 ਮਾਈਕਰੋਐਂਪੀਅਰ ਜਾ ਰਿਹਾ ਹੈਗਾ। ਜਿਹੜੀ ਦੀ ਰੈਜ਼ਿਸਟੈਂਸ ਹੈਗੀ ਉਹ ਹੈਗੀ ਆ 100 ਓਮ। ਫॉर ਐਕਸਟੈਂਡਿੰਗ ਇਟਸ ਰੇਂਜ ਅਪ ਟੂ 500 ਮਾਈਕਰੋਐਂਪੀਅਰ। ਆਪਾਂ 500 ਮਾਈਕਰੋਐਂਪੀਅਰ ਤੱਕ ਬਣਾਉਣਾ ਇਹਨੂੰ। 500 ਮਾਈਕਰੋਐਂਪੀਅਰ ਤੱਕ ਇਹ ਤਾਂ ਕਹਿੰਦਾ ਸ਼ੰਟ ਦੇ ਵਿੱਚ ਕਿੰਨੇ ਦੀ ਰੈਜ਼ਿਸਟੈਂਸ ਲਗਾਈ ਹੈ। ਹੁਣ ਆਪਾਂ ਨੂੰ ਪਤਾ ਜਿਹੜੀ ਆਹ ਹੈਗੀ ਬ੍ਰਾਂਚ, ਇਸ ਬ੍ਰਾਂਚ ਦੇ ਵਿੱਚ ਜਿਹੜਾ ਮੈਕਸਿਮਮ ਕਰੰਟ ਜਾ ਸਕਦਾ ਉਹ 100 ਹੀ ਜਾ ਸਕਦਾ। ਜੇ ਰੇਂਜ ਐਕਸਟੈਂਡ ਕਰਨੀ ਹੈ 500 ਤੱਕ, ਇਹਦਾ ਮਤਲਬ ਸਾਨੂੰ ਕਿੰਨੀ ਵੈਲਿਊ ਨੂੰ ਸ਼ੰਟ ਕਰਨਾ ਪਊਗਾ? ਸਾਨੂੰ 400 ਮਾਈਕਰੋਐਂਪੀਅਰ ਕਰੰਟ ਨੂੰ ਇੱਧਰ ਦੀ ਭੇਜਣਾ ਪਏਗਾ ਸ਼ੰਟ ਵਿੱਚ ਦੀ। ਹੁਣ ਚਾਹੇ ਤਾਂ ਇਹਨੂੰ ਫਾਰਮੂਲੇ ਲਗਾ ਲਗਾ ਕੇ ਕਰੀ ਜਾਓ, ਜਾਂ ਸਿੱਧਾ ਜਿਹਾ ਇੱਕ ਚੀਜ਼ ਦੇਖੋ ਵੀ 100 ਤੋਂ ਕਿੰਨੇ ਗੁਣਾ ਵੱਧਦਾ ਕਰੰਟ ਤੁਹਾਡਾ। ਇੱਥੇ 100 ਫਲੋ ਕਰਨਾ, ਇੱਥੇ 400 ਫਲੋ ਹੋਊਗਾ, ਤਾਂ ਹੀ ਕੁੱਲ 500 ਬਣੂਗਾ ਨਾ। ਤਾਂ ਕਿੰਨੇ ਗੁਣਾ ਵਧਾਉਣਾਗਾ ਆਪਾਂ ਕਰੰਟ ਨੂੰ? 4 ਗੁਣਾ ਵਧਾਉਣਾ ਕਰੰਟ ਨੂੰ ਆਪਾਂ, ਆਈ ਨੂੰ 4 ਗੁਣਾ ਵਧਾਉਣਾ। ਤਾਂ ਰੈਜ਼ਿਸਟੈਂਸ ਨੂੰ ਕੀ ਕਰਨਾ ਪਏਗਾ? 4 ਗੁਣਾ ਘਟਾਉਣਾ ਪਏਗਾ, ਤਾਂ ਹੀ ਇਹਨਾਂ ਦੀ ਰੇਸ਼ੋ ਬਰਾਬਰ ਬਣੂਗੀ ਨਾ। ਤਾਂ ਜੇ 100 ਓਮ ਦੀ ਰੈਜ਼ਿਸਟੈਂਸ ਆ ਗਈ, ਇੱਥੇ ਕਿੰਨੀ ਹੋਊਗੀ? 4 ਗੁਣਾ ਘਟਾ ਦਿਓ ਰੈਜ਼ਿਸਟੈਂਸ ਨੂੰ, ਕਿੰਨੀ ਆ ਗਈ? 25 ਓਮ ਆ ਗਈ। ਆ ਲਓ ਆਂਸਰ ਅਸੀਂ। ਚਾਹੇ ਤਾਂ ਇਦਾਂ ਕਰ ਲਓ, ਚਾਹੇ ਤੁਸੀਂ ਆਪਣੇ ਫਿਰ ਫਾਰਮੂਲੇ 'ਚ ਉਲਝਣਾ ਜਾਂ ਰੋਜ਼ ਵੀ ਉਲਝ ਲਓ। ਮੈਂ ਚਾਹੁੰਦਾ ਵੀ ਤੁਸੀਂ ਰੀਜ਼ਨਿੰਗ ਨਾਲ ਕਰੋ ਇਹ ਕੁਐਸਚਨ ਨੂੰ। ਆ ਲਓ ਫਾਰਮੂਲੇ ਨਾਲ ਦੇਖ ਲਓ। ਆਪਾਂ ਕਹਿੰਦੇ ਹੁੰਦੇ ਵੀ ਜਦੋਂ ਕਦੇ ਵੀ ਸਾਡੇ ਕੋਲੇ ਦੋ ਬ੍ਰਾਂਚਿਸ ਆਪਣੇ ਕੋਲੇ ਪੈਰਲਲ ਦੇ ਵਿੱਚ ਹੁੰਦੀਆਂ ਨੇਗੀਆਂ, ਇੱਕ ਬ੍ਰਾਂਚ ਇਹਦੇ ਵਿੱਚ ਹੈਗਾ 100 ਮਾਈਕਰੋਐਂਪੀਅਰ ਕਰੰਟ, ਇੱਥੇ ਰੈਜ਼ਿਸਟੈਂਸ ਹੈਗੀ ਹੈ ਜੀ ਸਾਡੀ ਕਿੰਨੀ ਦਿੱਤੀ ਹੋਈ ਸੀ? 100 ਸੀਗੀ। ਇੱਧਰ ਦੀ ਅਸੀਂ ਬਾਈਪਾਸ ਕਰਨਾ, ਇੱਥੇ ਕੁੱਲ ਕਰੰਟ ਫਲੋ ਕਰਵਾਉਣਾ ਗਾ 500 ਮਾਈਕਰੋਐਂਪੀਅਰ। ਤਾਂ ਬਾਈਪਾਸ ਕਰਵਾਉਣਾ ਪਏਗਾ ਸਾਨੂੰ 400 ਮਾਈਕਰੋਐਂਪੀਅਰ। ਰੈਜ਼ਿਸਟੈਂਸ ਇੱਥੇ ਸਾਨੂੰ ਪਤਾ ਨਹੀਂ। ਸਾਨੂੰ ਪਤਾ ਵੀ ਆਹ ਦੋਨੇ ਜਿਹੜੀਆਂ ਰੈਜ਼ਿਸਟੈਂਸ ਨੇਗੀਆਂ, ਆਹ ਇੱਥੋਂ ਲੈ ਕੇ ਇਹ ਜਿਹੜੀਆਂ ਇੱਕ ਤਾਂ ਆਹ ਅਤੇ ਇੱਕ ਆਹ, ਇਹ ਦੋਨੇ ਪੈਰਲਲ ਦੇ ਵਿੱਚ ਨੇ। ਤਾਂ ਪੈਰਲਲ ਦੇ ਵਿੱਚ ਵੋਲਟੇਜ ਬਰਾਬਰ ਹੁੰਦੀ ਹੈ। ਅਤੇ ਵੋਲਟੇਜ ਇਹਨਾਂ ਦੀ ਹੈ ਕਿੰਨੀ ਹੈਗੀ? ਇਹਦੀ ਰੈਜ਼ਿਸਟੈਂਸ ਅਤੇ ਇਹਦਾ ਕਰੰਟ, ਜਿਹੜਾ ਇਹਦੀ ਆਹ ਕਰੰਟ ਅਤੇ ਆਹ ਰੈਜ਼ਿਸਟੈਂਸ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ। ਆਹ ਕਰੰਟ ਨੂੰ ਅਤੇ ਆਹ ਰੈਜ਼ਿਸਟੈਂਸ ਨੂੰ ਆਪਸ 'ਚ ਮਲਟੀਪਲਾਈ ਕਰਾਂਗੇ, ਫਿਰ ਇਹ ਵੋਲਟੇਜ ਬਣੂ। ਤਾਂ x ਗੁਣਾ 400 ਇਜ਼ ਇਕਲ ਟੂ 100 ਗੁਣਾ ਜਿਹੜਾ ਆਹ 100 ਲਿਖਿਆ ਗੁਣਾ 100। ਤਾਂ x ਦੀ ਵੈਲਿਊ ਇੱਥੋਂ ਕੱਢ ਲਓ ਜੀ, ਕਿੰਨੀ ਆਈ ਹੈ? 100 ਗੁਣਾ 100 ਡਿਵਾਈਡ ਬਾਈ 400। ਇਹ ਨਾਲ ਆ ਕੱਟ ਗਿਆ, ਦੇਖ ਲਓ ਜੀ ਕਿੰਨਾ ਆ ਗਿਆ। ਫਿਰ ਵੀ ਆਂਸਰ ਤੁਹਾਡਾ ਇਹ 25 ਓਮ ਹੀ ਬਣੇਗਾ, ਕਿੱਦਾਂ ਮਰਜ਼ੀ ਕਰ ਲਓ। ਨੈਕਸਟ ਚੱਲਦੇ ਆਂਗੇ ਆਪਾਂ। A magazine swamp resistance is connected in series with moving coil ammeter consisting a milliammeter and suitable shunt in order to। ਦੇਖੋ ਜੀ ਇਹ ਯਾਦ ਰੱਖਣਾ, ਜਿਹੜਾ ਮੈਗਨੀਨ ਹੈ ਨਾ ਇੱਕ ਇਹੋ ਜਿਹਾ ਮਟੀਰੀਅਲ ਅਲੋਏ ਹੈਗਾ ਇਹ, ਜਿਹੜਾ ਕਿ ਨੈਗੇਟਿਵ ਇਹ ਜਿਹੜਾ ਕਿ 0 ਟੈਂਪਰੇਚਰ ਕੋਫੀਸ਼ੀਐਂਟ ਹੈ। ਇਹ 0 ਟੈਂਪਰੇਚਰ ਕੋਫੀਸ਼ੀਐਂਟ ਹੈਗਾ। ਜਿਹੜਾ ਸਾਡਾ ਐਮੀਟਰ ਦੀ ਆਪਣੀ ਕੋਇਲ ਹੁੰਦੀ ਹੈਗੀ, ਉਹ ਕਾਹਦੀ ਬਣੀ ਹੁੰਦੀ ਹੈ? ਕਾਪਰ ਦੀ। ਤਾਂ ਕਾਪਰ ਵੈਸੇ ਕੀ ਹੁੰਦਾ ਹੈਗਾ? ਟੈਂਪਰੇਚਰ ਦੇ ਵਧਣ ਨਾਲ ਉਹਦੀ ਰੈਜ਼ਿਸਟੈਂਸ ਵੱਧਦੀ ਆ, ਉਹ ਪੋਜ਼ੀਟਿਵ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ। ਤਾਂ ਬਾਈ ਚਾਂਸ ਜੇ ਕਦੇ ਸਾਡੇ ਐਮੀਟਰ ਦਾ ਟੈਂਪਰੇਚਰ ਵੱਧ ਜੂਗਾ, ਤਾਂ ਉਹਦੀ ਰੈਜ਼ਿਸਟੈਂਸ ਵਧਣ ਕਰਕੇ ਸਾਡੀ ਜਿਹੜੀ ਕਰੰਟ ਕੈਰਿੰਗ ਕੈਪੈਸਿਟੀ ਆ ਉਹ ਘੱਟ ਜੂਗੀ, ਜਾਂ ਉਹਦੇ ਵਿੱਚ ਐਰਰ ਆਊਗਾ ਰੀਡਿੰਗ ਦੇ ਵਿੱਚ। ਤਾਂ ਉਸ ਚੀਜ਼ ਨੂੰ, ਉਸ ਇਫੈਕਟ ਨੂੰ ਖ਼ਤਮ ਕਰਨ ਵਾਸਤੇ ਅਸੀਂ ਕੀ ਕਰਦੇ ਆਂਗੇ? ਜਿਹੜੀ ਸਾਡੀ ਕੋਇਲ ਹੁੰਦੀ ਹੈਗੀ, ਜਿਹੜੀ ਆਹ ਕੋਇਲ ਆ, ਇਹਦੇ ਸੀਰੀਜ਼ ਦੇ ਵਿੱਚ ਇੱਕ ਸਵੈਂਪ ਰਜਿਸਟਰ ਲਗਾਉਣੇ ਆ, ਜਿਹੜਾ ਕਿ ਮੈਗਨੀਨ ਦਾ ਬਣਿਆ ਹੁੰਦਾ, ਇਹਨੂੰ ਸਵੈਂਪ ਰਜਿਸਟਰ ਕਹਿੰਦੇ ਆ। ਅਤੇ ਪੂਰਾ ਜਿਹੜਾ ਸਾਡਾ ਹੁੰਦਾ ਹੈਗਾ, ਜਿਹੜਾ ਪੂਰਾ ਇਹਨੂੰ ਅਸੀਂ ਫਿਰ ਪੈਰਲਲ ਕਰ ਦਿਆਂਗੇ ਜਿਹੜਾ ਸ਼ੰਟ ਹੁੰਦਾ ਹੈਗਾ। ਹੁਣ ਇਸ ਵੇਲੇ ਜਿਹੜਾ ਸ਼ੰਟ ਲਗਾਇਆ ਹੋਇਆ ਅਤੇ ਆਹ ਲਗਾਇਆ ਹੋਇਆ ਹੈਗਾ, ਜਦੋਂ ਕਦੇ ਟੈਂਪਰੇਚਰ ਵਧੂਗਾ ਤਾਂ ਇੱਕ ਥੋੜ੍ਹਾ ਜਿਹਾ ਨੈਗੇਟਿਵ ਟੈਂਪਰੇਚਰ ਜਾਂ ਫਿਰ 0 ਟੈਂਪਰੇਚਰ ਕੋਫੀਸ਼ੀਐਂਟ ਆ, ਇੱਕ ਇੱਧਰਲੇ ਪਾਸੇ 0 ਟੈਂਪਰੇਚਰ ਕੋਫੀਸ਼ੀਐਂਟ ਆ। ਤਾਂ ਇਹ ਕਿਹਨੂੰ ਨਲੀਫਾਈ ਕਰਨਗੇ? ਇਹ ਟੈਂਪਰੇਚਰ ਵੇਰੀਏਸ਼ਨ ਨੂੰ ਨਲੀਫਾਈ ਕਰਨਗੇ, ਇਸ ਇਫੈਕਟ ਨੂੰ ਵੇਰੀਫਾਈ ਕਰਨਗੇ, ਇਹਨੂੰ ਮਿਨੀਮਾਈਜ਼ ਕਰਨਗੇ। ਤੇ ਵੀ ਯਾਦ ਰੱਖਣਾ, ਮੈਗਨੀਨ ਸਵੈਂਪ ਰਜਿਸਟਰ ਕਾਹਦੇ ਵਾਸਤੇ ਹੁੰਦਾ? ਟੈਂਪਰੇਚਰ ਵੇਰੀਏਸ਼ਨ ਜਾਂ ਫਿਰ ਟੈਂਪਰੇਚਰ ਕੋਫੀਸ਼ੀਐਂਟ ਦੇ ਵਿੱਚ ਜਿਹੜੇ
ਲੌਸਿਸ ਜਿਹੜੇ ਇਹਦੇ ਕਰਕੇ ਪੈਦਾ ਹੁੰਦੇ, ਐਰਰ ਜਿਹੜੇ ਇਹਦੇ ਕਰਕੇ ਪੈਦਾ ਹੁੰਦੇ ਆ, ਉਹਨੂੰ ਇਫੈਕਟ ਨੂੰ ਖਤਮ ਕਰਨ ਵਾਸਤੇ ਅਸੀਂ ਸਵੈਪ ਰਜਿਸਟਰ ਯੂਜ਼ ਕਰਦੇ ਆ। ਯਾਦ ਰੱਖਣੀ ਹੈ ਇਹ ਗੱਲ। ਨੈਕਸਟ ਕੁਐਸਚਨ ਦੇਖੋ ਜੀ। ਨੈਕਸਟ ਕੁਐਸਚਨ ਹੈ ਜਿਹੜਾ ਇਹ ਗਲਵੈਨੋਮੀਟਰ ਵਿਦ ਫੁੱਲ ਸਕੇਲ ਆਫ 10 ਮਿਲੀ ਐਂਪੀਅਰ ਹੈਜ਼ ਅ ਰੈਜ਼ਿਸਟੈਂਸ ਆਫ, ਠੀਕ ਹੈ ਜੀ। ਲਓ ਪਹਿਲਾਂ ਜਿਹੜਾ ਕਹਿੰਦਾ ਪੱਕੀ ਗੱਲ ਹੈ, ਜਦੋਂ ਗਲਵੈਨੋਮੀਟਰ ਦੀ ਗੱਲ ਕਰੂਗਾ, ਸਕੇਲ ਦੀ ਗੱਲ ਕਰੂਗਾ, ਰੇਸ਼ੋ ਆਫ ਰੈਜ਼ਿਸਟੈਂਸ ਦੀ ਗੱਲ ਕਰੂਗਾ, ਕਾਹਦੀ ਗੱਲ ਹੋ ਰਹੀ ਹੈ? ਸਿੱਧੀ ਜੀ ਗੱਲ ਹੈਗੀ, ਇੱਕ ਐਮੀਟਰ ਦੀ ਰੇਂਜ ਐਕਸਟੈਂਸ਼ਨ ਦੀ ਗੱਲ ਹੋ ਰਹੀ ਹੈ। ਜਾਂ ਤਾਂ ਐਮੀਟਰ ਹੋਊਗਾ ਜਾਂ ਉਹ ਵੋਲਟ ਮੀਟਰ ਹੋਊਗਾ। ਵੋਲਟ ਮੀਟਰ ਹੋਊਗਾ ਸੀਰੀ ਦੇ ਵਿੱਚ ਲਗਾਵਾਂਗੇ, ਇੱਥੇ ਇਹਨੇ ਸ਼ੰਟ ਕਿਹਾ, ਦਾ ਮਤਲਬ ਐਮੀਟਰ ਦੀ ਗੱਲ ਹੋ ਰਹੀ ਹੈ। ਤਾਂ ਇੱਕ ਸ਼ੰਟ ਰੈਜ਼ਿਸਟੈਂਸ ਬਣਾ ਲਓ ਜੀ RSH, ਇੱਕ ਇਹਦੀ ਇੰਟਰਨਲ ਰੈਜ਼ਿਸਟੈਂਸ RM ਬਣਾ ਲਓ। ਹੁਣ ਸੁਣੋ ਗੱਲ ਇਹਦੀ ਕੀ ਕਹਿ ਰਿਹਾ, ਕਹਿੰਦਾ ਫੁੱਲ ਸਕੇਲ ਕਰੰਟ ਸੀਗਾ 10 ਮਿਲੀ ਐਂਪੀਅਰ, ਮਤਲਬ ਇਹਦੀ ਇੰਟਰਨਲ ਰੈਜ਼ਿਸਟੈਂਸ ਦੇ ਵਿੱਚ ਦੀ ਜਿਹੜਾ ਕਰੰਟ ਲੰਘ ਸਕਦਾ ਉਹ 10 ਮਿਲੀ ਐਂਪੀਅਰ ਲੰਘ ਸਕਦਾ। ਪਹਿਲੀ ਗੱਲ, ਰੈਜ਼ਿਸਟੈਂਸ ਇਹਦੀ ਕਿੰਨੀ ਆਈ? ਕਹਿੰਦਾ 1000 ਆ ਗਈ। ਇਹ ਗੱਲ ਵੀ ਮੰਨ ਲਈਏ ਅਸੀਂ। ਹੁਣ ਅੱਗੇ ਪੜ੍ਹੋ ਕੁਐਸਚਨ ਨੂੰ। ਦ ਮਲਟੀਪਲਾਈਂਗ ਪਾਵਰ ਰੇਸ਼ੋ ਆਫ ਮਈਅਰਡ ਕਰੰਟ ਟੂ ਦਾ ਗਲਵੈਨੋਮੀਟਰ ਕਰੰਟ ਜੇ ਆਫ 100 ਓਮ ਸ਼ੰਟ ਵਿਦ, ਜੇ ਅਸੀਂ ਇੱਕ ਸ਼ੰਟ ਰੈਜ਼ਿਸਟੈਂਸ ਆ ਜਿਹੜੀ ਆ ਰੈਜ਼ਿਸਟੈਂਸ ਲਗਾਈ ਹੈਗੀ ਅਸੀਂ, ਜੇ ਅਸੀਂ ਇੱਥੇ 100 ਓਮ ਦੀ, ਤਾਂ ਉਹਨੇ ਕੀ ਕਿਹਾ ਹੈਗਾ? ਉਹ ਕਹਿੰਦਾ 100 ਓਮ ਦੀ ਇੱਕ ਰੈਜ਼ਿਸਟੈਂਸ ਇੱਥੇ ਪੈਰਲ ਦੇ ਵਿੱਚ ਲੱਗੀ ਹੋਈ ਹੈਗੀ। ਜਿਹੜੀ ਉੱਪਰਲੀ ਲੱਗੀ ਹੋਈ ਸੀਗੀ ਸਾਡੀ ਇੰਟਰਨਲ ਰੈਜ਼ਿਸਟੈਂਸ, ਉਹਦੀ ਕਿੰਨੀ ਸੀਗੀ? 1000 ਓਮ। ਇਹਦੀ ਕਿੰਨੀ ਹੈਗੀ? 100 ਓਮ। ਤਾਂ ਪਹਿਲਾਂ ਤਾਂ ਇਹ ਕੱਢਣਾ ਵੀ ਇੱਥੇ ਕਰੰਟ ਕਿੰਨਾ ਫਲੋ ਹੋਊਗਾ ਜਦੋਂ ਆਪਾਂ ਰੈਜ਼ਿਸਟੈਂਸ ਲਗਾਵਾਂਗੇ ਨਾ, ਤਾਂ ਪਿੱਛੋਂ ਕਿੰਨਾ ਹੋਰ ਕਰੰਟ ਵੱਧ ਜਾਏਗਾ ਸਾਡਾ, ਜਿਹੜਾ ਬਾਈਪਾਸ ਹੋ ਕੇ ਜਾਣ ਲੱਗ ਜਾਏਗਾ। ਤਾਂ ਸਾਡੇ ਜਿਹੜੀ ਗਲਵੈਨੋਮੀਟਰ ਉਹਦੀ ਜਿਹੜੀ ਰੇਂਜ ਐਕਸਟੈਂਡ ਹੋ ਜਾਏਗੀ। ਪਹਿਲਾਂ ਤਾਂ ਅਸੀਂ ਇਹ ਕੱਢਣਾਗਾ। ਪਹਿਲਾਂ ਤਾਂ ਇੱਥੇ ਕਰੰਟ ਕੱਢੋ ਵੀ ਕਿੰਨਾ ਹੋਇਆ। ਇੱਥੇ ਕਰੰਟ ਕੀ ਹੋਏਗਾ? ਉਹ ਸਾਡਾ ਨਿਕਲ ਜਾਏਗਾ ਵੋਲਟੇਜ ਨਾਲ, ਵੀ ਇੱਥੇ ਜਿਹੜੀ ਵੋਲਟੇਜ ਹੈਗੀ ਉਹੀ ਵੋਲਟੇਜ ਸਾਡੀ ਇੱਥੇ ਹੋਏਗੀ। ਤਾਂ ਅਸੀਂ ਇੰਟਰਨਲ ਰੈਜ਼ਿਸਟੈਂਸ ਇੱਥੇ ਕੱਢ ਲਓ ਵੀ ਵੋਲਟੇਜ ਕਿੰਨੀ ਹੈਗੀ। ਵੋਲਟੇਜ ਸਾਡੀ ਹੈਗੀ ਇੱਥੇ 10 ਗੁਣਾ 1000। ਇਹ ਗੱਲ ਦਾ ਧਿਆਨ ਰੱਖਣਾ। ਦੇਖੋ ਕਰੰਟ ਮਿਲੀ ਐਂਪੀਅਰ ਦੇ ਵਿੱਚ ਹੈਗਾ ਤੇ ਆ ਓਮ ਦੇ ਵਿੱਚ ਆ, ਤੇ ਇਹਨਾਂ ਦਾ ਜਿਹੜੇ ਆਨਸਰ ਆਉਣਗੇ ਦੂਜੇ ਪਾਸੇ ਉਹ ਓਮ ਤੇ ਉਹ ਵੀ ਮਿਲੀ ਐਂਪੀਅਰ ਦੇ ਵਿੱਚ ਹੀ ਆਉਣਗੇ। ਯੂਨਿਟਾਂ ਦਾ ਵੀ ਧਿਆਨ ਰੱਖਣਾਗਾ ਅਸੀਂ, ਠੀਕ ਹੈ ਜੀ। ਚਲੋ ਤਾਂ ਇਹਨੂੰ ਆਪਾਂ ਦੇਖਾਂਗੇ ਸਾਡੇ ਕੋਲੇ ਕਿੰਨਾ ਬਣ ਗਿਆ। ਇਹ ਬਣ ਗਿਆ ਸਾਡੇ ਕੋਲੇ 10000 ਬਣ ਗਿਆ। 10000 ਜਿਹੜਾ ਆਨਸਰ ਆਊਗਾ ਉਹ ਆਨਸਰ ਸਾਡਾ ਆਊਗਾ, ਇਹ ਓਮ ਦੇ ਵਿੱਚ ਹੈਗਾ, ਆ ਹੈਗਾ ਮਿਲੀ ਵੋਲਟ ਦੇ ਵਿੱਚ। ਤਾਂ ਜਿਹੜਾ ਆਨਸਰ ਆਊਗਾ ਮਿਲੀ ਵੋਲਟ 'ਚ ਆਉਣਾ ਚਾਹੀਦਾ ਹੈਗਾ। ਤਾਂ ਹੁਣ ਅਸੀਂ ਤਾਂ ਮਿਲੀ ਵੋਲਟ ਹੀ ਭਰਨਾਗਾ, ਸਾਨੂੰ ਤਾਂ ਕੋਈ ਚੱਕਰ ਨਹੀਂ ਹੈਗਾ, ਇਸ ਤਾਂ ਸੇਮ ਹੀ ਭਰਨਾਗਾ, ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ। ਇੱਥੇ ਸਾਡੇ ਕੋਲੇ ਵੋਲਟੇਜ, ਹੁਣ ਆਹ 2 ਪੁਆਇੰਟਾਂ ਦੇ ਉੱਪਰ ਵੋਲਟੇਜ ਸਾਡੇ ਕੋਲੇ ਆ ਗਈ 10000। ਇਹਨੂੰ ਡਿਵਾਈਡ ਕਰ ਲਓ ਆਹ ਕਰੰਟ ਦੇ ਨਾਲ, ਕਿੰਨਾ ਗਾ ਕਰੰਟ, ਰੈਜ਼ਿਸਟੈਂਸ ਦੇ ਨਾਲ ਕਿੰਨਾ ਗੀ ਰੈਜ਼ਿਸਟੈਂਸ ਹੈਗੀ ਸਿਰਫ 100 ਓਮ ਦੀ। ਤਾਂ ਜੇ 100 ਓਮ ਦੀ ਰੈਜ਼ਿਸਟੈਂਸ ਆ, 2 ਜ਼ੀਰੋ ਨਾਲ 2 ਜ਼ੀਰੋ ਕੱਟ ਗਈਆਂ, ਸਾਡੇ ਕੋਲੇ ਕਰੰਟ ਕਿੰਨਾ ਆ ਗਿਆ? 100। ਤਾਂ ਇੱਥੋਂ ਦੀ ਕਰੰਟ ਬਾਈਪਾਸ ਜਿਹੜਾ ਹੋ ਕੇ ਜਾ ਰਿਹਾ ਉਹ ਕਿੰਨਾ ਹੋ ਕੇ ਜਾ ਰਿਹਾ ਹੈਗਾ? 100 ਐਂਪੀਅਰ। ਤੇ ਪਹਿਲਾ ਕਰੰਟ ਕਿੰਨਾ ਜਾ ਰਿਹਾ ਸੀ? 110 ਜਾ ਰਿਹਾ ਸੀਗਾ। ਹੁਣ ਉਹਨੇ ਕੀ ਕਿਹਾ? ਕਹਿੰਦਾ ਮਲਟੀਪਲਾਈਂਗ ਪਾਵਰ, ਜਦੋਂ ਅਸੀਂ ਰੈਜ਼ਿਸਟੈਂਸ ਲਗਾਈ ਉਹਦੇ ਨਾਲ ਕਿੰਨੇ ਗੁਣਾ ਵੱਧ ਗਈ ਸਾਡੀ ਜਿਹੜੀ ਸੀਗੀ, ਪਹਿਲਾਂ ਨਾਲੋਂ ਕਿੰਨੇ ਗੁਣਾ ਵੱਧ ਗਿਆ। ਉਹਦੇ ਮੇਜ਼ਰ ਕਰਨ ਦੀ ਸਮਰੱਥਾ ਜਿਹੜੀ ਸੀ, ਕਪੈਸਿਟੀ ਸੀ, ਕਿੰਨੇ ਵੱਧ ਗਈ। ਹੁਣ ਕੁੱਲ ਹੈ ਕਿੰਨੀ ਹੈਗੀ? ਅਸੀਂ ਆਪਾਂ ਦੇਖ ਲਓ ਕਿੰਨੀ ਰੇਸ਼ੋ ਆ ਰਹੀ ਹੈਗੀ। ਹੁਣ ਕਿੰਨੀ ਹੋ ਗਈ? 100 ਆ ਹੋ ਗਈ, ਤੇ ਇਹਦੇ ਵਿੱਚ ਦੀ ਜਾ ਰਹੀ ਹੈ 10, ਤਾਂ ਇਹ ਹੋ ਗਈ 110 ਮਿਲੀ ਐਂਪੀਅਰ। ਤੇ ਪਹਿਲਾਂ ਕਿੰਨੀ ਸੀ? ਪਹਿਲਾਂ ਤਾਂ ਇਕੱਲਾ ਆਹੀ ਸੀਗਾ ਨਾ, 10 ਹੀ ਸੀਗਾ। ਪਹਿਲਾਂ ਸ਼ੰਟ ਰੈਜ਼ਿਸਟੈਂਸ ਆਪਾਂ ਲਾਈ ਨਹੀਂ ਸੀ ਕੋਈ, ਪਹਿਲਾਂ 10 ਮਿਲੀ ਐਂਪੀਅਰ ਸੀ, ਤਾਂ ਹੇਠਲੇ ਪਾਸੇ ਆਉ 10, ਇਹਨੂੰ ਕੱਟ ਕੇ ਦੇਖ ਲਓ ਕਿੰਨਾ ਆ ਗਿਆ? 11 ਆ ਗਿਆ। ਤਾਂ ਸਹੀ ਆਨਸਰ ਆ ਗਿਆ। ਦੇਖੋ ਮੈਂ ਫੇਰ ਕਹਿਣਾ, ਇਹਨੂੰ ਕਰਨ ਦੇ ਬਹੁਤ ਫਾਰਮੂਲੇ ਹੋ ਸਕਦੇ ਆ, ਹਰੇਕ ਬੁੱਕ ਨੇ ਆਪਣਾ ਇੱਕ ਫਾਰਮੂਲਾ ਬਣਾਇਆ ਹੋਊ ਇਹਦਾ। ਤਾਂ ਕੋਸ਼ਿਸ਼ ਇਹ ਰੱਖਿਆ ਕਰੋ ਜਿੰਨਾ ਕੁਐਸਚਨ ਸੌਖਾ ਹੋ ਸਕੇ। ਮਲਟੀਪਲਾਈਂਗ ਪਾਵਰ ਦਾ ਮਤਲਬ ਹੁੰਦਾ ਇੱਥੇ ਚਲੋ ਇੱਥੇ ਨੇ ਲਿਖਿਆ ਸੀਗਾ ਆਹ ਪਾਵਰ, ਇੱਥੇ ਕਦੇ ਵੀ ਆਹ ਗਲਤੀ ਨਾ ਖਾ ਜਾਓ ਪਾਵਰ ਲਿਖਿਆ ਹੈਗਾ ਤਾਂ ਇੱਥੇ ਵਾਟ ਦੇ ਵਿੱਚ ਕੋਈ ਆਨਸਰ ਕੱਢਣ ਬਹਿ ਜਾਓ ਤੁਸੀਂ। ਐਂ ਤਾਂ ਇਹ ਤੁਹਾਡਾ ਹੁਣ ਜਿਹੜਾ ਆਪਾਂ ਸਪੈਕਸ ਦਾ ਨੰਬਰ ਹੁੰਦਾ ਅੱਖਾਂ ਦਾ, ਜਿਹੜੀਆਂ ਤੁਹਾਡੇ ਚਸ਼ਮੇ ਬਣਦੇ ਹੈਗੇ, ਉਹਦੀ ਪਾਵਰ ਹੁੰਦੀ ਹੈ ਨਾ, ਮੈਗਨੀਫਾਈਂਗ ਪਾਵਰ ਕਿੰਨੀ ਆ, ਉਹ ਮਿਲੀ ਵਾਟ ਦੇ ਵਿੱਚ ਥੋੜ੍ਹਾ ਹੁੰਦੀ ਆ, ਉਹ ਨੰਬਰਾਂ ਦੇ ਵਿੱਚ ਹੁੰਦੀ ਆ। ਤਾਂ ਪਾਵਰ ਦਾ ਮਤਲਬ ਇਹ ਹੈ ਵੀ ਉਹਦੀ ਕਪੈਸਿਟੀ ਹੈ ਜਿਹੜੀ ਉਹ ਕਿੰਨੀ ਕੁ ਵੱਧ ਗਈ। ਕਪੈਸਿਟੀ ਜੇ ਗਲਵੈਨੋਮੀਟਰ ਆ ਤਾਂ ਜਾਂ ਐਮੀਟਰ ਹੈਗਾ, ਤਾਂ ਐਮੀਟਰ ਦੀ ਕਪੈਸਿਟੀ ਕਾਹਦੀ ਹੋਈ? ਕਰੰਟ ਮੇਜਰ ਕਰਨ ਦੀ। ਠੀਕ ਹੈ ਜੀ। ਚਲੋ ਬੱਚੇ ਅੱਗੇ ਚੱਲਦੇ ਆਂਗੇ ਆਪਾਂ। ਲਓ ਜੀ, ਆਹ ਬੜਾ ਵਧੀਆ ਕੁਐਸਚਨ ਹੈਗਾ, ਕੰਸੈਪਚੁਅਲ ਕੁਐਸਚਨ ਹੈਗਾ। ਇਹ PMMC ਇਜ਼ ਕਨੈਕਟਡ ਅਕ੍ਰੋਸ ਏ ਸੀਰੀਜ਼ ਕੰਬੀਨੇਸ਼ਨ ਆਫ DC ਸੋਰਸ, ਆਹ ਤੇ AC ਸੋਰਸ ਆ। ਮੀਟਰ ਕੀ ਪੜੇਗਾ? ਪਹਿਲੀ ਗੱਲ ਤਾਂ PMMC ਜਿਹੜੇ ਇੰਸਟਰੂਮੈਂਟਸ ਹੁੰਦੇ ਹੈਗੇ, ਇਹ ਕਿਹਨੂੰ ਪੜ੍ਹਦੇ ਆ ਰਾਜੇ? AC ਪੜ੍ਹਦੇ ਆ ਕਿ DC ਪੜ੍ਹਦੇ ਆ ਕਿ ਦੋਨਾਂ ਨੂੰ ਪੜ੍ਹਦੇ ਆ? ਇਹ ਸਿਰਫ DC ਸਪਲਾਈ ਪੜ੍ਹਦੇ ਆ, AC ਨੂੰ ਇਹ ਨਹੀਂ ਪੜ੍ਹਦੇ। ਪਰ ਜੇ ਆਪਾਂ ਇੱਥੇ ਦੇਖੀਏ V1 ਤਾਂ ਸਾਡੀ ਹੈਗੀ ਹੈ DC, ਓਕੇ ਨੋ ਪ੍ਰੋਬਲਮ। ਬਟ ਜਿਹੜੀ ਸਾਡੀ ਇਹ ਆਹ ਦਿੱਤੀ ਹੋਈ ਹੈ V2, ਇਹ ਤਾਂ ਅਸੀਂ AC ਸਪਲਾਈ ਦਿੱਤੀ ਹੋਈ ਹੈ, ਤਾਂ ਇਹਨੂੰ ਥੋੜ੍ਹਾ ਮਿਲਣਗੇ ਉਹ। ਕੱਲਾ ਕਿਹਨੂੰ ਮਿਲਣਗੇ? ਇਕੱਲੀ DC ਸਪਲਾਈ ਨੂੰ ਮਿਲਣਗੇ। ਤਾਂ DC ਸਾਡੀ ਕਿੰਨੀ ਹੈਗੀ? 2 ਵੋਲਟ ਹੈਗੀ। ਕਲੀਅਰ ਹੋ ਗਈ ਜੀ ਗੱਲ ਇੱਥੋਂ? ਤੇ ਉਹ ਸਿਰਫ 2 ਵੋਲਟ ਪੜਨਗੇ ਜੀ। ਚਲੋ
ਅੱਗੇ ਆ ਜਾਓ ਜੀ। ਡੀਸੀ ਐਮੀਟਰ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਇੰਨੀ ਹੈਗੀ ਕਰੰਟ ਰੇਂਜ, ਇਹ ਰਾਜੇ ਆਪਣੇ ਆਪ ਕਰਨਾ ਕੁਐਸਚਨ, ਸ਼ੰਟ ਕੱਢਣਾ ਤੁਸੀਂ। ਤੁਹਾਨੂੰ ਇੰਟਰਨਲ ਰੈਜ਼ਿਸਟੈਂਸ ਦਿੱਤੀ ਹੋਈ ਹੈਗੀ ਇੱਥੇ, ਤੁਸੀਂ ਆਹ ਸ਼ੰਟ ਰੈਜ਼ਿਸਟੈਂਸ ਕੱਢਣੀ ਹੈਗੀ। ਕੁਛ ਨਹੀਂ ਕਰਨਾ ਹੈਗਾ, ਇਹਦੇ ਅੰਦਰ ਲੰਘਣ ਵਾਲਾ ਕਰੰਟ ਆਈ ਐਮ ਆ, ਜਿਹੜਾ ਕਿ ਪਹਿਲਾਂ ਦਿੱਤਾ ਹੋਇਆ ਸੀਗਾ ਸਾਨੂੰ, ਉਹ ਹੈਗਾ 100 ਐਂਪੀਅਰ, ਤੇ ਇਹਦੀ ਰੈਜ਼ਿਸਟੈਂਸ ਹੈਗੀ ਆ 0.1। ਕਰਨਾ ਕੀ ਹੈ, ਰੇਂਜ ਵਧਾਉਣੀ ਆਪਾਂ 500 ਤੱਕ। 100 ਤਾਂ ਇੱਧਰ ਹੀ ਜਾ ਰਿਹਾ, ਕਿੱਧਰ ਇੱਧਰ ਦੀ ਕਿੰਨਾ ਕਰੰਟ ਭੇਜਣਾ 400, ਗੁਣਾ ਰੈਜ਼ਿਸਟੈਂਸ ਐਕਸ ਕੱਢਣੀ ਹੈਗੀ, ਆਪਣੇ ਆਪ ਕੱਢਣਾ ਰਾਜੇ ਇਹ ਕੁਐਸਚਨ ਤੁਸੀਂ। ਅੱਗੇ ਚਲੋ, ਇੱਕ ਕਰੰਟ ਆਫ ਆ ਇੱਕ ਇਕੁਏਸ਼ਨ ਦਿੱਤੀ ਹੋਈ, ਇੰਨਾ ਕਰੰਟ ਪਾਸ ਹੋ ਰਿਹਾ ਹੈਗਾ 3 ਮੀਟਰ ਦੇ ਵਿਚਕਾਰ। ਪਹਿਲਾ ਹੈਗਾ PMMC ਮੀਟਰ ਹੈਗਾ, ਦੂਜਾ ਜਿਹੜਾ ਮੀਟਰ ਹੈਗਾ ਉਹ ਟਰੂ ਆਰਐਮਐਸ ਹੈ, ਜਿਹੜਾ ਤੀਜਾ ਹੈਗਾ ਉਹ ਵੀ ਸਾਡਾ ਮੂਵਿੰਗ ਆਇਰਨ। ਆ ਮੂਵਿੰਗ ਆਇਰਨ ਹੈਗਾ, ਆਹ ਟਰੂ ਆਰਐਮਐਸ ਵੈਲਿਊ ਮੈਂ। ਤਾਂ ਜੇ ਆਪਾਂ ਮੀਟਰ A B ਤੇ C ਦੀ ਗੱਲ ਕਰੀਏ, ਸਭ ਤੋਂ ਪਹਿਲੀ ਗੱਲ ਤਾਂ PMMC, ਇਹ ਕੀ ਪੜੂਗਾ ਕੱਲਾ DC। ਆਰਐਮਐਸ ਦਾ ਮਤਲਬ ਤਾਂ ਆਰਐਮਐਸ ਵੈਲਿਊ ਹੀ ਪੜ੍ਹੀ ਜਾਊਗੀ। MI ਮੂਵਿੰਗ ਆਇਰਨ ਦਾ ਮਤਲਬ ਕੀ ਹੈਗਾ, ਇਹ ਵੀ ਕਿਹੜੀ ਵੈਲਿਊ ਪੜ੍ਹਦੇ ਹੁੰਦੇ, ਮੂਵਿੰਗ ਆਇਰਨ ਇੰਸਟਰੂਮੈਂਟਸ ਹੁੰਦੇ AC DC ਦੋਨਾਂ ਨੂੰ ਪੜ੍ਹਦੇ ਨੇ ਨਾ ਇਹ। ਜੇ ਇਹ ਜਿਹੜੇ ਆਰਐਮਐਸ ਹੈ ਇਹ ਵੀ AC DC ਨੂੰ ਪੜ੍ਹ ਸਕਦੇ, ਕਿਉਂਕਿ ਆਰਐਮਐਸ ਜਿੰਨੇ ਵੀ ਸਾਡੇ ਮੀਟਰ ਨੇਗੇ ਇਹ AC DC ਦੋਨਾਂ ਨੂੰ ਪੜ੍ਹਦੇ ਹੁੰਦੇ ਆਰਐਮਐਸ ਵੈਲਿਊ ਵਾਲੇ। ਤਾਂ ਇਹਦਾ ਮਤਲਬ ਕੀ ਹੋਊਗਾ, ਅਸੀਂ AC ਸਪਲਾਈ ਦੀ ਇੱਕ ਕੱਢ ਲੈਣੀ ਹੈਗੀ DC ਵੈਲਿਊ, ਇੱਕ ਕੱਢ ਲੈਣੀ ਹੈ ਆਰਐਮਐਸ, ਇੱਕ ਦੂਜੀ ਵੀ ਆਰਐਮਐਸ, ਕਿਉਂਕਿ ਮੂਵਿੰਗ ਆਇਰਨ ਵੀ ਸਾਡਾ ਕੀ ਪੜ੍ਹਦਾ ਹੁੰਦਾ, ਆਰਐਮਐਸ ਵੈਲਿਊ ਹੀ ਪੜ੍ਹਦਾ। ਤਾਂ ਵੈਸੇ ਤਾਂ ਤੁਹਾਨੂੰ ਇੱਕ ਤੁੱਕਾ ਦੱਸ ਦਾਂਗਾ ਇਸ ਕੁਐਸਚਨ ਵਾਸਤੇ, ਜਿਹੜੇ ਲਾਸਟ ਵਾਲੇ 2 ਮੀਟਰ ਨੇ ਸਾਡੇ, ਦੋਨੇ ਸਾਡੇ ਸੇਮ ਵੈਲਿਊ ਪੜ੍ਹ ਰਹੇ ਨੇਗੇ। ਤਾਂ ਸਾਰੇ ਆਨਸਰਾਂ ਦੇ ਵਿੱਚੋਂ ਦੇਖੋ ਵੀ 2 ਵੈਲਿਊ ਸੇਮ ਕਿੱਥੇ ਨੇਗੀਆਂ, ਇੱਥੇ ਨਹੀਂ ਹੈ, ਤੇ ਆਨਸਰ ਇਹੀ ਹੋਊਗਾ। 2 ਨੰਬਰ ਦਾ ਕੁਐਸਚਨ ਹੈ, ਗੇਟ ਵਿੱਚ ਆਇਆ ਹੋਇਆ ਦੇਖੋ। ਪਰ ਆਪਾਂ ਫਿਰ ਵੀ ਚਲੋ ਇਹਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਕਰਦੇ ਆ। ਪਹਿਲੀ ਗੱਲ ਹੈਗੀ PMC, ਉਹਨੇ ਕੀ ਪੜ੍ਹਨਾ, ਇਹਨੇ ਕੀ ਪੜ੍ਹਨਾ, ਇਸ ਪੂਰੀ ਇਕੁਏਸ਼ਨ ਦੇ ਵਿੱਚੋਂ DC ਸਪਲਾਈ ਕਿੰਨੀ ਹੈਗੀ ਦੇਖੋ, ਇੰਨੀ ਕਾ DC ਸਪਲਾਈ। ਤਾਂ ਇਹਨੇ ਕੀ ਪੜ੍ਹਨਾ ਗਾ, ਕੱਲਾ -8 ਪੜ੍ਹਨਾ ਗਾ। ਕਿਹਨੇ ਪੜ੍ਹਨਾ, ਇਹ ਮੀਟਰ 1 ਨੇ, ਇਹਨੇ -8 ਪੜੂਗਾ। ਰਹਿ ਗਈ ਗੱਲ ਹੁਣ ਆਰਐਮਐਸ ਵੈਲਿਊ ਕੱਢਣ ਦੀ। ਆਰਐਮਐਸ ਵੈਲਿਊ ਕਿਵੇਂ ਕੱਢਾਂਗੇ, ਆਹ ਸਾਰੀ ਇਕੁਏਸ਼ਨ ਲਿਖ ਲਓ। ਇਹ 2 ਚੀਜ਼ਾਂ ਨੇ ਨਾ, ਇਹਨੂੰ ਆਪਾਂ ਰੂਟ ਦੇ ਵਿੱਚ ਪਾਓ, -8 ਦਾ ਸਕੇਅਰ ਪਲੱਸ 6√2 ਡਿਵਾਈਡ ਬਾਈ √2। ਆਰਐਮਐਸ ਵੈਲਿਊ ਇੱਦਾਂ ਹੁੰਦੀ ਹੈ ਨਾ, ਇਹਦਾ ਸਕੇਅਰ। ਹਾਈਬ੍ਰਿਡ ਜਿਹੜੀ ਸਾਡੀ ਵੇਵ ਹੁੰਦੀ ਉਹਨੂੰ ਇੱਦਾਂ ਹੀ ਸੋਲਵ ਕਰਦੇ ਆ ਨਾ ਆਪਾਂ। ਇਹ ਆ ਗਿਆ 64 ਪਲੱਸ, ਇਹ ਨਾਲ ਆ ਕੱਟ ਗਿਆ 36, ਰੂਟ ਆ ਗਿਆ। ਜੇ ਰੂਟ ਸੋਲਵ ਕਰਾਂਗੇ ਸਾਡੇ ਕੋਲ ਕਿੰਨਾ ਆ ਜਾਊਗਾ, 10 ਆਨਸਰ ਆ ਜਾਊਗਾ। ਇਹਦਾ ਮਤਲਬ ਕਿੰਨੀ ਆਰਐਮਐਸ ਵੈਲਿਊ ਬਣਦੀ ਕਿੰਨੀ ਹੈ, 10। ਤਾਂ ਆਹੀ C ਆਨਸਰ ਬਣ ਗਿਆ ਨਾ ਸਾਡਾ। ਤਾਂ ਕੁਛ ਕੁਐਸਚਨ ਟ੍ਰਿਕੀ ਵੀ ਹੁੰਦੇ ਨੇ ਜੀ ਤੁਹਾਡੇ। ਨੈਕਸਟ ਦੇਖੋ, ਇੱਕ ਹਰ ਪੇਪਰ ਦੇ ਵਿੱਚ ਨਾ ਇੱਕ ਕੁਐਸਚਨ ਆਈ ਹੋਇਆ ਦੇਖੋ, ਗੇਟ ਦੇ ਵਿੱਚ 2010 ਚ ਆਇਆ ਸੀ। ਜਿਹੜਾ ਪਹਿਲਾ ਵਾਲਾ ਮੀਟਰ ਵਾਲਾ ਆਪਾਂ ਛੱਡਿਆ ਹੈਗਾ ਉਹ 2005 ਚ ਆਇਆ ਹੈਗਾ। ਉਸ ਤੋਂ ਬਾਅਦ ਮੀਟਰ ਜਿਹੜੀ ਰੇਂਜ ਆਪਾਂ ਛੱਡੀ ਹੈਗੀ ਆ ਦੇਖੋ 2004 ਚ ਆਇਆ ਹੋਇਆ। ਮਤਲਬ ਹਰ ਵਾਰ ਗੇਟ ਵਾਲੇ ਵੀ ਇੱਕ ਕੁਐਸਚਨ ਪਾਉਂਦੇ ਹੀ ਪਾਉਂਦੇ ਨੇਗੇ। ਤਾਂ ਕੋਸ਼ਿਸ਼ ਕਰਿਓ ਇਹ ਕੁਐਸਚਨਾਂ ਨੂੰ ਕਰਨ ਦੀ, ਚੰਗੀ ਤਰ੍ਹਾਂ ਦਾ ਕੰਸੈਪਟ ਬਣਾ ਲਿਓ ਤੁਸੀਂ, ਕੋਈ ਬਹੁਤਾ ਔਖਾ ਨਹੀਂ ਹੈਗਾ, ਠੀਕ ਹੈ। ਨੈਕਸਟ ਕੁਐਸਚਨ ਵੱਲ ਵਧੋ। ਇਹ ਡਾਇਨਮੋਮੀਟਰ ਟਾਈਪ ਵਾਟ ਮੀਟਰ ਰਿਸਪੌਂਸ ਟੂ। ਡਾਇਨਮੋਮੀਟਰ, ਪਹਿਲੀ ਗੱਲ ਤਾਂ ਵਾਟ ਮੀਟਰ ਦੀ ਗੱਲ ਹੋ ਰਹੀ ਹੈ ਕਿ ਡਾਇਨਮੋਮੀਟਰ ਵਾਟ ਮੀਟਰ ਕਿਹੜੀ ਵੈਲਿਊ ਪੜ੍ਹਦੇ ਹੁੰਦੇ ਆ ਜੀ, ਪਾਵਰ ਪੜ੍ਹਦੇ ਹੈਗੇ, ਐਕਟਿਵ ਪਾਵਰ ਪੜ੍ਹਦੇ ਹੈਗੇ। ਕਿਹਦੀ ਐਕਟਿਵ ਪਾਵਰ ਪੜ੍ਹਦੇ ਆ ਜੀ, ਉਹ ਕਿਹੜੀ ਵੈਲਿਊ ਹੁੰਦੀ ਹੈ, ਪੀਕ ਵੈਲਿਊ ਕਿ ਐਵਰੇਜ ਵੈਲਿਊ, ਐਵਰੇਜ ਵੈਲਿਊ ਆਫ ਐਕਟਿਵ ਪਾਵਰ ਪੜ੍ਹਦੇ ਹੈਗੇ। ਉਹ ਪੜ੍ਹਦੇ ਹੈਗੇ ਪਾਵਰ ਇਜ਼ ਇਕੁਅਲ ਟੂ V ਇੰਟੂ I ਇੰਟੂ cos ਥੀਟਾ, ਇਹ ਪਾਵਰ ਪੜ੍ਹੀ ਜਾਂਦੀ ਹੈਗੀ। ਬੇਸ਼ੱਕ ਇਹ ਲਿਖਿਆ ਐਵਰੇਜ ਆ, ਪਰ ਯਾਦ ਰੱਖਿਓ ਜਿਹੜੀ ਵੋਲਟੇਜ ਦੀ ਵੈਲਿਊ ਹੁੰਦੀ ਹੈਗੀ ਇੱਥੇ, ਉਹ ਵੋਲਟੇਜ ਦੀ ਵੈਲਿਊ ਐਵਰੇਜ ਲਿਖੀ ਜਾਊਗੀ, ਆਰਐਮਐਸ ਲਿਖੀ ਜਾਊਗੀ, ਆਰਐਮਐਸ ਲਿਖੀ ਜਾਊਗੀ। ਇਹ ਗੱਲ ਦਾ ਧਿਆਨ ਰੱਖਣਾ ਖਾਸ, ਵੀ V ਆਰਐਮਐਸ ਇੰਟੂ I ਆਰਐਮਐਸ ਇੰਟੂ cos ਥੀਟਾ ਦੈਟ ਇਜ਼ ਇਕੁਅਲ ਟੂ ਐਵਰੇਜ ਵੈਲਿਊ ਹੁੰਦੀ ਐਕਟਿਵ ਪਾਵਰ ਦੀ। ਚਲੋ ਜੀ ਅੱਗੇ ਚੱਲਦੇ ਆਂਗੇ ਆਪਾਂ। ਨੈਕਸਟ ਕੁਐਸਚਨ ਦੇਖੋ ਜੀ, ਇਲੈਕਟ੍ਰੋਡਾਇਨਾਮਿਕ ਟਾਈਪ ਵਾਟ ਮੀਟਰ have large error while measuring the power in AC supply at low power factor। ਦੇਖੋ ਆਪਾਂ ਜਿੰਨੇ ਵੀ ਇਲੈਕਟ੍ਰੋਡਾਇਨਾਮਿਕ ਵਾਟ ਮੀਟਰ ਦੇ ਵਿੱਚ ਐਰਰਸ ਪੜ੍ਹੇ ਸੀਗੇ ਆਪਣੀਆਂ ਵੀਡੀਓਜ਼ ਦੇ ਵਿੱਚ, ਤੁਸੀਂ ਦੇਖਿਆ ਹੋਏਗਾ, ਉਹ ਸਾਰੇ ਐਰਰ ਬੇਸਿਕਲੀ ਜਿਹੜੇ ਇੰਟਰੋਡਿਊਸ ਹੋ ਰਹੇ ਸੀ ਉਹ ਕਾਹਦੇ ਕਰਕੇ ਹੋ ਰਹੇ ਸੀ, ਉਹਦਾ ਕਾਰਨ ਇਹੀ ਸੀਗਾ ਦਾ ਇੰਡਕਟੈਂਸ ਆਫ ਪ੍ਰੈਸ਼ਰ ਕੋਇਲ। ਪ੍ਰੈਸ਼ਰ ਕੋਇਲ ਦੀ ਇੰਡਕਟੈਂਸ ਕਰਕੇ ਪੈਦਾ ਹੋ ਰਹੇ ਸੀਗੇ। ਅਸੀਂ ਕੀ ਇਹੀ ਕੋਸ਼ਿਸ਼ ਕਰਦੇ ਸੀ ਨਾ, ਪ੍ਰੈਸ਼ਰ ਕੋਇਲ ਦੀ ਜਿਹੜੀ ਇੰਡਕਟੈਂਸ ਹੈਗੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਘਟਾਇਆ ਜਾ ਸਕੇ। ਸੀਰੀਜ਼ ਦੇ ਵਿੱਚ ਇੱਕ ਬਹੁਤ ਵੱਡਾ ਰੈਜ਼ਿਸਟੈਂਸ ਲਾਉਂਦੇ ਸੀਗੇ ਤਾਂ ਕਿ ਜਿਹੜੀ ਇਹਦੀ ਕੋਇਲ ਹੈਗੀ ਉਹ ਹਾਈਲੀ ਰੈਜ਼ਿਸਟਿਵ ਹੋਵੇ। ਪੇਪਰ ਦੇ ਵਿੱਚ ਕੁਐਸਚਨ ਵੀ ਆਉਂਦਾ ਨਾ ਬਹੁਤ ਵਾਰੀ ਕਿ ਜਿਹੜੀ ਪ੍ਰੈਸ਼ਰ ਕੋਇਲ ਹੁੰਦੀ ਹੈਗੀ, ਪ੍ਰੈਸ਼ਰ ਕੋਇਲ ਦੀ ਜਿਹੜੀ ਪ੍ਰੋਪਰਟੀ ਕੀ ਹੁੰਦੀ ਹੈ ਇਲੈਕਟ੍ਰੋਡਾਇਨਾਮਿਕ ਮੀਟਰ ਦੀ, ਹਾਈਲੀ ਰੈਜ਼ਿਸਟਿਵ ਹੁੰਦੀ ਹੈ। ਹਾਈਲੀ ਰੈਜ਼ਿਸਟਿਵ ਅਸੀਂ ਬਣਾਉਣੇ ਆਗੇ ਇਹਨੂੰ, ਤਾਂ ਕਰਕੇ ਹਾਈਲੀ ਰੈਜ਼ਿਸਟਿਵ ਹੁੰਦੀ ਹੈਗੀ। ਪਰ ਉਹਦੀ ਨੰਬਰ ਆਫ ਟਰਨਾਂ ਵੱਧ ਹੋਣ ਕਰਕੇ, ਕਿਉਂਕਿ ਜਿਹੜਾ ਕਰੰਟ ਹੁੰਦਾ ਹੈਗਾ ਪ੍ਰੈਸ਼ਰ ਕੋਇਲ ਦੇ ਵਿੱਚ, ਜਿਹੜਾ ਫਲਕਸ ਹੁੰਦਾ ਹੈਗਾ ਉਹ N × I ਹੁੰਦਾ।
ਪ੍ਰੈਸ਼ਰ ਕੋਇਲ ਦੀ ਰੈਜ਼ਿਸਟੈਂਸ ਵੱਧ ਹੋਣ ਕਰਕੇ ਕਰੰਟ ਤਾਂ ਘੱਟ ਹੋਏਗਾ, ਤਾਂ ਨੰਬਰ ਆਫ ਟਰਨਾਂ ਵੱਧ ਪਾਉਣੀਆਂ ਪੈਣਗੀਆਂ। ਜੇ ਨੰਬਰ ਆਫ ਟਰਨਾਂ ਵੱਧ ਨੇ ਤਾਂ ਇੰਡਕਟਿਵ ਜਿਹੜੀ ਇੰਡਕਟੈਂਸ ਹੋਏਗੀ ਉਹ ਕੀ ਹੋਏਗੀ, ਜ਼ਿਆਦਾ ਹੋਏਗੀ। ਤਾਂ ਇਸ ਇੰਡਕਟੈਂਸ ਨੂੰ ਘਟਾਉਣ ਵਾਸਤੇ ਇੱਕ ਅਲੱਗ ਤੋਂ ਆਪਾਂ ਰੈਜ਼ਿਸਟੈਂਸ ਲਗਾਉਣੇ ਹੈਗੇ, ਤਾਂ ਕਿ ਜਿਹੜੀ XL/R ਦੀ ਜਿਹੜੀ ਰੇਸ਼ੋ ਆ ਗਈ ਉਹ ਸਾਡੀ ਨੀਅਰ ਅਬਾਊਟ ਸਾਡੀ ਇਨ ਫੇਸ ਰਵੇ। ਤਾਂ ਇੰਡਕਟੈਂਸ ਜ਼ਿਆਦਾ ਹੋਣ ਕਰਕੇ ਪ੍ਰੋਬਲਮ ਆਉਂਦੀ ਕੀ ਹੈਗੀ, ਪ੍ਰੋਬਲਮ ਕਿਉਂ ਆਉਂਦੀ ਹੈ, ਕਹਿੰਦਾ ਐਰਰ ਆਉਂਦਾ ਕਿਉਂ ਆਗਾ, ਉਹਦਾ ਕਾਰਨ ਇੱਕ ਹੀ ਆ, ਪ੍ਰੈਸ਼ਰ ਕੋਇਲ ਜਿਹੜੀ ਹੁੰਦੀ ਹੈਗੀ ਉਹ ਇਨ ਫੇਸ ਨਹੀਂ ਹੁੰਦੀ, ਮਤਲਬ ਉਹ ਇੰਡਕਟੈਂਸ ਵੈਲਿਊ ਉਹਦੀ ਹਾਈ ਹੁੰਦੀ ਹੈ, ਉਹ ਇਨ ਫੇਸ ਨਹੀਂ ਹੁੰਦੀ, ਉਹ ਪਿਓਰ ਰੈਜ਼ਿਸਟਿਵ ਨਹੀਂ ਹੁੰਦੀ ਹੈਗੀ। ਤਾਂ ਕਰੰਟ ਕੋਇਲ ਕਰਕੇ ਨਹੀਂ ਕੋਈ ਪ੍ਰੋਬਲਮ ਆਉਂਦੀ, ਪ੍ਰੈਸ਼ਰ ਕੋਇਲ ਕਰਕੇ ਆਉਂਦੀ ਆ। ਜੇ ਉਹ ਇਨ ਫੇਸ 'ਚ ਹੋਏਗੀ, ਆਪਾਂ ਪਾਵਰ ਫੈਕਟਰ ਜੇ ਉਹਦਾ ਵਧੀਆ ਹੋਊਗਾ ਤਾਂ ਸਾਨੂੰ ਆਨਸਰ ਵੀ ਸਹੀ ਮਿਲੂਗਾ। ਓਕੇ ਜੀ, ਨੈਕਸਟ ਕੁਐਸਚਨ ਦੇਖੋ ਜੀ। The circuit in figure is used to measure the power consumed by the load, the current coil and ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ ਜੀ, ਦੋ ਤਰ੍ਹਾਂ ਦੇ ਸਾਡੇ ਕੋਲੇ ਕਨੈਕਸ਼ਨ ਹੁੰਦੇ ਨੇਗੇ। ਪਹਿਲਾ ਕਨੈਕਸ਼ਨ ਹੁੰਦਾ ਹੈਗਾ ਸਾਡੇ ਵਾਟ ਮੀਟਰ ਦਾ, ਇਹ ਵਾਲਾ ਅਸੀਂ ਲੈਂਦੇ ਹਾਂ ਹਾਈ ਪਾਵਰ ਫੈਕਟਰ ਵਾਟ ਮੀਟਰ ਵਾਸਤੇ, ਹਾਈ ਪਾਵਰ ਫੈਕਟਰ ਵਾਟ ਮੀਟਰ ਵਾਸਤੇ। ਇਹਦੇ ਵਿੱਚ ਮੇਨਲੀ ਜਿਹੜਾ ਇੰਟਰੋਡਿਊਸ ਹੁੰਦਾ ਐਰਰ, ਉਹ ਕਾਹਦੇ ਕਰਕੇ ਹੁੰਦਾ, ਦੇਖੋ ਜਿਹੜੀ ਆ ਪ੍ਰੈਸ਼ਰ ਕੋਇਲ ਹੈਗੀ, ਇਹ ਪ੍ਰੈਸ਼ਰ ਕੋਇਲ ਕੀ ਪੜ ਰਹੀ ਹੈਗੀ, ਇੱਥੋਂ ਲੈ ਕੇ ਇੱਥੇ ਤੱਕ ਦੀ ਵੋਲਟੇਜ ਪੜ ਰਹੀ ਹੈ, ਮਤਲਬ ਆਹ ਪੂਰੇ ਸਰਕਟ ਦੀ ਵੋਲਟੇਜ ਪੜ ਰਹੀ ਹੈ। ਜਦ ਕਿ ਇਹਨੇ ਪੜਨੀ ਕਿਹੜੀ ਚਾਹੀਦੀ ਸੀਗੀ, ਇਹਨੂੰ ਵੋਲਟੇਜ ਕਿਹੜੀ ਪੜਨੀ ਚਾਹੀਦੀ ਸੀਗੀ, ਪ੍ਰੈਸ਼ਰ ਕੋਇਲ ਨੂੰ ਵੋਲਟੇਜ ਜਿਹਦਾ ਲੋਡ, ਜਦ ਲੋਡ ਦੀ ਆਪਾਂ ਪਾਵਰ ਦੇਖਣੀ ਤਾਂ ਲੋਡ ਦਾ ਇਹਦੀ ਵੋਲਟੇਜ 200 ਪੜਨੀ ਚਾਹੀਦੀ ਸੀਗੀ, ਬਲਕਿ ਉਹ ਵੋਲਟੇਜ ਪੜ ਕੀ ਰਹੀ ਹੈ, ਉਹਦਾ ਆ ਵੀ ਵੋਲਟੇਜ ਡ੍ਰੌਪ ਪੜ ਰਹੀ ਹੈਗੀ, ਜਿਹਦੇ ਕਰਕੇ ਸਾਡੇ ਦੇ ਇਹਦੇ ਵਿੱਚ ਐਰਰ ਇੰਟਰੋਡਿਊਸ ਹੋ ਜਾਂਦਾ ਹੈਗਾ। ਤਾਂ ਐਰਰ ਇੰਟਰੋਡਿਊਸ ਹੁੰਦਾ ਹੈਗਾ ਇਸ ਕੋਇਲ ਦੇ ਕਰਕੇ। ਤਾਂ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਦੇਖਦੇ ਆਂਗੇ ਵੀ ਅਸਲ ਦੇ ਵਿੱਚ ਪਾਵਰ ਹੈ ਕਿੰਨੀ ਹੈ ਤੇ ਇਹਦੇ ਵਿੱਚ ਪਾਵਰ ਵਾਧੂ ਕਿੰਨੀ ਕੰਜ਼ਿਊਮ ਹੋਈ ਆ, ਤਾਂ ਉੱਥੋਂ ਅਸੀਂ ਆਨਸਰ ਕੱਢਾਂਗੇ। ਤਾਂ ਦੇਖੋ ਜੀ, ਪਹਿਲਾਂ ਤਾਂ ਇਹਦੇ ਵਿੱਚ ਪਾਵਰ ਕੱਢ ਲਓ ਕਿੰਨੀ ਕੰਜ਼ਿਊਮ ਹੋ ਰਹੀ ਹੈ, I² R ਨਾਲ ਕੱਢ ਲਈ ਆਪਾਂ ਪਾਵਰ। ਚਲੋ I² R ਨਾਲ ਆਪਾਂ ਪਾਵਰ ਕੱਢਦੇ ਹਾਂ, I ਕਿੰਨਾ ਹੈਗਾ ਸਾਡਾ 20 ਐਂਪੀਅਰ ਕਰੰਟ ਆ, 20 ਦਾ ਸਕੁਅਰ ਇੰਟੂ R 0.02। ਤੁਸੀਂ ਐਂ ਕਹੋਗੇ ਮੈਂ ਫਾਰਮੂਲੇ ਨਹੀਂ ਲਿਖ ਰਿਹਾ ਹੈਗਾ, ਇਹ ਮੈਂ ਦੇਖੋ ਰਿਹਾ DC ਸਰਕਟ ਤਾਂ ਮੈਂ ਤੁਹਾਨੂੰ ਕਰਵਾ ਨਹੀਂ ਰਿਹਾ ਹੈਗਾ ਵੀ ਮੈਂ ਤੁਹਾਨੂੰ ਬਾਰ-ਬਾਰ ਦੱਸਾਂ ਪਾਵਰ ਦਾ ਫਾਰਮੂਲਾ ਕੀ ਹੁੰਦਾ ਜੀ, I² R ਹੁੰਦਾ ਹੈਗਾ, V² R ਕਿੱਥੇ ਲੱਗਦਾ ਹੈਗਾ। ਜੇ ਇਹ ਵੀ ਨਹੀਂ ਤੁਹਾਨੂੰ ਪਤਾ, ਫਿਰ ਇੰਸਟਰੂਮੈਂਟੇਸ਼ਨ ਛੱਡ ਕੇ ਪਹਿਲਾਂ ਡੀ ਸਪਲਾਈ ਕਰੋ ਤੁਸੀਂ, ਬਾਕੀ ਇਹ ਤਾਂ ਬਾਅਦ ਦੀਆਂ ਗੱਲਾਂ ਨਹੀਂ ਆ, ਫਿਰ ਤਾਂ ਇਹ ਫਿਰ ਨਹੀਂ ਸਮਝ ਆ ਸਕਦਾ ਤੁਹਾਨੂੰ। ਤਾਂ ਸਭ ਤੋਂ ਪਹਿਲਾਂ ਅਸੀਂ ਇੱਥੋਂ ਕੱਢਾਂਗੇ 20, ਇਹ ਆ ਗਿਆ ਸਾਡਾ 400 ਮਲਟੀਪਲਾਈ ਬਾਈ 0.02 ਆ, ਜਿਹੜੇ 2 0 ਪੁਆਇੰਟ ਹਟ ਜੂਗਾ, 4 ਦੂਣੀ 8 ਵਾਟ ਆ ਜਾਣਗੇ। ਜਿਹੜੇ ਇਹਦੇ ਵਿੱਚ ਲਾਸ ਹੋ ਰਹੇ ਆ ਉਹ ਕਿੰਨੇ ਹੋ ਰਹੇ ਆ, ਉਹ ਕਿੰਨੇ ਹੋ ਰਹੇ ਹੈਗੇ 8 ਵਾਟ ਲਾਸ ਹੋ ਰਿਹਾ। ਕਿਹਦੇ ਵਿੱਚ ਲਾਸ ਹੋ ਰਹੇ ਹੈਗੇ, ਉਹ ਇਸ ਕੋਇਲ ਦੇ ਵਿੱਚ। ਤਾਂ ਟੋਟਲ ਪਾਵਰ ਹੈ ਕਿੰਨੀ ਹੈਗੀ, ਹੁਣ ਆਪਾਂ ਇਹ ਪੜ੍ਹ ਲੈਂਦੇ ਵੀ ਟੋਟਲ ਪਾਵਰ ਇਹ ਪੜ੍ਹ ਕਿੰਨੀ ਰਿਹਾ ਹੈਗਾ, ਟੋਟਲ ਪਾਵਰ ਆ ਜਿਹੜੀ ਉਹ ਕਿੰਨੀ ਹੈਗੀ ਆਪਾਂ ਦੇਖ ਲੈਂਦੇ ਹਾਂ। ਟੋਟਲ ਪਾਵਰ ਪੜ੍ਹ ਰਿਹਾ ਹੈਗਾ ਉਹ ਕੀ ਹੈਗਾ, ਇਹ ਵਾਟ ਮੀਟਰ ਆ, V × I। ਵੋਲਟੇਜ ਹੈਗੀ ਕਿ ਸਾਡੀ ਕਿੰਨੀ ਵੋਲਟੇਜ, ਦੇਖੋ ਇਹਦੇ ਵਿੱਚ ਕਿੰਨੀ ਵੋਲਟੇਜ ਪੜ੍ਹੀ ਜਾਏਗੀ, ਇੱਥੇ 200 ਵੋਲਟ ਹੈਗੀ, ਤਾਂ ਵੋਲਟੇਜ ਜਿਹੜੀ ਪੜ੍ਹੀ ਜਾਏਗੀ ਉਹ ਇਹਦੀ ਵੋਲਟੇਜ ਪਲੱਸ ਇਹਦੀ ਵੋਲਟੇਜ। ਇਹਦੇ ਵਿੱਚ ਵੋਲਟੇਜ ਹੈ ਕਿੰਨੀ ਹੈਗੀ ਇਸ ਕੋਇਲ ਦੇ ਵਿੱਚ, 20 × 0.02, 20 ਨੂੰ 2 ਨਾਲ ਕਰਾਂਗੇ 40 ਆਊਗਾ, 2 ਪੁਆਇੰਟ ਛੱਡ ਕੇ 0.4, ਤੁਹਾਡੇ ਕੋਲੇ ਟੋਟਲ ਵੋਲਟੇਜ ਆਊਗੀ 200.4 ਵੋਲਟ ਮਲਟੀਪਲਾਈ ਬਾਈ ਕਰੰਟ ਜਿਹੜਾ ਫਲੋ ਹੋ ਰਿਹਾ ਸਾਡਾ ਕਿੰਨਾ ਹੋ ਰਿਹਾ ਹੈਗਾ, 20 ਇੱਧਰ ਜਾ ਰਿਹਾ ਹੈਗਾ, ਤਾਂ ਕਰੰਟ ਕੋਇਲ ਦਾ ਕਰੰਟ ਜਿਹੜਾ ਉਹ 20 ਹੈਗਾ। ਪ੍ਰੈਸ਼ਰ ਕੋਇਲ ਦੀ ਵੋਲਟੇਜ ਤੇ ਕਰੰਟ ਕੋਇਲ ਦਾ ਕਰੰਟ, ਦੋਨਾਂ ਨੂੰ ਜਦੋਂ ਆਪਾਂ ਮਲਟੀਪਲਾਈ ਕਰਾਂਗੇ ਸਾਡੇ ਕੋਲੇ ਜਿਹੜਾ ਇੱਥੋਂ ਆਨਸਰ ਬਣ ਜਾਏਗਾ ਉਹ ਬਣੇਗਾ 2004 ਨੂੰ 2 ਨਾਲ ਕਰ ਲਓ ਤਾਂ 4008 ਆ ਗਿਆ, 1 0 ਕਰਕੇ ਆ ਪੁਆਇੰਟ ਛੱਡ ਦੋ, ਆ ਵਾਟੇਜ ਆ ਗਈ। ਕਲੀਅਰ ਹੋ ਗਈ ਗੱਲ ਇਹ। ਅਦਰਵਾਈਜ਼ ਸਾਡਾ ਕਰੰਟ ਕਿੰਨਾ ਪੜ੍ਹਨਾ ਚਾਹੀਦਾ ਸੀਗਾ, ਇਹਨੂੰ ਵੋਲਟੇਜ ਪੜ੍ਹਨੀ ਕਿੰਨੀ ਚਾਹੀਦੀ ਸੀਗੀ, ਸਿਰਫ 200, ਪੜ੍ਹ ਕਿੰਨਾ ਰਿਹਾ ਇੰਨਾ। ਤਾਂ ਇੱਥੋਂ 200 ਤੋਂ ਆਪਾਂ ਕੱਢ ਕੇ ਦੇਖ ਲਓ ਕਿ ਜਿਹੜੀ ਵੋਲਟੇਜ ਹੈ ਸਾਡੀ ਉਹ 200 ਲਈਏ ਤੇ ਕਰੰਟ ਆਪਾਂ 20 ਲਈਏ, ਸਾਡੇ ਕੋਲ ਇੱਥੋਂ ਕਿੰਨਾ ਆਉਂਦਾ 4000 ਆਉਂਦਾ। ਆਹ ਹੈਗੀ ਹੈ ਸਾਡੀ ਐਕਚੁਅਲ ਪਾਵਰ, ਆਹ ਹੈਗੀ ਹੈ ਸਾਡੀ ਮੈਜਰਡ ਪਾਵਰ, ਆ ਹੈਗੀ ਹੈ ਸਾਡੀ ਐਕਚੁਅਲ ਪਾਵਰ। ਤੇ ਐਰਰ ਜਿਹੜਾ ਹੁੰਦਾ ਹੈਗਾ ਉਹ ਕੀ ਹੁੰਦਾ ਹੈਗਾ, MT ਵੀ ਦੱਸਿਆ ਸੀਗਾ ਤੁਹਾਨੂੰ, ਮੈਜਰਡ ਵੈਲਿਊ ਮਾਈਨਸ ਟਰੂ ਵੈਲਿਊ ਡਿਵਾਈਡ ਬਾਈ ਟਰੂ ਵੈਲਿਊ। ਤਾਂ ਮੈਜਰਡ ਵੈਲਿਊ ਕਿੰਨੀ ਹੈਗੀ, ਮੈਜਰਡ ਵੈਲਿਊ ਹੈਗੀ 4008 ਮਾਈਨਸ 4000 ਡਿਵਾਈਡ ਬਾਈ 4000। ਤਾਂ 8 ਵਜੇ ਤੋਂ 4000 ਆਪਾਂ ਕਰਾਂਗੇ, ਇੱਥੋਂ ਸਾਡੇ ਕੋਲ ਆ ਗਿਆ ਇਹ 4/2000 2/1000। ਤਾਂ 2/1000 ਨੂੰ ਆਪਾਂ ਇਹਦੇ ਪਰਸੈਂਟੇਜ ਕੱਢ ਲਓ, ਨਾਲ 100 ਨਾਲ 0 ਕੱਟ ਗਈਆਂ ਤਾਂ 2/10 ਆ ਗਿਆ, ਮਤਲਬ 0.2% ਬਣਦਾ ਪਿਆ ਜੀ ਇਹ। ਤਾਂ ਦੇਖ ਲਓ ਸਾਡੇ ਆਨਸਰ ਦੇ ਵਿੱਚ 0.2 ਹੈਗਾ ਸੀਗਾ। ਵੱਧ ਪੜਿਆ ਕਿ ਇਹਨੇ ਘੱਟ ਪੜਿਆ ਹੈਗਾ, ਵੱਧ ਪੜਿਆ। ਪੋਜ਼ੀਟਿਵ ਆਇਆ ਕਿ ਨੈਗੇਟਿਵ ਆਇਆ, ਦੇਖ ਲਓ ਪੋਜ਼ੀਟਿਵ ਆਇਆ ਕਿਉਂਕਿ ਆਹ ਵੱਡੀ ਸੀਗੀ ਵੈਲਿਊ ਜਿਹੜੀ ਮੈਜਰਡ ਵੈਲਿਊ ਸੀਗੀ। ਤਾਂ ਸਾਡੇ ਕੋਲ ਆਹ ਆਊਗਾ 0.2 ਮੋਰ, C ਆਨਸਰ ਬਣਦਾ ਜੀ ਇਹਦਾ। ਕਲੀਅਰ ਹੋ ਗਈ ਜੀ ਗੱਲ ਇਹ ਵੀ। ਨੈਕਸਟ
ਲਾਸਟ ਕੁਐਸਚਨ ਦੇਖੋ ਜੀ, ਇਹ ਕੁਐਸਚਨ ਥੋੜ੍ਹਾ ਜਿਹਾ ਵੱਖਰਾ ਹੈਗਾ, ਸਾਡੇ ਮੀਟਰ ਕਾਂਸਟੈਂਟ ਨਾਲੋਂ ਵੱਖਰਾ ਹੈਗਾ ਇਹ ਕੁਐਸਚਨ। ਨੈਕਸਟ ਕੁਐਸਚਨ ਦੇਖੋ ਜੀ, ਇਸ ਕੁਐਸਚਨ ਦੇ ਵਿੱਚ ਇਹਨੇ ਕਿਹਾ ਹੈ ਕਿ DC ਅੰਪੇਅਰ ਆਰ ਮੀਟਰ ਹੈਗਾ, ਉਹਦੀ ਰੇਟਡ ਕਰੰਟ 15 ਅੰਪੇਅਰ ਆ ਅਤੇ 250 ਵੋਲਟ ਆ। ਦ ਮੀਟਰ ਕਾਂਸਟੈਂਟ ਇਜ਼ 14.4 ਅੰਪੇਅਰ ਸੈਕਿੰਡ ਪਰ ਰੈਵੋਲੂਸ਼ਨ। ਆ ਇੱਥੇ ਦਿੱਕਤ ਆ ਗਈ ਕੁਐਸਚਨ ਦੇ ਵਿੱਚ, ਮੀਟਰ ਕਾਂਸਟੈਂਟ ਦੱਸਣਾ ਗਾ ਤੁਸੀਂ ਰੇਟਡ ਵੋਲਟੇਜ ਦੇ ਉੱਪਰ ਕਿੰਨਾ ਹੋਏਗਾ। ਦੇਖੋ ਹੁਣ ਤੱਕ ਮੀਟਰ ਕਾਂਸਟੈਂਟ ਅਸੀਂ ਪੜ੍ਹਦੇ ਆਏ ਹਾਂ ਕਿ ਰੈਵੋਲੂਸ਼ਨ ਪਰ ਕਿਲੋਵਾਟ ਆਰ ਹੁੰਦਾ ਗਾ, ਇਹ ਹੁੰਦਾ ਸਾਡਾ ਮੀਟਰ ਕਾਂਸਟੈਂਟ। ਪਰ ਇੱਥੇ ਕੀ ਦਿੱਕਤ ਹੈ, ਇੱਥੇ ਨਹੀਂ ਦਿੱਤਾ ਹੋਇਆ ਹੈਗਾ ਅੰਪੇਅਰ ਸੈਕਿੰਡ ਪਰ ਰੈਵੋਲੂਸ਼ਨ, ਇਹਦਾ ਮਤਲਬ ਇਹ ਮੀਟਰ ਕਾਂਸਟੈਂਟ ਤਾਂ ਸਹੀ ਨਹੀਂ ਹੈਗਾ। ਤਾਂ ਇਹ ਤੋਂ ਕੁਛ ਨਾ ਕੁਛ ਸਾਨੂੰ ਕਰਨਾ ਪਏਗਾ। ਸਾਨੂੰ ਕੀ ਕਰਨਾ ਪਏਗਾ, ਪਹਿਲੀ ਗੱਲ ਤਾਂ ਸਾਡੇ ਕੋਲੇ ਕੀ ਹੁੰਦਾ ਗਾ ਰੈਵੋਲੂਸ਼ਨ ਪਰ ਕਿਲੋਵਾਟ ਆਰ, ਇਹਨੇ ਦਿੱਤਾ ਹੋਇਆ ਸੈਕਿੰਡ ਪਰ ਰੈਵੋਲੂਸ਼ਨ। ਪਹਿਲੀ ਗੱਲ ਤਾਂ ਇਹ ਆ ਵੀ ਉੱਪਰਲੇ ਪਾਸੇ ਅੰਪੇਅਰ ਸੈਕਿੰਡ ਦਿੱਤਾ ਹੋਇਆ ਨੇ, ਤਾਂ ਅੰਪੇਅਰ ਸੈਕਿੰਡ ਤੋਂ ਪਹਿਲੀ ਗੱਲ ਤਾਂ ਸਾਨੂੰ ਬਣਾਉਣਾ ਪਏਗਾ, ਅੰਪੇਅਰ ਨੂੰ ਆਪਾਂ ਵੋਲਟੇਜ ਨਾਲ ਮਲਟੀਪਲਾਈ ਕਰਾਂਗੇ ਫਿਰ ਕੀ ਬਣ ਜੂ ਸਾਡਾ ਵਾਟ। ਵਾਟ ਸੈਕਿੰਡ ਨੂੰ ਕਿਲੋ ਵਾਟ ਆਰ ਕਿੱਦਾਂ ਬਣਾਉਣਾ, ਇਹ ਤਾਂ ਕੋਈ ਦਿੱਕਤ ਨਹੀਂ ਹੈਗੀ ਬਹੁਤੀ ਵੱਡੀ। ਮੇਨ ਗੱਲ ਆ ਵੀ ਜਿਹੜਾ ਵੀ ਸਾਨੂੰ ਦਿੱਤਾ ਹੋਇਆ ਅੰਪੇਅਰ ਨੂੰ ਅਸੀਂ ਮਲਟੀਪਲਾਈ ਕਰਾਂਗੇ ਵੋਲਟੇਜ ਨਾਲ, ਫਿਰ ਇਹ ਸਾਡੇ ਕੋਲੇ ਵਾਟ ਬਣ ਜਾਣਗੇ, ਉਸ ਤੋਂ ਬਾਅਦ ਅਸੀਂ ਕਿਲੋ ਵਾਟ ਆਰ ਬਣਾ ਲਾਂਗੇ, ਕਿਉਂਕਿ ਆਨਸਰ ਅਸੀਂ ਕਿਲੋ ਵਾਟ ਆਰ ਦੇ ਵਿੱਚ ਦੇਣਾ ਰੈਵੋਲੂਸ਼ਨ ਪਰ ਕਿਲੋ ਵਾਟ ਆਰ। ਤਾਂ ਪਹਿਲਾਂ ਤਾਂ ਇਸ ਐਮ ਦੀ ਵੈਲਿਊ ਹੈ ਜਿਹੜੀ ਸਾਡੀ, ਐਮ ਸਾਨੂੰ ਜਿਹੜਾ ਦਿੱਤਾ ਹੋਇਆ ਮੀਟਰ ਕਾਂਸਟੈਂਟ ਉਹ ਦਿੱਤਾ ਹੋਇਆ 14.4 ਅੰਪੇਅਰ ਸੈਕਿੰਡ ਪਰ ਰੈਵੋਲੂਸ਼ਨ। ਤਾਂ ਜੇ ਅਸੀਂ ਸਹੀ ਰੈਵੋਲੂਸ਼ਨ ਉੱਪਰ ਲੈ ਕੇ ਆਣੇ ਤਾਂ ਮਤਲਬ ਆ ਮੀਟਰ ਕਾਂਸਟੈਂਟ ਨੂੰ 1/m ਕਰਨਾ ਪਏਗਾ ਨਾ, ਫਿਰ ਸਾਡੇ ਕੋਲੇ ਯੂਨਿਟ ਕੀ ਬਦਲ ਜਾਣਗੇ, ਫਿਰ ਸਾਡੇ ਕੋਲੇ ਆ ਜੂ 1/14.4 ਕੀ ਆ ਜੂਗਾ ਰੈਵੋਲੂਸ਼ਨਸ ਪਰ ਅੰਪੇਅਰ ਸੈਕਿੰਡ। ਇਹਦਾ ਮਤਲਬ ਉੱਪਰ ਤਾਂ ਰੈਵੋਲੂਸ਼ਨ ਆ ਗਏ ਸਾਡੇ ਕੋਲ, ਇਹ ਤਾਂ ਗੱਲ ਹੋ ਗਈ ਸਹੀ। ਹੇਠਾਂ ਸਾਡੇ ਕੋਲ ਇੱਕ ਅੰਪੇਅਰ ਤੋਂ ਅਸੀਂ ਬਣਾਉਣਾ ਕਿਲੋਵਾਟ ਤੇ ਸੈਕਿੰਡ ਤੋਂ ਅਸੀਂ ਬਣਾਉਣਾ ਆਰ, ਇਹਦਾ ਮਤਲਬ ਇਹਦੇ ਹੇਠਾਂ ਗੁਣਾ ਹੋਣਗੀਆਂ ਸਾਰੀ ਚੀਜ਼ਾਂ। 1.14.4 ਮਲਟੀਪਲਾਈ ਬਾਏ ਅੰਪੇਅਰ ਨੂੰ ਮਲਟੀਪਲਾਈ ਕਰਾਂਗੇ ਕਾਹਦੇ ਨਾਲ, ਵੋਲਟੇਜ ਨਾਲ। ਤੇ ਰੇਟਡ ਵੋਲਟੇਜ ਕਿੰਨੀ ਹੈਗੀ ਸਾਡੀ 250 ਵੋਲਟ ਆ। ਤਾਂ ਹੇਠਲੇ ਪਾਸੇ ਜਦੋਂ ਅਸੀਂ ਕਰੰਟ ਨੂੰ, ਆਹ ਕਰੰਟ ਆ ਨਾ ਹਜੇ ਫਿਲਹਾਲ ਤਾਂ ਅੰਪੇਅਰ ਸੈਕਿੰਡ, ਇਹਦਾ ਮਤਲਬ ਸੈਕਿੰਡ ਕੁਛ ਦਿੱਤਾ ਨਹੀਂ, ਇਹਦਾ ਮਤਲਬ ਸੈਕਿੰਡ ਕਿੰਨਾ ਗਾ ਇੱਥੇ 1 ਸੈਕਿੰਡ ਹੈਗਾ। ਤਾਂ ਇਹਦਾ ਮਤਲਬ ਅੰਪੇਅਰ ਨੂੰ ਅਸੀਂ ਮਲਟੀਪਲਾਈ ਕਰਾਂਗੇ ਪਹਿਲਾਂ ਤਾਂ 250 ਦੇ ਨਾਲ, ਫਿਰ ਇਹ ਕੀ ਆ ਗਿਆ ਵੋਲਟ ਆ ਗਿਆ, ਆਹ ਕਰੰਟ ਆ ਗਿਆ। ਹੁਣ ਅਸੀਂ ਕੀ ਕਰਨਾ ਗਾ, ਇਹਨੂੰ ਕਿਹੜਾ ਵੋਲਟ ਇਹ ਕੀ ਵਾਟ ਚਾਹੇ ਨੇਗੇ, ਇਹਨੂੰ ਅਸੀਂ ਬਣਾਉਣਾ ਕਿਲੋ ਵਾਟ। ਤਾਂ ਜਿੱਥੇ ਵੀ ਲਿਖਿਆ ਇਹਦੇ ਉੱਪਰਲੇ ਪਾਸੇ ਸਾਨੂੰ 1000 ਮਲਟੀਪਲਾਈ ਕਰਨਾ ਪਊਗਾ। ਹੇਠਾਂ ਹੁਣ ਸਾਡੇ ਕੋਲੇ ਕੀ ਆਊਗਾ ਕਿਲੋ ਵਾਟ। ਹੁਣ ਅਸੀਂ ਬਣਾਉਣੇ ਆਗੇ ਸੈਕਿੰਡ ਨੇ, ਹੇਠਾਂ ਸੈਕਿੰਡ ਨੂੰ ਕੀ ਬਣਾਉਣਾ ਗਾ ਅਸੀਂ ਘੰਟੇ, ਤਾਂ ਜਿੱਥੇ ਵੀ ਸੈਕਿੰਡ ਲਿਖਿਆ ਉਦੋਂ ਪੁੱਠੇ ਪਾਸੇ ਸਾਨੂੰ ਕੀ ਗੁਣਾ ਕਰਨਾ ਪਊਗਾ 3600 ਗੁਣਾ ਕਰਨਾ ਪਊਗਾ। ਤਾਂ ਇੱਥੋਂ ਸਾਡੇ ਕੋਲੇ ਹੁਣ ਇੱਥੋਂ ਕਰਕੇ ਦੇਖੋ ਜੀ, ਅਸੀਂ ਹੁਣ ਸਾਡਾ ਕੁਐਸਚਨ 250 ਨੂੰ ਇਹਦੇ ਨਾਲ ਕਰਾਂਗੇ ਸਾਡਾ 4 ਆਊਗਾ ਜੀ, ਇਹਨੂੰ ਮਲਟੀਪਲਾਈ ਕਰਕੇ ਦੇਖੋ ਜੀ ਆਪਣੇ ਕੈਲਕੂਲੇਟਰ ਦੇ ਉੱਪਰ। ਤਾਂ ਇੱਥੋਂ ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਤੁਹਾਡੇ ਕੋਲੇ ਪ੍ਰੋਪਰ, ਜਦੋਂ ਤੁਸੀਂ 3600 ਨੂੰ ਇਹਦੇ ਨਾਲ ਕਰੋਗੇ ਨਾ 14.4 ਨਾਲ, ਤੁਹਾਡੇ ਕੋਲੇ ਪ੍ਰੋਪਰ 250 ਆ ਜਾਊਗਾ। 250 ਨੂੰ ਤੁਸੀਂ 4 ਨਾਲ ਕਰਾਂਗੇ ਤੁਹਾਡਾ ਆਨਸਰ ਕਿੰਨਾ ਆ ਜਾਊਗਾ 1000। ਹੁਣ ਇਹ ਯੂਨਿਟ ਕੀ ਬਣ ਗਏ ਰੈਵੋਲੂਸ਼ਨ ਪਰ ਕਿਲੋ ਵਾਟ ਆਰ, ਆਹ ਸਾਡਾ ਆਨਸਰ ਬਣ ਗਿਆ ਜੀ। ਦੇਖ ਲਓ ਤੇ ਇਹਦੇ ਵਿੱਚ ਕੋਈ ਤੁਸੀਂ ਯੂਨਿਟ ਨਹੀਂ, ਉਹ ਐਨਰਜੀ ਨਹੀਂ ਕੱਢਣੀ ਸੀ ਕਿੰਨੀ ਫਲੋ ਹੋ ਰਹੀ ਹੈ, ਕੁਝ ਨਹੀਂ ਕੱਢਣਾ, ਸਿਰਫ ਯੂਨਿਟਸ ਇਹ ਸਾਡੇ ਉਹਨੂੰ ਯੂਨਿਟਸ ਨੂੰ ਸੈੱਟ ਕਰਨਾ ਸੀਗਾ ਵੋਲਟੇਜ ਨਾਲ, ਕਰੰਟ ਨੂੰ ਵੋਲਟੇਜ ਨਾਲ ਮਲਟੀਪਲਾਈ ਕਰਕੇ ਤੇ ਸੈਕਿੰਡਸ ਨੂੰ ਆਰ ਦੇ ਵਿੱਚ ਕਨਵਰਟ ਕਰਕੇ। ਇਹ ਕੁਝ ਕੁਐਸਚਨ ਸੀਗੇ ਜਿਹੜੇ ਮੈਂ ਤੁਹਾਨੂੰ ਕਰਵਾਉਣੇ ਚਾਹੁੰਦਾ ਸੀਗਾ, ਇੰਪੋਰਟੈਂਟ ਕੁਐਸਚਨ ਸੀਗਾ ਵੀ ਇਹ। ਠੀਕ ਹੈ ਜੀ, ਧੰਨਵਾਦ।